ਸਤਿ ਸ਼੍ਰੀ ਅਕਾਲ ਮੈਂ ਰਜਪਾਲ ਚਾਲੀ ਹਮੇਸ਼ਾ ਦੀ ਤੁਹਾਡਾ ਸਵਾਗਤ ਐਵਰੀ ਟਿਊਜ਼ਡੇ 11 ਤੋਂ 12 ਸ਼ੋਅ ਵਿਦ ਡਾਕਟਰ ਰਾਜ। ਅੱਜ ਡਾਕਟਰ ਰਾਜ ਲਾਈਵ ਮੇਰੇ ਨਾਲ ਸ਼ੋਅ 'ਚ ਬੈਠੇ ਨੇ। ਮੇਰੇ ਖਿਆਲ ਨਾਲ ਮਤਲਬ ਲਾਈਵ ਮੈਂ ਤਾਂ ਹਮੇਸ਼ਾ ਪ੍ਰੇ ਕਰਦੇ ਕਿ ਮਤਲਬ ਤੰਦਰੁਸਤ ਰਹਿਣ। ਲੋਕਾਂ ਨੂੰ ਬੜੀ ਲੋੜ ਹੈਗੀ ਹੈ ਡਾਕਟਰ ਨਾਲ ਗੱਲਾਂ ਕਰਕੇ ਪਤਾ ਲੱਗਦਾ ਕਿ ਕਿੰਨੀ ਦੁਨੀਆ ਬਿਮਾਰ ਹੈ। ਓਨੈਸਟਲੀ ਡਾਕਟਰ ਵੀ ਦੱਸਦੇ ਨੇ ਸੋ ਬਿਜ਼ੀ ਲੋਕਾਂ ਦੇ ਕਾਲ ਲੈਣੇ ਅਨਬਲੀਵੇਬਲ ਕਿ ਕਿਤੇ ਡਾਕਟਰ ਵੀ ਹੈਰਾਨ ਹੋ ਗਏ ਕਿ ਇੰਨੇ ਲੋਕਾਂ ਨੂੰ ਬਿਮਾਰੀਆਂ ਹੈਗੀਆਂ ਨੇ। ਚਲੋ ਰੱਬ ਇਹਨਾਂ ਨੂੰ ਲੰਮੀ ਉਮਰ ਦੇਵੇ ਅਤੇ ਅਸੀਂ ਬੜੀ ਲੋੜ ਹੈ ਇਹਨਾਂ ਦੀ। ਇੱਦਾਂ ਲੋਕਾਂ ਦੇ ਇਲਾਜ ਹੁੰਦੇ ਰਹਿਣ। ਮੈਂ ਟਾਈਮ ਜ਼ਾਇਆ ਨਾ ਕਰਦਾ, ਡਾਕਟਰ ਜੀ ਨੂੰ ਬੁਲਾ ਕੇ ਸਵਾਗਤ ਕਰਦੇ ਅਸੀਂ ਸ਼ੋਅ ਲੈ ਕੇ ਜਾਂਦੇ ਹਾਂ। ਡਾਕਟਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਜੀ ਦੇਖੋ ਤੁਸੀਂ ਇਹ ਇੱਕ ਨਾ ਚੀਜ਼ ਹੈਗੀ ਹੈ। ਕਈ ਦਫਾ ਬੰਦਾ ਕੁਛ ਨਾ ਕੁਛ ਕਰਦਾ, ਉਹ ਕਹਿੰਦਾ ਯਾਰ ਮੈਨੂੰ ਕਸਟਮਰ ਨਹੀਂ ਮਿਲਦੇ, ਮੈਨੂੰ ਇਹ ਨਹੀਂ ਹੁੰਦਾ, ਮੈਨੂੰ ਉਹ ਨਹੀਂ ਹੁੰਦਾ। ਅਤੇ ਤੁਸੀਂ ਐਕਸਟ੍ਰੀਮਲੀ ਬਿਜ਼ੀ ਹੈਗੇ ਬਹੁਤ ਜਾਸਤੀ। ਹਾਂਜੀ ਸੋ ਬਹੁਤ ਹੀ ਬਿਮਾਰੀਆਂ ਲੋਕਾਂ ਨੂੰ ਆ ਅਤੇ ਕਈ ਬਹੁਤ ਸੀਰੀਅਸ ਵੀ ਬਿਮਾਰੀਆਂ ਹੈਗੀਆਂ, ਰੇਅਰ ਵੀ ਬਿਮਾਰੀਆਂ ਹੈਗੀਆਂ ਅਤੇ ਹਰੇਕ ਨੂੰ ਲੋੜ ਆ। ਹਰੇਕ ਘਰ ਵਿੱਚ ਕੋਈ ਨਾ ਕੋਈ ਇੱਕ ਅੱਧਾ ਬੰਦਾ ਬਿਮਾਰ ਹੁੰਦਾ ਅਤੇ ਬਹੁਤ ਹੀ ਮੰਗ ਆ। ਸੋ ਇੰਨੀ ਮੰਗ ਜਿਹੜੀ ਹੈ ਨਾ, ਅਤੇ ਹੁਣ ਅਸੀਂ ਇੰਨਾ ਕੋਪ ਨਹੀਂ ਕਰ ਸਕਦੇ। ਬਿਲਕੁਲ ਨਾ, ਤੁਸੀਂ ਦੱਸਿਆ ਹਮੇਸ਼ਾ ਤੁਸੀਂ ਦੱਸਦੇ ਹੋ। ਅਤੇ ਬਹੁਤ ਹੀ ਕਾਲ ਹਰ ਰੋਜ਼ ਆਉਂਦੇ ਸਵੇਰ ਨੂੰ, ਅਤੇ ਜਿਨ੍ਹਾਂ ਦੇ ਕਾਲ ਅਸੀਂ ਨਹੀਂ ਲੈ ਸਕਦੇ ਉਹਨਾਂ ਤੋਂ ਅਸੀਂ ਮਾਫੀ ਚਾਹੁੰਦੇ ਹਾਂ। ਅਤੇ ਪਰ ਇੰਪੋਸੀਬਲ ਗੱਲ ਹੋ ਜਾਂਦੀ ਪਈ, ਹਰੇਕ ਕਾਲ ਦਾ ਅਸੀਂ ਜਵਾਬ ਦਈਏ, ਅਤੇ ਨਹੀਂ ਤਾਂ ਫਿਰ ਅਸੀਂ ਦਿਨੇ ਆਪਣਾ ਕੰਮ ਨਹੀਂ ਕਰ ਸਕਦੇ। ਅਤੇ ਇੱਕ ਦੋ ਬੇਨਤੀਆਂ ਹੈਗੀਆਂ ਸੰਗਤ ਨੂੰ ਵੀ ਜੇ ਤੁਸੀਂ ਸਵੇਰ ਨੂੰ ਫੋਨ ਕਰਦੇ ਆ 10 ਤੋਂ 11, ਉਹ ਹੁੰਦੇ ਨਵੇਂ ਅਪੋਇੰਟਮੈਂਟ ਲਈ। ਬਿਲਕੁਲ। ਅਤੇ ਜਿਨ੍ਹਾਂ ਨੇ ਇੱਕ ਵਾਰੀ ਦਵਾਈ ਲੈ ਚੁੱਕੇ ਹੁੰਦੇ ਦੁਬਾਰਾ ਲੈਣੀ ਹੁੰਦੀ ਹੈ, ਉਹਨਾਂ ਦਾ 4 ਤੋਂ 6 ਤੇ ਹੀ ਹੁੰਦਾ, ਸਿਰਫ ਮੰਡੇ, ਵੈਨਸਡੇ ਅਤੇ ਫਰਾਈਡੇ। ਅਤੇ ਉਹ ਵੀ ਤੁਸੀਂ ਵਾਰ ਫੋਨ ਨਾ ਕਰਿਆ ਕਰੋ। ਜਦੋਂ ਤੁਹਾਡਾ ਫੋਨ ਇੱਕ ਵਾਰੀ ਤੁਸੀਂ ਕਰ ਲੈਂਦੇ, ਸਾਡੇ ਕੋਲ ਨੰਬਰ ਆ ਜਾਂਦਾ ਅਤੇ ਅਸੀਂ ਵਾਪਸ ਤੁਹਾਨੂੰ ਵੀ ਕਾਲ ਕਰ ਸਕਦੇ ਹਾਂ। ਪਰ ਜਿਸ ਤਰ੍ਹਾਂ ਵੀ ਵੌਇਸ ਮੇਲ ਕਰ ਦੇਣਾ ਚਾਹੁੰਦਾ। ਮੈਂ ਲਾਸਟ ਟਾਈਮ ਤੁਹਾਨੂੰ ਅਨਾਊਂਸ ਕੀਤੀ ਸੀਗੀ ਬਿਕੋਜ਼ ਡਾਕਟਰ ਜੀ ਵੌਇਸ ਮੈਸੇजेस ਨਹੀਂ ਪਿਕ ਕਰਦੇ, ਪਰ ਤੁਸੀਂ ਜਦੋਂ ਕੋਸ਼ਿਸ਼ ਕਰਦੇ ਹੋ ਅਗਰ ਨਹੀਂ ਪਿਕ ਕੀਤਾ ਗਿਆ 2 ਦਫਾ ਕੀਤੇ ਤਾਂ ਪਲੀਜ਼ ਟੈਕਸਟ ਕਰਦਿਆ ਕਰੋ ਡਾਕਟਰ ਨੂੰ। ਡਾਕਟਰ ਜੀ ਵਿਲ ਆਲਵੇਜ਼ ਪਿਕ ਅਪ ਯੋਰ ਟੈਕਸਟ ਮੈਸੇਜ। ਫਿਰ ਜਦੋਂ ਵੀ ਉਹਨਾਂ ਨੂੰ ਮੌਕਾ ਲੱਗੇਗਾ ਤੁਹਾਨੂੰ ਕਾਲ ਕਰਨਗੇ। ਇੱਦਾਂ ਨਹੀਂ ਹੁੰਦਾ ਕਿ ਤੁਹਾਡੇ ਕਾਲ ਇਗਨੋਰ ਹੁੰਦੇ ਨੇ, ਪਰ ਡਾਕਟਰ ਜੀ ਐਕਸਟ੍ਰੀਮਲੀ ਬਿਜ਼ੀ। ਲੋਕ ਬੇਸ਼ੁਮਾਰ ਬਿਮਾਰ ਹੈਗੇ ਨੇ। ਡਾਕਟਰ ਜੀ ਮੈਂ ਹਮੇਸ਼ਾ ਕਹਿੰਦਾ ਰੱਬ ਨੂੰ ਪੈਸਾ ਦੇਵੇ ਨਾ ਦੇਵੇ, ਬਿਮਾਰੀ ਦੀ ਕਮੀ ਨਹੀਂ ਲੋਕਾਂ ਨੂੰ। ਬਿਮਾਰੀਆਂ ਬਹੁਤ ਹੈ। ਹਾਂਜੀ ਦੈਟਸ ਰਾਈਟ। ਸੋ ਇੱਕ ਦੋ ਗੱਲਾਂ ਹੋ ਰਿਹਾ ਮੈਂ ਜ਼ਰੂਰੀ ਕਹਿਣੀ ਚਾਹੁੰਦਾ ਵੀ ਜਿਹੜਾ ਸਵੇਰ ਦਾ ਨੰਬਰ ਉਹ ਅਲੱਗ ਹੈਗਾ ਆ, ਬਿਲਕੁਲ, ਅਤੇ ਦੁਪਹਿਰ ਦਾ ਨੰਬਰ ਉਹ ਅਲੱਗ ਆ। ਸੋ ਜੇ ਤੁਸੀਂ ਰੋਂਗ ਟਾਈਮ 'ਤੇ ਫੋਨ ਕਰੀ ਜਾਂਦੇ ਹੈ ਨਾ, ਰੋਂਗ ਨੰਬਰ 'ਤੇ, ਉਹਦਾ ਆਨਸਰ ਨਹੀਂ ਹੋਣਾ ਹੈਗਾ। ਹਾਂਜੀ। ਅਤੇ ਇੱਕ ਹੋਰ ਬੇਨਤੀ ਹੈਗੀ ਆ ਵੀ ਜੇ ਤੁਸੀਂ ਅਪੋਇੰਟਮੈਂਟ ਬਣਾਉਂਦੇ ਹੋਰ ਕਿਸੇ ਲਈ ਤਾਂ ਪਲੀਜ਼ ਉਹਨਾਂ ਨਾਲ ਪਹਿਲਾਂ ਸਲਾਹ ਕਰ ਲਿਆ ਕਰੋ, ਖਾਸ ਕਰਕੇ ਆਪਣੀ ਬੇਟੀ ਨਾਲ ਜਾਂ ਬੇਟੇ ਦੇ ਨਾਲ, ਵੀ ਤੁਸੀਂ ਇਲਾਜ ਕਰਵਾਉਣਾ ਚਾਹੁੰਦੇ ਆ ਜਾਂ ਕਿ ਨਹੀਂ। ਕਿਉਂਕਿ ਬਹੁਤ ਵਾਰੀ ਹੁੰਦੀ ਆ ਮਾਂ ਪਿਓ ਅਪੋਇੰਟਮੈਂਟ ਬਣਾ ਦਿੰਦੇ ਆ ਬੱਚਿਆਂ ਦੀ, ਅਤੇ ਉਹ ਜਦੋਂ ਅਪੋਇੰਟਮੈਂਟ 'ਤੇ ਫੋਨ ਕਰੀਦਾ ਉਹ ਜਵਾਬ ਦਿੰਦੇ ਪਿਆ ਅਸੀਂ ਤਾਂ ਕਰਾਉਣਾ ਨਹੀਂ ਇਲਾਜ। ਉਹਨੂੰ ਪਤਾ ਨਹੀਂ ਕਿ ਮਾਂ ਨੇ ਬੁੱਕ ਕੀਤੀ ਹੈ ਨਾ। ਹਾਂਜੀ ਦੈਟਸ ਰਾਈਟ। ਸੋ ਉਹ ਕਹਿੰਦੇ ਨਹੀਂ ਮੈਨੂੰ ਨਹੀਂ ਪਤਾ ਜਾਂ ਮੈਨੂੰ ਦੱਸਿਆ ਨਹੀਂ, ਅਤੇ ਪਰ ਮੈਂ ਇਲਾਜ ਕਰਾਉਣਾ ਨਹੀਂ ਚਾਹੁੰਦਾ ਜਿੱਦਾਂ ਵੀ ਹੋਇਆ, ਅਤੇ ਉਹ ਫਿਰ ਸਾਡੀ ਅਪੋਇੰਟਮੈਂਟ ਉੱਦਾਂ ਵੇਸਟ ਜਾਂਦੀ ਹੈ। ਬਿਲਕੁਲ ਨਹੀਂ ਤਾਂ ਫਿਰ ਅਸੀਂ ਹੋਰ ਕਿਸੇ ਲੋੜਵੰਦ ਨੂੰ ਦੇ ਸਕਦੇ ਸੀ। ਐਬਸੋਲੂਟਲੀ। ਸੋ ਪਲੀਜ਼ ਇਸ ਤਰ੍ਹਾਂ ਨਾਲ ਟਾਈਮ ਵੇਸਟ ਕਰਿਆ। ਅਸੀਂ ਬਾਰ ਇਹਨਾਂ ਹਮੇਸ਼ਾ ਰਿਪੀਟ ਕਰਦੇ ਹਾਂ ਜਦੋਂ ਵੀ ਤੁਸੀਂ ਕਾਲ ਕਰਦੇ ਹੋ। ਮੈਂ ਫਿਰ ਤੇ ਨੰਬਰ ਰਿਪੀਟ ਕਰ ਦੇਣਾ ਹੈਡ ਆਫਿਸ ਦਾ 0121 551 1001 'ਤੇ ਕਾਲ ਕਰਕੇ ਤੁਹਾਨੂੰ 2 ਨੰਬਰ ਦੇਣਗੇ। ਇੱਕ ਸੁਬਾਹ ਦਾ ਜਿੱਥੇ ਤੁਸੀਂ ਕੰਸਲਟੇਸ਼ਨ ਦਾ ਨੰਬਰ ਹੈਗਾ 10 ਤੋਂ 11, ਰਿਪੀਟ ਪ੍ਰੈਸਕ੍ਰਿਪਸ਼ਨ ਦਾ ਜਿਹੜਾ ਤੁਸੀਂ ਪਹਿਲਾਂ ਲੈ ਚੁੱਕੇ ਉਹ ਦੁਪਹਿਰ ਦਾ ਨੰਬਰ ਹੈਗਾ, ਅਤੇ 2 ਡਿਫਰੈਂਟ ਨੰਬਰਸ। ਜਦੋਂ ਤੁਸੀਂ ਕਾਲ ਕਰਦੇ ਹੋ ਪਲੀਜ਼ ਅਗਰ ਤੁਸੀਂ ਸਟੂਡੀਓ ਹੁਣ ਡਾਕਟਰ ਨਾਲ ਗੱਲ ਕਰਨੀ ਹੈ, ਉਹ ਵੀ ਸਾਡੇ ਕਾਲ ਸੈਂਟਰ ਨੂੰ ਤੁਸੀਂ ਆਪਣੀ ਨੰਬਰ ਲੈ ਕੇ ਉਹਨਾਂ ਨੂੰ ਕਹਿ ਦਿਓ ਕਿ ਅਸੀਂ ਡਾਕਟਰ ਨਾਲ ਗੱਲ ਕਰਨੀ ਹੈ, ਫਿਰ ਤੁਹਾਡਾ ਕਾਲ ਸਾਡੇ ਥਰੂ ਇੱਥੇ ਲੰਡਨ ਸਟੂਡੀਓ 'ਚ ਪਾ ਦੇਣਗੇ। 0121 551 1001 'ਤੇ ਪਲੀਜ਼ ਕੁਛ। ਦੂਸਰੀ ਗੱਲ ਡਾਕਟਰ ਜੀ ਕੋਲ ਮੈਨੂੰ ਕਾਫੀ ਲੋਕਾਂ ਦੇ ਫੋਨ ਹੈ, ਮੈਂ ਕਹਿੰਦੇ ਜੀ ਮੈਂ ਡਾਕਟਰ ਨੂੰ ਫੋਨ ਕੀਤਾ ਉਹ ਵਾਲਾ ਆਨਸਰ ਨਹੀਂ ਕੀਤਾ। ਮੈਂ ਕਿਹਾ ਕਦੋਂ? ਕਹਿੰਦੇ 2 ਮਿੰਟ ਲੇਟ ਹੋ ਗਏ ਸੀ। ਮੈਂ ਕਿਹਾ 2 ਦੀ ਜਦ ਤੁਹਾਨੂੰ 10 ਤੋਂ 11 ਕਿਹਾ ਉਹਦਾ ਤਾਂ ਸਿਸਟਮ ਹੀ ਹੈਗਾ, ਉਹਨੇ ਕੱਟ ਆਫ ਆਪੇ ਹੋ ਜਾਣਾ, ਫਿਰ ਫੋਨ ਨਹੀਂ ਪਿਕ ਹੁੰਦਾ, ਫਿਰ ਫੋਨ ਬੰਦ ਹੋ ਜਾਂਦਾ। ਵਾਈ ਵੇਟ ਟਿਲ 1 ਮਿੰਟ ਲੇਟ ਜਾਂ 2 ਮਿੰਟ ਪਹਿਲਾਂ ਕਰਨਾ। ਅਸੀਂ ਇਹ ਵੀ ਦੇਖਿਆ ਉਹ ਫੋਨ ਕਿਸੇ ਵੇਲੇ ਖੋਲ੍ਹਣਾ ਪੈਂਦਾ ਹੋਰ ਕਿਸੇ ਕੰਮ ਲਈ, ਹੈ ਨਾ। ਬਿਲਕੁਲ ਉਹੀ ਨਾ, ਹੋਰੇ ਬਿਲਕੁਲ ਹੋਰ ਟਾਈਮ 'ਤੇ ਵੀ ਕਾਲ ਆ ਜਾਂਦੇ ਆ। ਹਾਂਜੀ। ਸੋ ਟਾਈਮ 'ਤੇ ਥੋੜ੍ਹਾ ਜਿਹਾ ਪੱਕਾ ਹੋਣਾ ਪੈਂਦਾ। ਹਾਂਜੀ ਚਲੋ ਲਾਈਫ ਥੋੜ੍ਹੀ ਈਜ਼ੀ ਹੋ ਜਾਂਦੀ ਹੈ ਜੋ ਸਿਸਟਮ ਨੇ ਡਾਕਟਰ ਜੀ ਨੇ ਸਿਸਟਮ ਆਪਣਾ ਅਰੇਂਜ ਕੀਤਾ ਹੈ। ਕੋਸ਼ਿਸ਼ ਕਰੋ ਅਸੀਂ ਉਹ ਸਿਸਟਮ ਨੂੰ ਫੋਲੋ ਕਰੀਏ ਤਾਂ ਕਿ ਸਿਸਟਮ ਦੇ ਨਾਲ ਜਾਸਤੀ ਪੇਸ਼ੈਂਟ ਡਾਕਟਰ ਜੀ ਡੀਲ ਕਰ ਸਕਣਗੇ। ਡਾਕਟਰ ਜੀ ਅੱਜ ਕੀ ਮੁੱਦਾ ਹੈਗਾ, ਕਿਹਦੇ 'ਤੇ ਗੱਲ ਕਰਨੀ ਹੈ? ਅੱਜ ਦਾ ਮੁੱਦਾ ਹੈਗਾ ਜੀ ਸਾਇਟਿਕਾ। ਹਾਂਜੀ ਸਾਇਟਿਕਾ ਹੁੰਦਾ ਹੈ ਵੀ ਇੱਕ ਸਾਇਟਿਕ ਨਰਵ ਆ। ਪਹਿਲਾਂ ਆਪਾਂ ਥੋੜ੍ਹਾ ਜਿਹਾ ਨਰਵਸ ਸਿਸਟਮ ਬਾਰੇ ਦੱਸਦੇ ਹਾਂ ਕੀ ਚੀਜ਼ ਆ। ਅਤੇ ਇੱਕ ਐਗਜ਼ਾਮਪਲ ਦਿੰਦਾ ਮੈਂ, ਜਿੱਦਾਂ ਵੀ ਘਰ ਵਿੱਚ ਤੁਹਾਡੀ ਇਲੈਕਟ੍ਰੀਸਿਟੀ ਦੀਆਂ ਤਾਰਾਂ ਆ,
ਤੇ ਉਹ ਹਰੇਕ ਰੂਮ ਵਿੱਚ ਤਾਰ ਜਿੱਥੇ ਲਾਈਟ ਦੀ ਆ ਉਹ ਕਨੈਕਸ਼ਨ ਹੁੰਦਾ ਹੈ ਫਿਊਜ਼ ਬਾਕਸ ਦੇ ਨਾਲ। ਫੀਸ ਬਾਕਸ ਹਾਂਜੀ, ਦੇ ਸੋ ਉਹ ਸਾਰੀਆਂ ਤਾਰਾਂ ਉੱਥੇ ਮਿਲਦੀਆਂ ਜਾ ਕੇ। ਇਸੇ ਤਰ੍ਹਾਂ ਤੇ ਸਾਡੀ ਬਾਡੀ ਵਿੱਚ ਨਾੜੀਆਂ ਹੈਗੀਆਂ ਨਰਵਸ ਸਿਸਟਮ ਦੀਆਂ, ਤੇ ਹਰੇਕ ਔਰਗਨ ਵਿੱਚ ਹਰੇਕ ਪਾਰਟ ਵਿੱਚ ਨਾੜੀਆਂ ਆ ਨਰਵਸ ਸਿਸਟਮ ਦੀਆਂ, ਤੇ ਉਹ ਜਾ ਕੇ ਬ੍ਰੇਨ ਵਿੱਚ ਮਿਲਦੀਆਂ। ਫਿਊਜ਼ ਬਾਕਸ। ਫਿਊਜ਼ ਬਾਕਸ ਸਾਡਾ, ਹਾਂਜੀ, ਬ੍ਰੇਨ ਆ, ਹਾਂਜੀ, ਉੱਥੇ ਜਾ ਕੇ ਮਿਲਦੀਆਂ। ਕਿਆ ਕਮਾਲ ਦੀ ਗੱਲ ਡਾਕਟਰ, ਦੇਖੋ ਉਹੀ ਚੀਜ਼ ਸਿਸਟਮ ਆ, ਤੁਸੀਂ ਬੜਾ ਅੱਛਾ ਐਗਜ਼ਾਮਪਲ ਦਿੱਤਾ। ਹਾਂਜੀ। ਤੇ ਉਹ ਬ੍ਰੇਨ ਜਿਹੜਾ ਹੈ ਫਿਰ ਉਹ ਨਾੜਾਂ ਦੇ ਥਰੂ ਤੁਹਾਡੇ ਮਸਲਸ ਨੂੰ, ਅੰਗਾਂ ਨੂੰ ਕੰਟਰੋਲ ਕਰਦਾ, ਆਰਗਨਸ ਨੂੰ ਕੰਟਰੋਲ ਕਰਦਾ ਆ, ਤੇ ਫੀਡਬੈਕ ਵੀ ਬ੍ਰੇਨ ਨੂੰ ਉਹ ਨਾੜੀਆਂ ਦੇ ਥਰੂ ਹੀ ਮਿਲਦਾ ਆ। ਹਾਂਜੀ, ਸੋ ਤੁਸੀਂ ਕਿਤੇ ਜਿੱਥੇ ਹੱਥ ਲਾਉਂਦੇ ਆ ਉੱਥੇ ਜਾਂ ਕੋਈ ਸੌਫਟ ਆ ਜਾਂ ਹਾਰਡ ਆ, ਜਿੱਦਾਂ ਵੀ ਹੈਗਾ ਆ, ਉਹ ਫੀਲਿੰਗ ਤੁਹਾਨੂੰ ਉਂਗਲਾਂ ਦੇ ਥਰੂ, ਨਰਵਸ ਦੇ ਥਰੂ ਜਾ ਕੇ ਬ੍ਰੇਨ ਨੂੰ ਇਨਫੋਰਮੇਸ਼ਨ ਮਿਲਦੀ ਸਾਰੀ। ਡਾਕਟਰ ਤੁਸੀਂ ਬੜੀ ਕਮਾਲ ਦੀ ਗੱਲ ਕਰਦੇ, ਮੈਂ ਸਟਾਪ ਨਹੀਂ, ਨਾਲ ਦੀ ਨਾਲ ਮੈਨੂੰ ਗੱਲ ਯਾਦ ਆਉਂਦੀ ਹੈ। ਅਗਰ ਜਿੱਦਾਂ ਤੁਹਾਡੇ ਪੈਰ ਤੇ ਅੰਗੂਠੇ ਤੇ ਕੁਝ ਹੋਇਆ, ਕਿਤੇ ਵੀ ਹੋਇਆ, ਸਪਲਿਟ ਸੈਕਿੰਡ ਦੇ ਵਿੱਚ ਮੈਸੇਜ ਤੁਹਾਡੇ ਬ੍ਰੇਨ ਨੂੰ ਪਹੁੰਚਦਾ ਕਿ ਕੋਈ ਤਕਲੀਫ ਹੋਈ ਹੈ। ਹਾਂ, ਬਿਲਕੁਲ, ਉਸੇ ਸੈਕਿੰਡ ਦੇ ਵਿੱਚ। ਹਾਂਜੀ, ਸੋ ਇੰਨੀ ਤੇਜ਼ ਹੀ ਆ ਇਹ, ਇੰਨੀ ਤੇਜ਼ ਹੈ, ਇੰਨੀ ਕਿ ਉੱਥੇ ਪਹਿਲਾਂ ਸੱਟ ਲੱਗ ਗਈ ਤੇ ਬਾਅਦ ਵਿੱਚ ਤੁਹਾਨੂੰ ਫੀਲ ਹੁੰਦਾ ਦੈਟਸ ਹੋਗਾ। ਰਾਈਟ, ਸੋ ਫੋਨ ਲਾਈਨ ਨਾਲੋਂ ਵੀ ਜ਼ਿਆਦਾ ਤੇਜ਼ ਫੋਨ ਹੈ ਜੀ। ਇਹ ਰੱਬ ਦੀ ਟੈਕਨੋਲੋਜੀ ਹੈ ਨਾ। ਦੈਟਸ ਰਾਈਟ, ਰੱਬ ਦੀ ਟੈਕਨੋਲੋਜੀ। ਰੱਬ ਦੀ ਟੈਕਨੋਲੋਜੀ। ਹਾਂਜੀ, ਹਾਂਜੀ, ਯਾ। ਸੋ ਇੱਕ ਖਾਸ ਨਾੜ ਆ ਜਿਹੜੀ ਸਪਾਈਨ ਤੋਂ ਬੈਕ ਤੋਂ ਆਉਂਦੀ ਆ, ਤੇ ਉਹ ਲੱਤ ਵਿੱਚ ਹੀ ਜਾ ਕੇ ਪਿਛਲੇ ਪਾਸੇ ਦੀ ਬਟਕਸ ਤੇ ਬੈਕ ਆਫ ਦਾ ਲੈਗ ਜਾ ਕੇ ਤੇ ਐਨ ਪੈਰਾਂ ਦੇ ਉਂਗਲਾਂ ਤੱਕ ਪਹੁੰਚਦੀ ਆ, ਤੇ ਉਹਨੂੰ ਸਾਇਟਿਕ ਨਰਵ ਕਹਿੰਦੇ ਆ। ਸਾਇਟਿਕ ਨਰਵ, ਹਾਂਜੀ, ਦੈਟਸ ਰਾਈਟ। ਸੋ ਕਈ ਵਾਰੀ ਇੱਥੇ ਇਹਦੇ ਵਿੱਚ ਪ੍ਰੋਬਲਮ ਆ ਜਾਂਦਾ, ਕਾਫੀ ਕਾਮਨ ਆ ਇਹ, ਤੇ ਉਹਦੇ ਵਿੱਚ ਜਾਂ ਤਾਂ ਉਹ ਸਪਾਈਨ ਦੇ ਵਿੱਚ ਜਿਹੜੇ ਮਣਕੇ ਆ ਤੇ ਉਹਦੇ ਵਿੱਚ ਹੀ ਲੰਘ ਕੇ ਆਉਂਦੀ ਇਹ ਨਾਲ। ਹਾਂਜੀ, ਤੇ ਆਪਾਂ ਪਿਕਚਰ ਹੋ ਗਈ ਆ ਤੇ ਆਪੇ ਅੱਛਾ, ਉਹ ਵਾਲੀ, ਹਾਂਜੀ, ਹਾਂਜੀ, ਪਿਕਚਰ ਤੇ ਦੇਖ ਸਕਦੇ ਆ। ਤੇ ਇਹ ਜਿਹੜੀ ਪੀਲੇ ਰੰਗ ਦੀ ਹੈਗੀ ਆ ਨਰਵ, ਤੁਸੀਂ ਦੇਖ ਸਕਦੇ ਆ, ਐਗਜ਼ੈਕਟਲੀ ਬੈਕ ਤੋਂ ਦੋਨੇ ਲੱਤਾਂ ਵਿੱਚ ਆਉਂਦੀ ਆ, ਤੇ ਮੋਟੀ ਜਿਹੜੀ ਨਰਵ ਆ ਇਹ ਹੈ ਸਾਇਟਿਕ ਨਰਵ, ਤੇ ਐਨ ਬੈਕ ਤੇ ਜਾ ਕੇ ਸਾਰੀਆਂ ਲੱਤਾਂ ਐਨ ਪੈਰਾਂ ਤੇ ਪਹੁੰਚਦੀ ਹੈਗੀ। ਹਾਂਜੀ, ਸੋ ਬਹੁਤ ਹੀ ਇੰਪੋਰਟੈਂਟ ਨਰਵ ਆ ਇਹ, ਤੇ ਇਹਦੇ ਵਿੱਚ ਜ਼ਿਆਦਾ ਪ੍ਰੋਬਲਮ ਆਉਂਦਾ ਆ। ਤੇ ਜਾਂ ਤਾਂ ਫਿਰ ਜਿਹੜੇ ਬੈਕ ਦੇ ਜਿੱਦਾਂ ਆਪਾਂ ਸਪਾਈਨ ਦੇ ਮਣਕੇ ਹੈਗੇ ਆ, ਤੇ ਉਹਦੇ ਵਿੱਚ ਕੋਈ ਪ੍ਰੋਬਲਮ ਆ ਜਾਂਦਾ ਆ, ਤੇ ਉਹਦੇ ਨਾਲ ਉਹ ਨਰਵ ਜਿਹੜੀ ਘੁੱਟੀ ਜਾਂਦੀ ਆ। ਹਾਂਜੀ, ਜਦੋਂ ਉੱਤੇ ਪ੍ਰੈਸ਼ਰ ਪੈਂਦਾ ਆ ਤੇ ਫਿਰ ਉਹਦੇ ਵਿੱਚ ਜਾਂ ਤਾਂ ਤੁਹਾਨੂੰ ਟਿੰਗਲਿੰਗ ਫੀਲਿੰਗ ਆਉਂਦਾ ਹੈ, ਜਿੱਦਾਂ ਵੀ ਕੀੜੀਆਂ ਚੱਲਦੀਆਂ ਹੁੰਦੀਆਂ ਵਿੱਚ। ਕਈ ਬਹੁਤ ਲੋਕਾਂ ਨੂੰ ਬੜੀ ਸ਼ਿਕਾਇਤ ਹੈ ਚੀਜ਼ ਦੀ। ਹਾਂ, ਦੈਟਸ ਰਾਈਟ। ਜਾਂ ਦਰਦ ਪੈਂਦਾ ਆ, ਹਾਂਜੀ, ਜਾਂ ਸੁੰਨਾ ਰਹਿੰਦਾ ਆ ਪੈਰ। ਹਾਂਜੀ, ਸੋ ਇੱਦਾਂ ਦੇ ਸਿੰਪਟਮ ਆਉਂਦੇ ਆ, ਤੇ ਤਕਲੀਫ ਵੀ ਕਾਫੀ ਹੁੰਦੀ ਹੈ ਇਹਨਾਂ ਲੋਕਾਂ ਨੂੰ। ਤੇ ਇਹਦੀ ਵਜ੍ਹਾ ਕਈ ਵਜ੍ਹਾ ਬਣ ਜਾਂਦੀਆਂ ਇਹਦੀਆਂ। ਤੇ ਇੱਕ ਤਾਂ ਹੁੰਦਾ ਜਿਹਨੂੰ ਆਪਾਂ ਸਲਿਪ ਡਿਸਕ ਕਹਿ ਦਿੰਦੇ ਆ। ਸਲਿਪ ਡਿਸਕ ਇੱਦਾਂ ਹੁੰਦਾ, ਐਕਚੁਅਲੀ ਉਹ ਸਲਿਪ ਡਿਸਕ ਨਹੀਂ ਹੁੰਦਾ ਹੈਗਾ, ਤੇ ਜਿਹੜੇ ਵਰਟੀਬਰਾ ਆ, ਸਪਾਈਨ ਦੇ ਮਣਕੇ ਆ, ਉਹਨਾਂ ਦੇ ਵਿਚਾਲੇ ਥੋੜ੍ਹਾ ਜਿਹਾ ਕੁਸ਼ਨਿੰਗ ਹੁੰਦਾ ਆ, ਤੇ ਬੋਲ ਜਿਹਾ ਹੁੰਦਾ, ਉਹਦੇ ਵਿੱਚ ਜੈਲ ਭਰਿਆ ਹੁੰਦਾ, ਤੇ ਉਹ ਕਈ ਵਾਰੀ ਇੱਦਾਂ ਭਾਰੇ ਕੰਮ ਕਰਨ ਨਾਲ ਜਾਂ ਸੱਟ ਲੱਗਣ ਦੇ ਨਾਲ ਉਹ ਫਟ ਜਾਂਦਾ ਆ, ਤੇ ਉਹਦੇ ਵਿੱਚੋਂ ਜੈਲ ਬਾਹਰ ਨੂੰ ਆ ਜਾਂਦਾ ਹੈ। ਤੇ ਇਸ ਕਰਕੇ ਫਿਰ ਉਹ ਜਿਹੜੀ ਸਾਇਟਿਕ ਨਰਵ ਆ ਉਹਦੇ ਉੱਤੇ ਪ੍ਰੈਸ਼ਰ ਪੈਣ ਲੱਗ ਪੈਂਦਾ ਹੈ। ਫਿਰ ਬੋਨਸ ਨੂੰ ਬੋਲ ਲੱਗਦੀ ਹੈ ਨਾ। ਹਾਂਜੀ, ਦੈਟਸ ਰਾਈਟ, ਪ੍ਰੈਸ਼ਰ ਦੇ ਨਾਲ ਪ੍ਰੋਬਲਮ ਆਉਂਦਾ ਹੈ। ਤੇ ਕਈ ਵਾਰੀ ਜਿਹੜੇ ਵਰਟੀਬਰਾ ਆ ਉਹ ਸਲਿਪ ਹੋ ਜਾਂਦੇ ਆ, ਹਾਂਜੀ, ਤਾਂ ਆਊਟ ਆਫ ਪਲੇਸ ਹੋ ਜਾਂਦੇ ਆ, ਉਹਦੇ ਨਾਲ ਫਿਰ ਉਹ ਪ੍ਰੈਸ਼ਰ ਪੈਣ ਲੱਗ ਪੈਂਦਾ ਨਾੜ ਦੇ ਉੱਤੇ। ਤੇ ਕਈ ਵਾਰੀ ਇੰਜਰੀ ਹੋ ਜਾਂਦੀ ਹੈ, ਸਪੋਰਟਸ ਜਿਹੜੇ ਖੇਡਦੇ ਆ ਉਹਨਾਂ ਦੀ ਖਾਸ ਕਰਕੇ ਇੰਜਰੀ ਹੋ ਜਾਂਦੀ ਆ। ਤੇ ਜਾਂ ਕਿ ਕੰਸਟਰਕਸ਼ਨ ਵਾਲੇ ਕੰਮ, ਭਾਰਾ ਕੰਮ ਕੋਈ ਕਰਦੇ ਆ, ਤੇ ਉਹ ਕੋਈ ਭਾਰੀਆਂ ਚੀਜ਼ਾਂ ਚੁੱਕਣੀਆਂ ਪੈਂਦੀਆਂ, ਉਹਦੇ ਨਾਲ ਵੀ ਡੈਮੇਜ ਹੋ ਜਾਂਦਾ ਬੈਕ। ਤੇ ਉਹ ਫਿਰ ਇਹੀ ਵਜ੍ਹਾ ਹੁੰਦੀ ਪਈ, ਉਹ ਨਰਵ ਜਿਹੜੀ ਆ ਉਹ 'ਤੇ ਪ੍ਰੈਸ਼ਰ ਪੈਂਦਾ ਹੈ, ਤੇ ਥੋੜ੍ਹੀ ਜਿਹੀ ਡੈਮੇਜ ਹੋਣ ਲੱਗ ਪੈਂਦੀ ਆ, ਤੇ ਫਿਰ ਇੱਦਾਂ ਦੇ ਸਿੰਪਟਮ ਆਉਂਦੇ ਜਿੱਦਾਂ ਆਪਾਂ ਦੱਸੇ ਆ। ਪਰ ਡਾਕਟਰ ਜਿੱਦਾਂ ਹਾਰਟ ਦੀ ਤੁਸੀਂ ਗੱਲ ਕਰੋ, ਜਦੋਂ ਆਰਟਰੀ ਬਲੌਕ ਹੁੰਦੀ ਹੈ, ਉਹ ਖਾਲੇ ਕਰਕੇ ਹੁੰਦੀ ਹੈ, ਸਾਡੀ ਡਾਈਟ ਤੇ ਡਿਪੈਂਡ ਕਰਦਾ ਹੈ। ਇਹ ਹੁਣ ਜਿਹੜੇ ਲੱਤਾਂ ਤੱਕ ਜਾਂਦੀਆਂ, ਜਿੱਦਾਂ ਤੁਸੀਂ ਵੇਵਜ਼ ਵਗੈਰਾ ਦਿਖਾਈਆਂ ਨੇ, ਇਹ ਇੱਕ ਨੈਰੋ ਕਿਉਂ ਹੋ ਜਾਂਦੀ ਹੈ? ਕੋਈ ਇਹਦਾ ਕੀ ਮਕਸਦ ਕੀ ਹੁੰਦਾ ਇਹਦਾ? ਹਾਂਜੀ, ਸੋ ਇੱਕ ਤਾਂ ਹੁੰਦਾ ਵੀ ਜਿੱਦਾਂ ਜਨਰਲ ਹੈਲਥ, ਜਿੱਦਾਂ ਤੁਸੀਂ ਸਿਆਣੇ ਹੋਈ ਜਾਂਦੇ ਆ, ਜਨਰਲ ਹੈਲਥ ਤੁਹਾਡੀ ਡਾਊਨ ਹੋਈ ਜਾਂਦੀ ਆ, ਤੇ ਤੁਹਾਨੂੰ ਬਾਡੀ ਵੀ ਕਹਿੰਦੇ ਵੀ ਥੋੜ੍ਹੀ ਜਿਹੀ ਸ਼ਰਿੰਕ ਹੋਣ ਲੱਗ ਪੈਂਦੀ ਆ। ਹਾਂਜੀ, ਇਟ ਡਜ਼, ਹੈ ਨਾ? ਹਾਂ, ਦੈਟਸ ਰਾਈਟ। ਤੇ ਉਹ ਫਿਰ ਜਿਹੜੀ ਸਪਾਈਨ ਆ, ਤੇ ਉਹਦੇ ਵਿੱਚ ਹੀ, ਸਪਾਈਨਲ ਕੋਰਡ ਦੇ ਵਿੱਚ ਹੀ ਸਾਰੀਆਂ ਨਾੜਾਂ ਲੰਘਦੀਆਂ ਆ, ਤੇ ਉਹ ਜਦੋਂ ਥੋੜ੍ਹੀ ਸ਼ਰਿੰਕ ਹੋ ਜਾਂਦੀ ਆ, ਉਹਦੇ ਨਾਲ ਵੀ ਫਿਰ ਪ੍ਰੈਸ਼ਰ ਉੱਤੇ ਪੈਂਦਾ ਆ। ਤੇ ਬਾਕੀ ਆਰਥਰਾਈਟਿਸ ਹੋ ਜਾਂਦਾ ਕਈ ਨੂੰ ਬੈਕ ਦੇ ਵਿੱਚ, ਆਰਥਰਾਈਟਿਸ ਦੇ ਨਾਲ ਤੁਹਾਨੂੰ ਪਤਾ ਸੋਜ ਪੈ ਜਾਂਦੀ ਆ, ਤੇ ਜਾਂ ਫਿਰ ਡਿਟੀਰੀਓਰੇਸ਼ਨ ਹੋ ਜਾਂਦਾ, ਡੀਜਨਰੇਸ਼ਨ ਹੋ ਜਾਂਦੀ ਆ, ਉਹਦੇ ਨਾਲ ਵੀ ਫਿਰ ਉਹ ਪ੍ਰੈਸ ਹੋ ਜਾਂਦੀ ਨਰਵ। ਸੋ ਇੱਦਾਂ ਦੀਆਂ ਵਜ੍ਹਾ ਹੈਗੀਆਂ ਜਿਹਦੇ ਨਾਲ ਉਹ ਪ੍ਰੋਬਲਮ ਆਉਂਦਾ ਆ। ਤੇ ਉਹ ਫਿਰ ਤੁਸੀਂ ਦੇਖਦੇ ਵੀ ਜਦੋਂ ਵੀ ਤੁਸੀਂ ਇੱਕ ਥਾਂ ਬੈਠੇ ਆ, ਫਿਰ ਤਾਂ ਇਜ਼ ਨੋਟ ਟੂ ਬੈਡ, ਹਾਂਜੀ, ਤੁਸੀਂ ਸਹਿ ਲੈਂਦੇ ਆ, ਕੋਈ ਬਾਹਲਾ ਪ੍ਰੋਬਲਮ ਨਹੀਂ ਆਉਂਦਾ। ਪਰ ਜਦੋਂ ਤੁਸੀਂ ਉੱਠ ਕੇ ਤੁਰਨ ਲੱਗਦੇ ਆ,
ਤਾਂ ਫਿਰ ਤਕਲੀਫ ਕਾਫੀ ਹੁੰਦੀ ਆ ਤੇ ਜਾਂ ਛਿੱਕ ਮਾਰਦੇ ਆ ਜਾਂ ਖੰਘਦੇ ਆ ਉਹਦੇ ਨਾਲ ਵੀ ਤਕਲੀਫ ਹੋ ਸਕਦੀ ਆ ਤੇ ਫਿਰ ਲੱਤਾਂ ਨੂੰ ਕਮਜ਼ੋਰੀ ਮਹਿਸੂਸ ਹੋਣ ਲੱਗ ਪੈਂਦੀ ਆ ਹਾਂਜੀ ਤੇ ਕਾਫੀ ਤੰਗ ਹੁੰਦੇ ਲੋਕੀ ਜਿਹਨਾਂ ਨੂੰ ਕਈ ਲੋਕ ਅੱਗੇ ਬੜੀ ਕੰਪਲੇਂਟ ਕਰਦੇ ਕਿ ਰਾਤ ਨੂੰ ਸਪੈਸ਼ਲੀ ਜਦੋਂ ਸੌਂਦੇ ਆ ਲੱਤਾਂ 'ਚ ਬਹੁਤ ਪੇਨ ਹੁੰਦੀ ਹੈ ਦ ਹੋਲ ਲੈਗਸ ਫਰਮ ਹਿਪ ਤੋਂ ਲੈ ਕੇ ਥੱਲੇ ਤੱਕ ਹਾਂਜੀ ਹਾਂਜੀ ਉਹ ਕੁਝ ਅਲੱਗ ਪ੍ਰੋਬਲਮ ਆ ਉਹਨਾਂ ਦੇ ਜ਼ਿਆਦਾ ਹੁੰਦਾ ਹੈ ਨਰਵ ਡੈਮੇਜ ਹੋਈ ਹੁੰਦੀ ਉਹਨਾਂ ਦੇ ਹਾਂਜੀ ਤੇ ਉਹ ਜ਼ਿਆਦਾ ਜਿਹਨਾਂ ਡਾਇਬੀਟਿਸ ਪ੍ਰੋਬਲਮ ਆ ਸਰਕੂਲੇਸ਼ਨ ਦੇ ਪ੍ਰੋਬਲਮ ਆ ਤੇ ਉਹਨਾਂ ਦੇ ਜ਼ਿਆਦਾ ਪ੍ਰੋਬਲਮ ਰਾਤ ਨੂੰ ਆਉਂਦੀ ਆ ਤੇ ਉਹਨਾਂ ਦੀਆਂ ਲੱਤਾਂ ਵਿੱਚ ਸਾੜ ਲੱਗਣ ਲੱਗ ਪੈਂਦਾ ਜਾਂ ਪੈਰਾਂ ਦੇ ਤਲੀਆਂ ਵਿੱਚ ਸਾੜ ਲੱਗਣ ਲੱਗ ਪੈਂਦਾ ਆ ਤੇ ਉਹ ਅਲੱਗ ਵਜ੍ਹਾ ਹੈਗੀ ਆ ਤੇ ਇਹ ਹੈਗੀ ਆ ਵੀ ਜ਼ਿਆਦਾ ਇੱਦਾਂ ਨਰਵ ਤੇ ਪ੍ਰੈਸ਼ਰ ਪੈਣ ਦੇ ਨਾਲ ਉਹ ਪ੍ਰੋਬਲਮ ਆਉਂਦੇ ਆ ਤੇ ਜੇ ਤਾਂ ਹੁਣ ਹੋ ਗਿਆ ਵੀ ਪਈ ਜਿਹੜਾ ਵਰਟੀਬਰਾ ਮਣਕਾ ਹਿੱਲਿਆ ਥੋੜ੍ਹਾ ਜਿਹਾ ਤੇ ਤੁਸੀਂ ਆਸਟੀਓਪੈਥ ਜਾਂ ਕਾਇਰੋਪ੍ਰੈਕਟਰ ਦੇ ਜਾ ਕੇ ਉਹਨੂੰ ਮੈਨੀਪੂਲੇਟ ਕਰਾ ਸਕਦੇ ਆ ਹਾਂਜੀ ਤੇ ਉਹ ਥੋੜ੍ਹੇ ਸੈਸ਼ਨਸ ਦੇ ਵਿੱਚ ਉਹ ਤੁਹਾਡੇ ਵਰਟੀਬਰਾ ਜਿਹੜੇ ਸੈੱਟ ਕਰ ਦਿੰਦੇ ਆ ਥਾਂ ਵਿੱਚ ਆ ਜਾਂਦੇ ਆ ਤੇ ਉਹ ਫਿਰ ਪ੍ਰੈਸ਼ਰ ਨਾੜ ਤੇ ਪੈਣ ਤੋਂ ਹਟ ਜਾਂਦਾ ਸੋ ਕਈ ਕੇਸ ਇੱਦਾਂ ਠੀਕ ਹੋ ਜਾਂਦੇ ਆ ਹਾਂਜੀ ਤੇ ਕਈ ਕੇਸ ਅਸੀਂ ਦੇਖੇ ਆ ਸਾਡੇ ਐਕਸਪੀਰੀਅੰਸ ਤਜਰਬਾ ਹੋਇਆ ਪਈ ਉਹ ਕਹਿੰਦੇ ਵੀ ਜਦੋਂ ਅਸੀਂ ਸੇਕ ਦਿੰਦੇ ਆ ਤਾਂ ਅਸੀਂ ਬੈਟਰ ਫੀਲ ਕਰਦੇ ਆ ਸੋ ਜਿੱਥੇ ਇਹ ਸਿੰਪਟਮ ਆਉਂਦਾ ਹੈ ਉੱਥੇ ਸਾਡੇ ਕੋਲ ਵਧੀਆ ਦਵਾਈ ਹੈਗੀ ਆ ਤੇ ਅਸੀਂ ਦੇਖਿਆ ਵੀ ਇਹ ਕੇਸ ਠੀਕ ਹੋ ਜਾਂਦੇ ਆ ਅੱਛਾ ਉਹਦੇ ਨਾਲ ਠੀਕ ਹੁੰਦੇ ਹਾਂ ਉਹਦੇ ਨਾਲ ਠੀਕ ਹੋ ਜਾਂਦੇ ਆ ਹਾਂਜੀ ਦੈਟਸ ਰਾਈਟ ਸੋ ਇਹ ਮੈਂ ਅੰਦਾਜ਼ਾ ਹੈ ਮੇਰਾ ਵੀ ਇੱਥੇ ਇਹ ਇੰਨੀ ਇੰਜਰੀ ਨਹੀਂ ਹੋਈ ਹੁੰਦੀ ਪਰ ਉਹ ਸੋਜ ਪਈ ਹੁੰਦੀ ਆ ਹਾਂ ਤੇ ਉਹ ਫਿਰ ਹੋਮਿਓਪੈਥੀ ਦਵਾਈ ਨਾਲ ਸੋਜ ਘਟ ਜਾਂਦੀ ਆ ਤੇ ਆਰਾਮ ਆ ਜਾਂਦਾ ਆ ਤੇ ਜਿਹੜੇ ਕ੍ਰੋਨਿਕ ਜ਼ਿਆਦਾ ਲੰਮੇ ਕੇਸ ਹੋ ਜਾਂਦੇ ਆ ਉਹ ਪ੍ਰੋਬਲਮ ਆਉਂਦਾ ਆ ਜਿਹੜੇ ਰੀਸੈਂਟ ਕੇਸ ਆ ਉਹ ਜਲਦੀ ਠੀਕ ਹੋ ਜਾਂਦੇ ਆ ਪਰ ਡਾਕਟਰ ਤੁਸੀਂ ਕਹਿੰਦੇ ਹੋ ਕਿ ਸੇਕ ਨਾਲ ਥੋੜਾ ਫਰਕ ਪੈ ਜਾਂਦਾ ਵੈਦਰ ਨਾਲ ਫਰਕ ਪੈਂਦਾ ਵਿੰਟਰ ਸਮਰ ਦੇ ਵਿੱਚ ਵੀ ਤਾਂ ਹੋਏਗਾ ਫਰਕ ਹਾਂਜੀ ਇਦਾਂ ਵੀ ਹੋ ਜਾਂਦਾ ਵੀ ਠੰਡ ਵਿੱਚ ਜ਼ਿਆਦਾ ਮਹਿਸੂਸ ਕਰਦੇ ਆ ਦੈਟਸ ਰਾਈਟ ਪਰ ਇਹ ਖਾਸ ਲੋਕਾਂ ਨੇ ਸਾਨੂੰ ਦੱਸਿਆ ਵੀ ਜਦੋਂ ਅਸੀਂ ਕੋਈ ਸੇਕ ਲਾਈਦਾ ਉੱਤੇ ਹਨਾ ਤੇ ਵਾਰਮਥ ਲਾਈਦਾ ਹੈ ਤੇ ਉਹ ਬੈਟਰ ਫੀਲ ਕਰਦੇ ਆ ਹਾਂਜੀ ਸੋ ਦੈਟਸ ਵੈਰੀ ਗੁੱਡ ਸਿੰਪਟਮ ਟੂ ਗੋ ਔਨ ਤੇ ਖਾਸ ਦਵਾਈ ਸਾਡੇ ਕੋਲ ਹੈਗੀ ਜਿਹੜੀ ਸਿੰਪਟਮ ਫਿਟ ਕਰਦੀ ਆ ਤੇ ਉਹਨਾਂ ਨੂੰ ਕਾਫੀ ਆਰਾਮ ਆ ਜਾਂਦਾ ਉਹਨਾਂ ਲੋਕਾਂ ਨੂੰ ਡਾਕਟਰ ਜਦੋਂ ਤੁਸੀਂ ਆਮ ਡਾਕਟਰ ਕਹਿ ਦਿੰਦੇ ਨੇ ਪਤਾ ਨਹੀਂ ਕਿੱਥੋਂ ਲਫ਼ਜ਼ ਹੋਇਆ ਵੇਅਰ ਐਂਡ ਟੇਅਰ ਇਹ ਲਫ਼ਜ਼ ਇਹ ਟਰੂ ਹੈਗਾ ਹੁੰਦਾ ਵੇਅਰ ਐਂਡ ਟੇਅਰ ਹੁੰਦਾ ਬਿਕੋਜ਼ ਤੁਸੀਂ ਤਾਂ ਉੱਦਾਂ ਬੋਡੀ ਓਕੇ ਕਈ ਲੋਕ ਬਹੁਤ ਹਾਰਡ ਵਰਕ ਕਰਦੇ ਨੇ ਆਮ ਸ਼ੋਰ ਬਹੁਤ ਲੋਕ ਮਿਸਯੂਜ਼ ਵੀ ਕਰਦੇ ਨੇ ਬੋਡੀ ਨੂੰ ਮਿਸਯੂਜ਼ ਇਨ ਅ ਸੈਂਸ ਕਿ ਉਹਨੂੰ ਪ੍ਰੋਪਰ ਚੌਲਾ ਨਹੀਂ ਪ੍ਰੋਪਰ ਆਰਾਮ ਨਹੀਂ ਦੇਣਾ ਪ੍ਰੋਪਰ ਖੁਰਾਕ ਨਹੀਂ ਦੇਣੀ ਉਹਨੂੰ ਕਿ ਜਿੱਦਾਂ ਤੁਸੀਂ ਲੋਕ ਘਰਾਂ ਦੇ ਉੱਪਰ ਇੰਨਾ ਟਾਈਮ ਸਪੈਂਡ ਕਰਦੇ ਨੇ ਆਪਣੇ ਬੋਡੀ ਤੇ ਨਹੀਂ ਕਰਦੇ ਹਾਂ ਦੈਟਸ ਟਰੂ ਹਾਂਜੀ ਸੋ ਇੱਕ ਥੋੜ੍ਹਾ ਜਿਹਾ ਹੈਗਾ ਵੀ ਨੈਚੁਰਲ ਏਜਿੰਗ ਪ੍ਰੋਸੈਸ ਹੈਗਾ ਆ ਤੇ ਪਰ ਜਿਹੜਾ ਜੀਪੀ ਕਹਿ ਦਿੰਦੇ ਵੇਅਰ ਐਂਡ ਟੇਅਰ ਹਰੇਕ ਚੀਜ਼ ਨੂੰ ਇਹ ਇੱਕ ਐਕਸਕਿਊਜ਼ ਹੈ ਉਹਨਾਂ ਕੋਲ ਐਕਸਕਿਊਜ਼ ਸਮਝ ਲੱਗ ਗਿਆ ਨਾ ਵੇਅਰ ਐਂਡ ਟੇਅਰ ਫਿਰ ਬੰਦਾ ਸੋਚਣ ਲੱਗਦਾ ਮੈਂ ਵੇਅਰ ਐਂਡ ਟੇਅਰ ਮੈਂ ਕਹਿੰਦਾ ਉੱਥੇ ਗੱਡੇ ਖਿੱਚੇ ਨੇ ਜਾਂ ਮੈਂ ਕੋਈ ਮਾਲ ਚੁੱਕਿਆ ਯੂ ਨੋ ਦੈਟਸ ਰਾਈਟ ਇੱਕ ਐਕਸਕਿਊਜ਼ ਹੈ ਵੀ ਜਦੋਂ ਹੋਰ ਕੋਈ ਨਹੀਂ ਹਿੱਲਾ ਹੁੰਦਾ ਤਾਂ ਕਹਿੰਦੇ ਜੀ ਵੇਅਰ ਐਂਡ ਟੇਅਰ ਹੋ ਗਿਆ ਤੇ ਕਈ ਕੇਸ ਅਸੀਂ ਠੀਕ ਕੀਤੇ ਆ ਜਿਨ੍ਹਾਂ ਨੂੰ ਇੱਦਾਂ ਦੱਸਿਆ ਸੀ ਵੀ ਤੁਹਾਨੂੰ ਵੇਅਰ ਐਂਡ ਟੇਅਰ ਆ ਤੇ ਉਹ ਕਹਿੰਦੇ ਵੀ ਹੁਣ ਮੈਨੂੰ ਜੀਪੀ ਦੱਸੇ ਵੀ ਵੇਅਰ ਐਂਡ ਟੇਅਰ ਕਿੱਥੇ ਗਿਆ ਹੁਣ ਸਾਡਾ ਹਾਂਜੀ ਪਰ ਡਾਕਟਰ ਜੀ ਇੱਕ ਨਾ ਤੁਸੀਂ ਅਸੀਂ ਕਰਦੇ ਵੀ ਲੋਕ ਨਾ ਪਤਾ ਨਹੀਂ ਇਨਸਾਨ ਦੀ ਫਿਤਰਤ ਤਾਂ ਤੁਸੀਂ ਆਪਣੇ ਬਾਰੇ ਨਹੀਂ ਸੋਚਦੇ ਜਿੱਦਾਂ ਤੁਸੀਂ ਦੱਸਿਆ ਕਿ ਜਿੱਦਾਂ ਬ੍ਰੇਨ ਬਾਕਸ ਹੈਗਾ ਹੈ ਉਹਦਾ ਫਿਊਜ਼ ਬਾਕਸ ਹੈਗਾ ਤੁਹਾਡਾ ਹਾਰਟ ਹੈਗਾ ਜਿੱਦਾਂ ਪੈਟਰੋਲ ਦਾ ਪੰਪ ਹੁੰਦਾ ਜਿਹੜੀ ਬੋਡੀ ਹੈ ਇੱਕ ਜਿੱਦਾਂ ਕਾਰ ਚੱਲਦੀ ਹੈ ਇਹ ਤਕਰੀਬਨ ਉਹੀ ਹਿਸਾਬ ਹੁੰਦਾ ਇਹਦਾ ਹਾਂਜੀ ਤਕਰੀਬਨ ਹਾਂ ਇਦਾਂ ਇਹ ਮਸ਼ੀਨਰੀ ਮੰਗ ਰਹੇ ਪਰ ਔਰ ਅਸੀਂ ਕਦੀ ਵੀ ਨਾ ਨਹੀਂ ਸੋਚਦੇ ਕਈ ਬੰਦੇ ਹੈਗੇ ਨੇ ਮੈਂ ਤੁਹਾਨੂੰ ਦੱਸਿਆ ਸੀ ਕਾਰ 'ਚ ਬੈਠੇ ਨਾ ਤੇ ਕਿ ਲੋਕੀ ਇਹਨੇ ਕਲੈਬਰ ਜਦੋਂ ਬੈਠੇ ਕਿਹਾ ਕਿ ਤੇਰੀ ਇੰਜਨ ਦੀ ਆਵਾਜ਼ ਠੀਕ ਨਹੀਂ ਕਹਿੰਦਾ ਮੈਨੂੰ ਨਹੀਂ ਪਤਾ ਕੀ ਖਰਾਬੀ ਹੈ ਇਹਦੀ ਸਾਊਂਡ ਠੀਕ ਨਹੀਂ ਹੈ ਤੇ ਉਹਨੇ ਚੈੱਕ ਕਰਾਇਆ ਤੇ ਉਹਦੇ ਵਿੱਚ ਨੌਕ ਸੀਗਾ ਪਿਸਟਨ ਨੂੰ ਨੌਕ ਪੈ ਗਿਆ ਉਹਦੇ ਵਿੱਚ ਆਪਣੀ ਬੋਡੀ ਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਆਵਾਜ਼ ਦਿੰਦੀ ਹੈ ਦਿਨ ਰਾਤ ਉਹ ਚੀਕਾ ਮਾਰਦੀ ਹੈ ਕਿ ਪਲੀਜ਼ ਥੋੜਾ ਸਲੋ ਹੋ ਜਾ ਤੂੰ ਮੇਰੇ ਤੇ ਭਾਰ ਨਾ ਚੱਕਿਆ ਹੋਇਆ ਤੂੰ ਮੈਨੂੰ ਏਦਾਂ ਗਧੇ ਵਾਂਗੂ ਚੱਕੀ ਫਿਰਦਾ ਅਸੀਂ ਨਹੀਂ ਸੁਣਦੇ ਨਾ ਦੈਟਸ ਰਾਈਟ ਆਪਾਂ ਸੁਣਦੇ ਨਹੀਂਗੇ ਪਰ ਨਿਸ਼ਾਨੀਆਂ ਤਾਂ ਜ਼ਰੂਰ ਹੁੰਦੀਆਂ ਨਾ ਸਾਇੰਸ ਜਿਸਮ ਦਿੰਦਾ ਨਾ ਤੁਹਾਨੂੰ ਨਿਸ਼ਾਨੀਆਂ ਸਰੀਰ ਦੱਸਦਾ ਤਾਂ ਹੈਗਾ ਆ ਵੀ ਮੈਂ ਹੈਪੀ ਨਹੀਂ ਹੈਗਾ ਪਰ ਅਸੀਂ ਇਗਨੋਰ ਕਰ ਦਈਦਾ ਹਾਂਜੀ ਉਹਨੂੰ ਥੱਪੜ ਮਾਰ ਕੇ ਸਲਾਹ ਦੀਦਾ ਕਿ ਤੈਨੂੰ ਬੋਲੀ ਜਾਂਦੇ ਦੀ ਤਾਂ ਆਦਤ ਹੀ ਹੈ ਦੈਟਸ ਰਾਈਟ ਵਾਲਾ ਧਿਆਨ ਨਹੀਂ ਦੇਈਦਾ ਪਰ ਜੀ ਮੈਂ ਆਪਣੇ ਆਪ ਨੂੰ ਕੰਟਰਡਿਕਟ ਨਹੀਂ ਕਰਦਾ ਇੱਕ ਤੇ ਜਿਹੜਾ ਬੁਢਾਪਾ ਉਹ ਬਿਮਾਰੀ ਇੱਕ ਤਰ੍ਹਾਂ ਦੀ ਯੂ نو ਬਿਮਾਰੀ ਦਾ ਸੈਂਸ ਜਿੱਦਾਂ ਅਗਰ ਤੁਸੀਂ ਤੰਦਰੁਸਤ ਹੈਗੇ ਫਿਰ ਤਾਂ ਤੁਸੀਂ ਠੀਕ ਹੈ ਇੰਜੋਏ ਕਰਦੇ ਹੋ ਗੈਟਿੰਗ 올ਡ ਦੈਟਸ ਰਾਈਟ ਅਗਰ ਤੁਸੀਂ 올ਡ ਹੋ ਕੇ ਨਾੜੀਆਂ ਸਟ੍ਰਿੰਕ ਹੋ ਗਿਆ ਉਹ ਜੈਲੀ ਤੁਸੀਂ ਕਹਿੰਦੇ ਹੋ ਬਟਨ ਦਾ ਵਿੱਚ ਫਰਕ ਪੈ ਗਿਆ ਇਹ ਹੋ ਗਿਆ ਉਹ ਹੋ ਗਿਆ ਤੇ ਯੂ نو ਇਟਸ ਸੋ ਅਨੋਇੰਗ ਐਂਡ ਕੰਪਲਿਕੇਟਡ ਬਿਕੋਜ਼ ਕਈ ਦਫਾ ਡਾਕਟਰ ਜੀ ਕੋਲ ਗੱਲ ਲੱਗੀ ਮੈਜੋਰਿਟੀ ਟਾਈਮ ਬੰਦਾ ਇਹ ਸੋਚਦਾ
ਕਿ ਮੈਨੂੰ ਰੱਬ ਨੇ ਬਿਮਾਰੀ ਦਿੱਤੀ ਹੈ, ਪਰ ਇਹ ਟਰੂ ਨਹੀਂ, ਰੱਬ ਨੇ ਨਹੀਂ, ਤੁਸੀਂ ਖੁਦ ਲੈਤੀ ਹੈ। ਹਾਂਜੀ that's ਇਹਦੇ 'ਚ right। ਕਿੰਨੀ ਕੁ ਸੱਚਾਈ ਹੈ? ਸੱਚਾਈ ਜ਼ਿਆਦਾ ਤਾਂ ਇਹਦੇ ਵਿੱਚ ਸੱਚਾਈ ਹੈਗੀ ਵੀ ਤੁਹਾਡਾ ਲਾਈਫ ਸਟਾਈਲ ਜਿਹੜਾ ਹੈ ਲਾਈਫਸਟਾਈਲ ਦਾ। ਉਹਦੇ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਹਾਂ। ਤੇ ਬਾਕੀ ਤੁਹਾਡੀ ਕੰਟਰੋਲ 'ਚ ਨਹੀਂ ਵੀ ਹੁੰਦੀਆਂ ਕਈ ਗੱਲਾਂ, ਕਈ ਵਾਰੀ ਤੁਹਾਨੂੰ ਕੋਈ ਮੁਸੀਬਤ ਪੈ ਜਾਂਦੀ ਪੈ ਆ, ਸਕਦੀ ਹੈ, ਇਮੋਸ਼ਨਲ ਹਾਂ। ਪ੍ਰੋਬਲਮ ਨਾਲ ਬਿਮਾਰੀ ਖੜੀ ਹੋ ਜਾਂਦੀ ਆ। ਆਪਾਂ ਪਿਛਲੀ ਵਾਰੀ ਜਦੋਂ ਆਏ ਸੀ ਸਟੂਡੀਓ ਵਿੱਚ ਆਪਾਂ ਇਹਦੇ ਗੱਲ ਕੀਤੀ ਸੀ ਨਾ ਵੀ ਇਮੋਸ਼ਨਲ ਕਾਜ਼ਸ ਬਹੁਤ ਜ਼ਿਆਦਾ ਹੁੰਦੇ ਆ। ਬਹੁਤ ਜ਼ਿਆਦਾ ਹੁੰਦੇ ਨੇ। ਹਾਂਜੀ, ਸੋ ਕਿਸੇ ਨੂੰ ਕੋਈ ਪ੍ਰੋਬਲਮ ਆਉਂਦਾ, ਕਿਸੇ ਨੂੰ ਕੋਈ ਪ੍ਰੋਬਲਮ ਆਉਂਦਾ ਹੈ ਜ਼ਿੰਦਗੀ ਵਿੱਚ, ਤੇ ਉਹ ਪ੍ਰੋਬਲਮ ਆਪਾਂ ਸੀਰੀਅਸ ਲੈ ਜਾਂਦੇ, ਮਾਈਂਡ ਤੇ ਲੈ ਜਾਂਦੇ ਆ, ਤੇ ਉਹਦੇ ਨਾਲ ਫਿਰ ਫਿਜ਼ੀਕਲ ਪ੍ਰੋਬਲਮ ਸਰੀਰ ਤੇ ਵੀ ਆ ਜਾਂਦਾ ਕੋਈ ਨਾ ਕੋਈ। ਸੋ ਦੈਟਸ ਵੈਰੀ ਇੰਪੋਰਟੈਂਟ ਕਾਜ਼। ਤੇ ਬਾਕੀ ਥੋੜ੍ਹੇ ਜਿਹੇ ਚੱਕਰ ਕਰਮਾਂ ਦਾ ਹੁੰਦਾ ਹੈ। ਹਾਂਜੀ, ਕੋਈ ਅਚਾਨਕ ਬਿਮਾਰੀ ਖੜੀ ਹੋ ਜਾਂਦੀ ਹੈ, ਸਪੈਸ਼ਲੀ ਜਿੱਦਾਂ ਬੱਚਿਆਂ ਨੂੰ ਹੋ ਜਾਂਦੀ ਹੈ, ਤੇ ਆਪਾਂ ਸੋਚੀਦਾ ਵੀ ਬੱਚੇ ਨੇ ਤਾਂ ਕੋਈ ਕੰਮ ਕੀਤਾ ਵੀ ਨਹੀਂ ਗਲਤ ਹੈ ਨਾ ਕੋਈ ਇਹਦਾ ਲਾਈਫ ਸਟਾਈਲ ਕੋਈ ਗਲਤ ਆ, ਇੰਨੀ ਯੰਗ ਉਮਰ ਵਿੱਚ ਕਿੱਦਾਂ ਬਿਮਾਰੀ ਪੈਦਾ ਹੋ ਗਈ। ਸੋ ਇੱਥੇ ਸਾਨੂੰ ਕਈ ਵਾਰੀ ਮੰਨਣਾ ਪੈਂਦਾ ਵੀ ਇਹ ਕੋਈ ਕਰਮਾਂ ਦਾ ਚੱਕਰ ਆ ਪਿਛਲੇ ਜਨਮਾਂ ਦਾ। ਭਾਜੀ ਬੜੇ ਲੋਕਾਂ ਦਾ ਪਤਾ ਲੱਗਦਾ ਲੋਕਾਂ ਨੂੰ ਕਿ ਬਹੁਤ ਲੋਕਾਂ ਨੂੰ ਹਾਰਟ ਅਟੈਕ ਵੀ ਹੋਇਆ ਹੈ, ਹਾਲਾਂਕਿ ਪਿਓਰ ਵੈਜੀਟੇਰੀਅਨ ਨੇ, ਕਦੀ ਉਹਨਾਂ ਨੇ ਕਿਸੇ ਚੀਜ਼ ਨੂੰ ਇੱਦਾਂ ਨੂੰ ਚੀਜ਼ ਨਹੀਂ ਖਾਧੀ, ਪ੍ਰੋਪਰ ਬਾਡੀ ਨੂੰ ਲੁੱਕ ਆਫਟਰ ਕੀਤਾ ਹੈ। ਕਈ ਲੋਕੀ ਕਹਿੰਦਾ ਕਿ ਦਾਰੂ ਪੀਂਦੇ ਨੇ, ਮੀਟ ਖਾਂਦੇ ਨੇ, ਤਾਂ ਹੁੰਦਾ ਇਹ ਹੁੰਦਾ ਹੈ। ਕਈ ਤਾਂ ਬਿਲਕੁਲ ਹੀ ਕਲੀਨ ਜ਼ਿੰਦਗੀ ਲੀਡ ਕਰਦੇ, ਉਹਨਾਂ ਨਾਲ ਵੀ ਹੋ ਜਾਂਦਾ ਹੈ। ਹਾਂਜੀ ਦੈਟਸ ਰਾਈਟ। ਤੇ ਕਈ ਉਹ ਸਾਰਾ ਕੁਝ ਕਰਦੇ ਵੀ, ਖਾਂਦੇ ਪੀਂਦੇ ਵੀ ਰਹਿੰਦੇ, ਉਹਨਾਂ ਨੂੰ ਫਿਰ ਵੀ ਕੁਝ ਨਹੀਂ ਹੁੰਦਾ। ਫਿਰ ਵੀ ਨਹੀਂ ਹੁੰਦਾ। ਦੈਟਸ ਰਾਈਟ। ਸੋ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਨੂੰ ਖਾਣਾ ਪੀਣਾ ਸ਼ੁਰੂ ਕਰ ਦਿਓ। ਇਹ ਆਪਣੀ ਆਪਣੀ ਕਨਸਟੀਟਿਊਸ਼ਨ ਤੇ ਡਿਪੈਂਡ ਕਰਦਾ ਹੈ ਨਾ, ਕਿ ਤੁਹਾਡੀ ਕਨਸਟੀਟਿਊਸ਼ਨ ਜਿਹੜੀ ਪਹਿਲਾਂ ਤੋਂ ਬਜ਼ੁਰਗਾਂ ਤੋਂ ਤੁਹਾਨੂੰ ਹੈਰੈਡੀਟਰੀ ਆ ਰਹੀ ਆ, ਕਈਆਂ ਦੀ ਬਹੁਤ ਮਜ਼ਬੂਤ ਹੁੰਦੀ ਹੈ ਨਾ, ਤੇ ਕਈ ਬਹੁਤ ਸਟਰੋਂਗ ਬਾਡੀਜ਼ ਹੁੰਦੀਆਂ ਕਈਆਂ ਦੀਆਂ, ਤੇ ਉਹਨਾਂ ਨੂੰ ਬੜਾ ਨਹੀਂ ਇਫੈਕਟ ਪੈਂਦਾ। ਤੇ ਕਈਆਂ ਦੇ ਪਹਿਲਾਂ ਤਾਂ ਕਮਜ਼ੋਰੀ ਘਰਾਂ ਵਿੱਚ ਆ ਰਹੀ ਆ, ਵੀ ਕਮਜ਼ੋਰ ਜਿਹਾ ਸਰੀਰ ਸੀ ਬਜ਼ੁਰਗਾਂ ਦਾ, ਤੇ ਉਹਨਾਂ ਨੂੰ ਫਿਰ ਕਈ ਵਾਰੀ ਇੱਦਾਂ ਟ੍ਰਾਂਸਮਿਟ ਹੋ ਜਾਂਦਾ ਹੈਰੈਡੀਟਰੀ ਇਨਫਲੂਐਂਸ। ਤੇ ਆਪਣੇ ਆਪਣੇ ਸਰੀਰ ਦਾ ਦੇਖਣਾ ਪੈਂਦਾ ਵੀ ਤੁਹਾਡਾ ਕੀ ਤੁਹਾਨੂੰ ਲੋੜ ਆ, ਤੇ ਕਿੱਦਾਂ ਆਪਣਾ ਲਾਈਫ ਸਟਾਈਲ ਤੁਸੀਂ ਬਦਲਣਾ, ਵੀ ਕਿੱਦਾਂ ਹੈਲਥੀ ਰਹਿਣਾ। ਹਾਂਜੀ, ਸੋ ਆਪਣੀ ਖੁਰਾਕ ਸਹੀ ਰੱਖਣੀ, ਤੇ you have to consider all these factors। ਕਿਉਂਕਿ ਜਿੱਦਾਂ ਤੁਸੀਂ ਵੇਨਸ ਵਗੈਰਾ ਦਿਖਾਈ, ਬੜਾ ਇੰਟਰਸਟਿੰਗ ਸੀਗਾ ਉਹ, ਜਿਹੜਾ ਉੱਤੋਂ ਲੈ ਕੇ ਥੱਲੇ ਤੱਕ ਜਾਂਦੀਆਂ ਨੇ। ਇਹ ਤੁਹਾਨੂੰ ਪਤਾ ਨੈਚੁਰਲੀ ਤੁਸੀਂ ਕਹਿੰਦੇ ਏਜ ਰਿਲੇਟਡ ਹੁੰਦੀਆਂ ਨੇ। ਇਹਨੂੰ ਜਿਹੜਾ ਪ੍ਰੋਬਲਮ ਆਉਂਦੀ ਹੈ ਉਹਨੂੰ ਡਿਲੇ ਕਰਨਾ, ਇਨ ਅ ਸੈਂਸ ਤੁਹਾਨੂੰ ਪਤਾ ਡਿਲੇ ਇਨ ਅ ਸੈਂਸ ਕਿ ਹੋਣੀ ਨਹੀਂ ਹੋਣੀ ਪਤਾ ਨਹੀਂ ਹੁੰਦਾ, ਪਰ ਤੁਸੀਂ ਉਹਨੂੰ ਪ੍ਰੋਸੈਸ ਨੂੰ ਕਿੱਦਾਂ ਡਿਲੇ ਕਰ ਸਕਦੇ ਹੋ ਤਾਂ ਕਿ ਮੈਨੂੰ ਛੇਤੀ ਉਮਰ 'ਚ ਨਾ ਹੋਵੇ। ਹਾਂਜੀ ਹਾਂਜੀ, ਉਹੀ ਆ ਵੀ ਤੁਸੀਂ ਆਪਣਾ ਖੁਰਾਕ ਜਿਹੜੀ ਹੈ ਹੈਲਥੀ ਰੱਖਣੀ ਹੈ, ਜਿੰਨੀ ਵੀ ਨੈਚੁਰਲ ਹੋ ਸਕਦੀ ਨੈਚੁਰਲ ਰੱਖੋ। ਹਾਂਜੀ, ਆਰਗੈਨਿਕ ਫੂਡ ਖਾਓ, ਜਿੰਨਾ ਵੀ ਖਾ ਹੁੰਦਾ ਤੁਹਾਨੂੰ ਜਿੰਨਾ ਕੁ ਮਿਲਦਾ। ਤੇ ਬਾਕੀ ਐਕਸਰਸਾਈਜ਼ ਜ਼ਰੂਰੀ ਥੋੜ੍ਹੀ ਬਹੁਤੀ ਕਰਨੀ। ਹਾਂਜੀ, ਬਿਲਕੁਲ ਜੇ ਤੁਸੀਂ ਬਿਲਕੁਲ ਨਹੀਂ ਕੋਈ ਐਕਸਰਸਾਈਜ਼ ਕਰਦੇ, ਸਾਰਾ ਦਿਨ ਬੈਠੇ ਰਹਿੰਦੇ ਆ, ਫਿਰ ਤੁਹਾਡੀ ਬਾਡੀ ਸਲਿੱਪ ਹੋਣ ਲੱਗ ਪੈਂਦੀ ਥੱਲੇ ਨੂੰ। ਹਾਂਜੀ, ਤੇ ਉਹ ਮਸਲਸ ਕਮਜ਼ੋਰ ਪੈ ਜਾਂਦੇ ਆ, ਤੇ ਉਹ ਫਿਰ ਸਪੋਰਟ ਨਹੀਂ ਕਰਦੇ ਤੁਹਾਡੇ ਬੈਕ ਨੂੰ। ਹਾਂਜੀ, ਸੋ ਇਹ ਵੀ ਬਹੁਤ ਵੱਡਾ ਪ੍ਰੋਬਲਮ ਹੈ। ਬੈਕ ਪ੍ਰੋਬਲਮ ਜਿਨ੍ਹਾਂ ਦੇ ਹੁੰਦੇ ਆ, ਉਹਨਾਂ ਦੇ ਬੈਕ ਮਸਲਸ ਕਮਜ਼ੋਰ ਪੈ ਜਾਂਦੇ ਆ ਕਰਕੇ, ਜਾਂ ਉਹਨੇ ਇੱਕ ਥਾਂ ਬੈਠੇ ਰਹਿਣਾ, ਇੱਕ ਥਾਂ ਲੰਮੇ ਪੈ ਰਹਿਣਾ ਬਹੁਤ ਘੰਟੇ, ਤੇ ਉਹ ਫਿਰ ਤੁਹਾਡੇ ਮਸਲਸ ਜਿਹੜੇ ਕਮਜ਼ੋਰ ਪੈ ਜਾਂਦੇ ਆ। ਤੇ ਜਿਹੜੇ ਮਸਲ ਆ ਉਹੀ ਹੱਡੀਆਂ ਨੂੰ ਸਪੋਰਟ ਕਰਦੇ ਆ, ਸਪੈਸ਼ਲੀ ਬੈਕ ਦੀਆਂ ਹੱਡੀਆਂ ਜਿਹੜੀਆਂ। ਸੋ ਬੈਕ ਦੇ ਮਸਲ ਸਟਰੋਂਗ ਰੱਖਣੇ ਜ਼ਰੂਰੀ ਆ। ਭਾਜੀ ਤੁਸੀਂ ਕਹਿੰਦੇ ਉੱਠ ਕੇ ਬੰਦਾ ਬੜੀ ਐਫਰਟ ਕਰਨੀ ਪੈਂਦੀ ਹੈ, ਅਗਰ ਕੁਝ ਵੀ ਤੁਸੀਂ ਡੈਡੀਕੇਸ਼ਨ ਹੁੰਦੀ ਹੈ, ਮਨ ਮਾਰਨਾ ਪੈਂਦਾ ਆਪਣਾ ਕਰਨ ਲਈ। ਹੁਣ ਬੰਦੇ ਦੋ ਤਿੰਨ ਟਾਈਪ ਦੇ ਹੁੰਦੇ ਨੇ। ਇੱਕ ਬੰਦਾ ਹੁੰਦਾ ਕਿ ਬੜਾ ਲੇਜ਼ੀ ਜਿਹਾ ਬੈਠੇ ਰਹਿਣਾ, ਉੱਠਣਾ ਨਹੀਂ, ਜ਼ਿੰਦਗੀ 'ਚ ਉਹਦੀ ਲਾਈਫ 'ਚ ਜਾਨ ਜੀ ਨਹੀਂ ਹੁੰਦੀ ਇੱਕ ਤਰ੍ਹਾਂ ਦੀ, ਜਸਟ ਟਾਈਮ ਪਾਸ ਕਰਦੇ ਨੇ। ਕਈ ਬੰਦੇ ਉਦਾਂ ਹੀ ਬੜੇ ਐਕਟਿਵ ਹੁੰਦੇ ਨੇ, ਤੁਰਨ ਫਿਰਨ ਬੋਲਣ ਹਰ ਚੀਜ਼ ਦੇ ਵਿੱਚ। ਇਹ ਕੀ ਹੁੰਦਾ, ਕਾਹਤੇ ਹੁੰਦਾ? ਆਪਣੀ ਪਰਸਨੈਲਿਟੀ ਹੁੰਦੀ ਭਾਜੀ। ਹਾਂਜੀ, ਐਵਰੀਬਾਡੀ ਇਜ਼ ਡਿਫਰੈਂਟ। ਤੇ ਪਰ ਜੇ ਤੁਹਾਨੂੰ ਤਕਲੀਫ ਹੈਗੀ ਆ ਤਾਂ ਜਿੱਦਾਂ ਤੁਸੀਂ ਕਹਿੰਦੇ ਮਨ ਮਾਰ ਕੇ ਐਕਸਰਸਾਈਜ਼ ਥੋੜ੍ਹੀ ਬਹੁਤੀ ਕਰਨੀ ਪੈਂਦੀ ਹੈ, ਤੇ ਮਸਲਸ ਨੂੰ ਸਟਰੋਂਗ ਰੱਖੋਗੇ ਤਾਂ ਸਿਹਤ ਠੀਕ ਰਹੇਗੀ। ਹਾਂਜੀ, ਮਸਲਸ ਨਹੀਂ ਵਰਤਦੇ ਹੈਗੇ, ਉਹ ਢਿੱਲੇ ਪੈ ਜਾਂਦੇ, ਕਮਜ਼ੋਰ ਹੋਣ ਲੱਗ ਪੈਂਦੇ ਆ। ਭਾਜੀ ਕਮਾਲ ਦੀ ਗੱਲ, ਦੇਖੋ ਤੁਹਾਡੇ ਬੋਡੀ ਦੇ ਕਿੰਨੇ ਪਾਰਟ ਹੈਗੇ ਨੇ, ਉਂਗਲਾਂ ਕਿਸ ਤਰ੍ਹਾਂ ਮੁੜਦੀਆਂ ਨੇ, ਕਿੱਥੋਂ ਮੁੜਦੀਆਂ ਨੇ, ਤੁਹਾਡੀਆਂ ਲੱਤਾਂ ਕੀ ਕੰਮ ਕਰਦੇ, ਲੱਤਾਂ ਦੇ ਪੈਰ ਦੇ ਉੱਪਰ ਤੁਹਾਡੇ ਉੱਥੇ ਫਿੰਗਰਸ ਹੈਗੇ ਨੇ, ਅੰਗੂਠਾ ਹੈਗਾ ਆ, ਉਹਨਾਂ ਦਾ ਕੋਈ ਮਕਸਦ ਹੈ ਕਿ ਕਿਉਂ ਲੱਗੀਆਂ ਨੇ ਉਹ ਤੁਸੀਂ ਉਹਨੇ ਤੱਕ ਰਿਅਲਾਈਜ਼ ਨਹੀਂ ਕਰਦੇ ਕਿ ਉਹਦਾ ਕੀ ਕੰਮ ਹੈ, ਕਿ ਜਦੋਂ ਉਹ ਚਲੀ ਜਾਵੇ ਨਾ ਫਿਰ ਤੁਸੀਂ ਦੇਖਦੇ ਕਿ ਉਹ ਮਿਸ ਹੋ ਗਈ, ਕਿ ਮੈਂ ਇਹਦੇ ਨਾਲ ਇਹ ਕਰਦਾ ਸੀ, ਹੁਣ ਤੁਹਾਨੂੰ ਪਤਾ ਨਹੀਂ ਤੁਸੀਂ ਕੀ ਕਰਦੇ ਹੋ। ਹਾਂਜੀ, ਉਹ ਕਹਾਵਤ ਹੈਗੀ ਨਾ, ਯੂ ਡੋਨਟ ਨੋ ਵਾਟ ਯੂ ਗੋਟ ਅੰਟਿਲ ਯੂ ਲੂਜ਼ ਇਟ। ਆਪਾਂ ਕਾਲ ਲੈਂਦੇ ਫਿਰ ਗੱਲ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਸਵਾਗਤ ਕਰਦੇ। ਆਪਣਾ ਨਾਮ ਦੱਸਣਾ ਚਾਹੋਗੇ, ਕਿੱਥੋਂ ਬੋਲਦੇ ਹੋ? ਹਾਂਜੀ, ਮੈਂ ਜੋਗਿੰਦਰ ਕੌਰ ਬੋਲਦੀ ਹਾਂ। ਹਾਂਜੀ ਭੈਣ ਜੀ, ਤੁਹਾਡਾ ਸਵਾਗਤ। ਹਾਂਜੀ, ਬਿਲਨ ਹਾਲ ਤੋਂ ਬੋਲਦੀ ਹਾਂ ਮੈਂ। ਹਾਂਜੀ, ਸਵਾਗਤ ਕਰਦੇ ਹਾਂ। ਹੁਣ ਤੁਸੀਂ ਜਿਹੜੀ ਨੈਕਸਟ ਗੱਲ ਕਰੋਗੇ, ਡਾਕਟਰ ਜੀ ਤੁਹਾਨੂੰ ਜਵਾਬ ਦੇਣਗੇ। ਬੋਲੋ ਜੀ। ਹਾਂਜੀ ਬੋਲੋ। ਥੈਂਕ ਯੂ। ਹਾਂਜੀ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੈਂ ਨਾ ਨੰਬਰ ਲਿਆ ਸੀ ਇੱਥੇ ਬਿਲਨ ਹਾਲ ਦੇ ਹੀ ਆ, ਉਹ ਆਪਣੇ ਦਵਾਈ ਤੁਹਾਤੋਂ ਲੈਂਦੇ ਆ। ਹਾਂਜੀ।
ਤੇ ਉਹਨਾਂ ਨੇ ਮੈਨੂੰ ਦਿੱਤਾ। ਮੈਨੂੰ 3 ਵੀਕਾਂ ਹੋਈਆਂ, ਮੈਨੂੰ ਖੰਘ ਨਹੀਂ ਹਟਦੀ ਹੈਗੀ ਤੇ ਮੈਨੂੰ ਐਂਟੀਬਾਇਓਟਿਕ ਵੀ ਦਿੱਤੀ ਸੀ ਡਾਕਟਰ ਨੇ, ਜਿੱਦਾਂ 21 ਗੋਲੀਆਂ ਸੀਗੀਆਂ ਕੈਪਸੂਲ, ਹਾਂਜੀ ਤੇ ਮੈਂ ਉਹ ਕੋਰਸ ਵੀ ਪੂਰਾ ਕੀਤਾ, ਪਰ ਮੇਰੀ ਖੰਘ ਨੇ ਬਹੁਤ ਜ਼ਿਆਦਾ ਮੰਦੀ ਹਾਲਤ ਕੀਤੀ ਆ। ਹਾਂਜੀ ਭੈਣ ਜੀ, ਸ਼ੁਰੂ ਕਿੱਦਾਂ ਹੋਇਆ? ਸ਼ੁਰੂ ਏਦਾਂ ਹੋਈ ਜਿੱਦਾਂ ਮੈਨੂੰ ਕੀਮੋ ਹੁੰਦੀ ਆ ਮੇਰੀ, ਹਨਾ। ਅੱਛਾ ਜੀ। ਤੇ ਮੇਰੇ ਜਿੱਦਾਂ ਲੌਂਗ ਵਿੱਚ ਕੈਂਸਰ ਸੀਗਾ। ਹੂੰ। ਤੇ ਉਹ ਫਿਰ ਮੇਰਾ ਇਲਾਜ ਤਾਂ ਉਦਾਂ ਮੇਰਾ ਉਹ ਏਦਾਂ ਨਹੀਂ ਹੈਗਾ ਵੀ ਕੰਟਰੋਲ ਵੱਜਦਾ, ਸਾਰਾ ਕੁਝ ਕੀਤਾ ਹੋਇਆ ਉਹਨਾਂ ਨੇ। ਹੂੰ। ਤੇ ਪਰ ਮੇਰੀ ਉਹ ਹੋਣੀ ਵੀ ਸੀਗੀ ਕੀਮੋ, ਫਿਰ ਉਹਨਾਂ ਨੇ ਉਹ ਵੀ ਨਹੀਂ ਕੀਤੀ ਕਿਉਂਕਿ ਖੰਘ ਤੇ ਬੁਖਾਰ ਹੋ ਗਿਆ ਮੈਨੂੰ। ਹਾਂਜੀ। ਬੁਖਾਰ ਤੋਂ ਪਹਿਲਾਂ ਬੁਖਾਰ ਹੋਇਆ ਤੇ ਖੰਘ ਹੋ ਗਿਆ, ਤੇ ਪਹਿਲਾਂ ਰੇਸ਼ੇ ਆ ਗਈ ਸੀ, ਹੁਣ ਸੁੱਕੀ ਆ ਜਿੱਦਾਂ। ਹਾਂਜੀ। ਤੇ ਫਿਰ ਮੈਂ ਉਹਨਾਂ ਭੈਣ ਜੀ ਉਹਨਾਂ ਨੇ ਮੈਨੂੰ ਦੱਸਿਆ ਸੀ, ਭਾਜੀ ਜਰਨੈਲ ਸਿੰਘ ਹੁਣੀ ਆ, ਉਹ ਕਹਿੰਦੇ ਵੀ ਤੁਸੀਂ ਦਵਾਈ ਉਹਨਾਂ ਡਾਕਟਰ ਨੂੰ ਫੋਨ ਕਰਕੇ ਦੇਖੋ ਵੀ ਜ਼ਰੂਰ ਤੁਹਾਨੂੰ ਠੀਕ ਹੋ ਜਾਓਗੇ। ਮੈਂ ਫਿਰ ਤਾਂ ਰਾਤ ਵੀ ਮੈਂ ਕੀਤਾ ਸੀ ਮੋਬਾਈਲ ਤੋਂ। ਹਾਂਜੀ ਹਾਂਜੀ। ਤੇ ਹਾਂਜੀ ਭੈਣ ਜੀ, ਤੁਸੀਂ ਕਹਿ ਸਕਦੇ ਵੀ ਖੰਘ ਕਿਸ ਵੇਲੇ ਜ਼ਿਆਦਾ ਵੱਧਦੀ ਆ? ਰਾਤ ਨੂੰ, ਅੱਜ ਰਾਤ ਸਾਰੀ ਰਾਤ ਨਹੀਂ ਹਟੀ ਹੈਗੀ। ਹਾਂਜੀ, ਕਿੰਨੀ ਕੁ ਵਜੇ ਰਾਤ ਨੂੰ ਸ਼ੁਰੂ ਹੋ ਜਾਂਦੀ ਆ? ਜਦੋਂ ਬਸ ਬੈੱਡ ਤੇ ਪੈਂਦੀ ਆ ਉਦੋਂ ਸ਼ੁਰੂ ਹੁੰਦੀ, ਜੇ ਬਹਿ ਜਾਂਦੀ ਆ ਹਟ ਜਾਂਦੀ ਆ। ਅੱਛਾ ਅੱਛਾ, ਜਦੋਂ ਲੰਮੇ ਪੈਂਦੇ ਉਦੋਂ ਛੱਡਦੀ ਜਾਣੀ ਕਿ? ਹਾਂਜੀ, ਉਦੋਂ ਬਹੁਤ ਛੱਡਦੀ, ਜੇ ਬੈਠੀ ਰਹਿੰਦੀ ਆ ਫਿਰ ਠੀਕ ਵਾ। ਅੱਛਾ ਅੱਛਾ, ਲੰਮੇ ਪੈਣ ਨਾਲ ਜ਼ਿਆਦਾ ਹੁੰਦੀ ਆ। ਹਾਂਜੀ 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 ਹਾਂਜੀ, ਠੀਕ ਹੈ ਜੀ। ਚਲੋ ਇਹਦੀਆਂ ਦਵਾਈਆਂ ਆਪਾਂ ਟਰਾਈ ਕਰ ਸਕਦੇ ਹਾਂ। ਅੱਛਾ ਤੇ ਜੀ। ਲੱਗਦਾ ਵੀ ਤੁਹਾਡੇ ਜਦੋਂ ਇਨਫੈਕਸ਼ਨ ਹੋਇਆ ਨਾ, ਤੇ ਉਹਦੇ ਨਾਲ ਫਿਰ ਥੋੜੀ ਜਿਹੀ ਫੇਫੜਿਆਂ ਵਿੱਚ ਖਰਾਬੀ ਆ ਗਈ ਆ। ਹਾਂਜੀ। ਤੇ ਉਹਦੇ ਕਰਕੇ ਹੁਣ ਤੁਹਾਡਾ ਇਹ ਖੰਘ ਹਟਦੀ ਨਹੀਂ। ਹਾਂਜੀ। ਤੇ ਇਹਦੇ ਲਈ ਆਪਾਂ ਹੋਮਿਓਪੈਥੀ ਦਵਾਈ ਤੁਹਾਨੂੰ ਦੇਵਾਂਗੇ। ਅੱਛਾ ਜੀ। ਤੇ ਤੁਸੀਂ ਹੁਣ ਚੈਨਲ ਤੋਂ ਨੰਬਰ ਲੈ ਲਿਓ ਤੇ ਮੈਨੂੰ ਫੋਨ ਕਰ ਦਿਓ ਪਲੀਜ਼। ਮੈਨੂੰ ਲੱਗਦਾ ਟੈਲੀਫੋਨ ਡ੍ਰੌਪ ਹੋ ਗਿਆ। ਭੈਣ ਜੀ, ਲਾਸਟ ਤੁਸੀਂ ਸ਼ਾਇਦ ਡਾਕਟਰ ਦੀ ਗੱਲ ਨਹੀਂ ਸੁਣੀ। ਸਾਡੇ ਚੈਨਲ ਕੋਲੋਂ ਨੰਬਰ ਲੈ ਲਿਓ ਤੇਰੇ ਕਾਲ ਸੈਂਟਰ ਤੋਂ, ਜਿਹੜਾ ਕਿ ਤੁਸੀਂ ਮੰਡੇ ਵੈਨਸਡੇ ਕੰਸਲਟੇਸ਼ਨ ਦੀ ਲੋੜ ਹੈਗੀ ਇਹਨਾਂ ਨੂੰ ਕਿ ਨਹੀਂ? ਹੈਗੀ ਨਾ। ਕੰਸਲਟੇਸ਼ਨ ਲਈ ਸਵੇਰ 10 ਤੋਂ 11 ਕਾਲ ਕਰਨਾ, ਮੰਡੇ ਵੈਨਸਡੇ ਫਰਾਈਡੇ। ਇੱਕ ਡਿਫਰੈਂਟ ਨੰਬਰ ਹੈਗਾ, ਉਹ ਤੁਸੀਂ ਕਾਲ ਕਰਕੇ ਤੁਸੀਂ ਕਾਲ ਕਰਿਓ ਮੰਡੇ ਵੈਨਸਡੇ ਫਰਾਈਡੇ। ਪਹਿਲਾਂ ਥੋੜ੍ਹੇ ਬਹੁਤੇ ਤੁਹਾਡੇ ਡਾਕਟਰ ਜੀ ਗੱਲਬਾਤ ਕਰਕੇ ਨਾ, ਜਿੱਦਾਂ ਉਹਨਾਂ ਨੇ ਦੱਸਿਆ ਕਿ ਇਲਾਜ ਹੈਗਾ, ਆਪਣੇ ਟਰਾਈ ਕਰਨਗੇ, ਤੁਹਾਨੂੰ ਸ਼ਾਇਦ ਫਰਕ ਪੈ ਜਾਏਗਾ। ਪਲੀਜ਼ ਉਹਨਾਂ ਨੂੰ ਕਾਲ ਕਰਕੇ ਗੱਲਬਾਤ ਕਰ ਲਿਓ। ਥੈਂਕ ਯੂ ਜੀ। 0121551001 ਤੇ ਕਾਲ ਕਰੋ। ਕੋਸ਼ਿਸ਼ ਕਰੋ ਸ਼ੋਅ ਦੇ ਦਰਮਿਆਨ ਕਾਲ ਕਰੋ। ਕਿਸੇ ਤਰ੍ਹਾਂ ਦਾ ਸਵਾਲ ਹੈ ਤਾਂ ਡਾਕਟਰ ਜੀ ਨੂੰ ਤੁਸੀਂ ਹੁਣ ਪੁੱਛ ਸਕਦੇ ਹੋ। ਹਾਂਜੀ ਜੀ। ਹਾਂਜੀ, ਸੋ ਜੇ ਇੱਦਾਂ ਸਾਇਟਿਕਾ ਦੇ ਸਿੰਪਟਮ ਆਉਂਦੇ ਹੈਗੇ ਆ ਤੇ ਤੁਸੀਂ ਕਈਆਂ ਦੇ ਤਾਂ ਉਹ ਮਾਮੂਲੀ ਜਿਹਾ ਹੁੰਦਾ ਆ ਵੀ ਉਹ ਆਪੇ ਹਟ ਜਾਂਦਾ 1-2 ਹਫ਼ਤਿਆਂ 'ਚ। ਪਰ ਜੇ ਤੁਹਾਡੇ 1-2 ਮਹੀਨੇ ਇੱਦਾਂ ਹੀ ਸਿੰਪਟਮ ਰਹਿਣ, ਫਿਰ ਤੁਸੀਂ ਜ਼ਰੂਰ GP ਨਾਲ ਅਪੁਆਇੰਟਮੈਂਟ ਬਣਾ ਕੇ ਚੈੱਕਅਪ ਆਪਣਾ ਕਰਾਓ ਵੀ ਹੋਰ ਕੁਛ ਸੀਰੀਅਸ ਕੰਮ ਨਾ ਹੋਵੇ। ਤੇ ਨਾਲੇ ਫਿਰ ਪਤਾ ਲੱਗ ਜਾਂਦਾ ਵੀ ਉਹ ਡਿਸਕ ਸਲਿੱਪ ਹੋਏ ਜਾਂ ਕੀ ਹੋਏ ਜਾਂ ਵਰਟੀਬਰਾ ਸਲਿੱਪ ਹੋਏ ਜਾਂ ਕੀ ਪ੍ਰੋਬਲਮ ਆ। ਤੇ ਸੋ ਇਹਦੇ ਟੈਸਟ ਕਰਾਉਣਾ ਜ਼ਰੂਰੀ ਆ। ਹਾਂਜੀ, ਸਕੈਨ ਵਗੈਰਾ, ਫਿਰ ਐਗਜ਼ੈਕਟਲੀ ਪਤਾ ਲੱਗ ਜਾਂਦਾ ਕੀ ਪ੍ਰੋਬਲਮ ਆ। ਤੇ ਇਹਦੇ ਕੁਛ ਡੇਂਜਰਸ ਸਾਈਨ ਵੀ ਹੁੰਦੇ ਆ ਜਿਹੜੇ ਤੁਹਾਨੂੰ ਪਤਾ ਹੋਣਾ ਚਾਹੀਦਾ। ਤੇ ਜੇ ਨੋਰਮਲੀ ਇੱਕ ਲੱਤ 'ਚ ਵਿੱਚ ਪ੍ਰੋਬਲਮ ਆਉਂਦਾ ਹੁੰਦਾ ਇਹ। ਹਾਂਜੀ, ਜੇ ਦੋਨਾਂ ਲੱਤਾਂ ਵਿੱਚ ਆਉਂਦਾ ਆ, ਸਡਨਲੀ ਆ ਜਾਂਦਾ ਹੈ ਜਾਂ ਬਹੁਤ ਕਮਜ਼ੋਰੀ ਲੱਤਾਂ 'ਚ ਪੈ ਜਾਂਦੀ ਆ, ਤਾਂ ਇਹ ਇੱਕ ਡੇਂਜਰ ਸਾਈਨ ਆ ਵੀ ਕੋਈ ਸੀਰੀਅਸ ਪ੍ਰੋਬਲਮ ਹੈ ਤੁਹਾਨੂੰ। ਤੇ ਉਸੇ ਵੇਲੇ ਹਸਪੀਟਲ ਜਾ ਕੇ ਚੈੱਕ ਕਰਾਉਣਾ ਚਾਹੀਦਾ। ਡਾਕਟਰ ਜੀ, ਇਹ ਲਮਲਸ ਵੀ ਕਿਉਂ ਹੁੰਦੀ ਹੈ? ਉਹਦੇ 'ਚ ਨਾ ਕਈ ਦਫਾ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਪੈਰ ਚੱਕਿਆ ਕਿ ਨਹੀਂ ਚੱਕਿਆ। ਹਾਊ ਡਜ਼ ਦੈਟ ਹੈਪਨ? ਹਾਂਜੀ, ਉਹੀ ਹੈ ਨਾ, ਉਹ ਜੇ ਸਾਇਟਿਕਾ ਦਾ ਪ੍ਰੋਬਲਮ ਆ, ਉਹ ਕਰਕੇ ਨਰਵ ਦੇ ਉੱਤੇ ਤੁਸੀਂ ਪ੍ਰੈਸ਼ਰ ਪਾ ਦਿਓ ਨਾ, ਜਿੱਦਾਂ ਕੋਈ ਵੀ ਟਿਊਬ ਆ, ਤੁਸੀਂ ਉੱਤੇ ਪ੍ਰੈਸ਼ਰ ਪਾ ਦਿਓ ਤਾਂ ਜੋ ਕੁਛ ਲੰਘਦਾ ਵਿੱਚ ਹੀ ਉਹ ਕੰਮ ਹੋ ਜਾਂਦਾ ਨਾ। ਇਸੇ ਤਰ੍ਹਾਂ ਫਿਰ ਜਦੋਂ ਨਰਵ ਘੁੱਟੀ ਜਾਂਦੀ ਆ, ਉਹ ਜਿਹੜਾ ਸਿਗਨਲ ਜਾਂਦਾ ਆ, ਜਿੱਦਾਂ ਆਪਾਂ ਕਿਹਾ ਵਾ ਇਲੈਕਟ੍ਰਿਸਿਟੀ ਦੇ ਤਾਰ ਦੇ ਵਿੱਚ ਹੀ ਸਿਗਨਲ ਜਾਂਦਾ ਹੈ ਨਾ, ਉਹ ਘੁੱਟ ਹੋ ਜਾਂਦਾ ਹੈ ਸਿਗਨਲ, ਫਿਰ ਉਹ ਪੂਰਾ ਨਹੀਂ ਪਹੁੰਚਦਾ। ਹਾਂਜੀ, ਸੋ ਸੁੰਨਾ ਜਿਹਾ ਲੱਗਦਾ, ਫਿਰ ਨਮਨੈਸ ਹੋ ਜਾਂਦੀ ਹੈ। ਅਸੀਂ ਲਾਸਟ ਟਾਈਮ ਵੀ ਗੱਲ ਕੀਤੀ ਸੀ, ਮਜ਼ਾਕ 'ਚ ਚੱਲੇ ਗਈ ਥੋੜ੍ਹੀ ਜਿਹੀ, ਕਿ ਮੈਨੂੰ ਲੱਗਦਾ ਜਿਹੜੇ ਬੰਦੇ ਛੋਟੇ ਸਾਈਜ਼ ਦੇ ਵਿੱਚ ਉਹਨਾਂ ਦੇ ਕਾਬੂ ਘੱਟ ਹੁੰਦੀ ਪ੍ਰੋਬਲਮ। ਨਹੀਂ ਇੱਦਾਂ ਨਹੀਂ ਕੋਈ, ਕਿਉਂਕਿ ਲੱਤਾਂ ਲੰਬੀਆਂ ਹੁੰਦੀਆਂ ਮੇਰੇ ਵਰਗੇ ਦੀਆਂ, ਤੇ ਉੱਥੇ ਤੱਕ ਪਹੁੰਚਣ ਨੂੰ ਟਾਈਮ ਲੱਗ ਜਾਂਦਾ। ਜਿੰਨੀ ਛੋਟੀ ਹੋਵੇ ਉਹਨਾਂ ਖੂਨ ਛੇਤੀ ਪਹੁੰਚੇਗਾ। ਹਾਂਜੀ, ਨਹੀਂ ਇੱਦਾਂ ਕੋਈ, ਅਸੀਂ ਮਖੌਲ 'ਚ ਲੈਂਦੇ ਨਹੀਂ ਹੁੰਦਾ। ਹਾਂਜੀ, ਦੈਟਸ ਰਾਈਟ। ਅੱਛਾ, ਇੱਦਾਂ ਦੀ ਕੋਈ ਗੱਲ ਨਹੀਂ। ਹਾਂਜੀ ਤੇ ਕਈ ਵਾਰੀ ਜਿਹੜੇ ਸਪੋਰਟਸ ਖੇਡਦੇ ਆ ਉਹਨਾਂ ਦੀ ਕੋਈ ਇੰਜਰੀ ਹੋ ਜਾਂਦੀ ਸਪੋਰਟਸ ਖੇਡਦਿਆਂ ਦੀ। ਤੇ ਜੇ ਇੱਦਾਂ ਦੀ ਇੰਜਰੀ ਤੋਂ ਬਾਅਦ ਕੋਈ ਇੱਦਾਂ ਦਾ ਸਿੰਪਟਮ ਆਵੇ ਵੀ ਤੁਹਾਡਾ ਪਿਸ਼ਾਬ ਰੁਕ ਜਾਂਦਾ ਹੈ, ਹਾਂਜੀ, ਜਾਂ ਪਿਸ਼ਾਬ 'ਤੇ ਕੰਟਰੋਲ ਨਹੀਂ ਆਉਂਦਾ ਹੈਗਾ, ਹਾਂਜੀ, ਇੱਕਦਮ ਜੇ ਇੱਦਾਂ ਸਿੰਪਟਮ ਆਵੇ, ਜਾਂ ਕੋਈ ਟੋਇਲਟ 'ਤੇ ਕੰਟਰੋਲ ਨਹੀਂ ਆਉਂਦਾ ਹੈਗਾ, ਤਾਂ ਇਹ ਐਮਰਜੈਂਸੀ ਆ। ਇਹਦਾ ਮਤਲਬ ਉਹ ਜਿਹੜੀ ਨਾੜ ਆ ਉੱਥੇ ਉਹਦੇ ਵਿੱਚ ਕੋਈ ਫਰਕ ਪੈ ਗਿਆ ਹੈਗਾ ਜਾਂ ਡੈਮੇਜ ਹੋ ਗਈ ਆ,
ਤੇ ਜਾਂ ਕੋਈ ਨਰਵ ਦਾ ਬ੍ਰੇਕ ਹੋ ਗਿਆ ਤਾਂ ਇਹ ਸੀਰੀਅਸ ਕੰਡੀਸ਼ਨ ਆ। ਜੇ ਇੱਦਾਂ ਸਡਨਲੀ ਹੋਵੇ, ਹਾਂਜੀ, ਜੇ ਕਈਆਂ ਦੇ ਤਾਂ ਬਲੱਡ ਪ੍ਰੋਬਲਮ ਹੁੰਦਾ ਆ, ਥੋੜ੍ਹਾ ਕਈ ਚਿਰਾਂ ਦਾ ਹੁੰਦਾ, ਸੋ ਉਹ ਉਹਨਾਂ ਨੇ ਐਵੇਂ ਫਿਕਰ ਨਹੀਂ ਕਰਨਾ ਹੈਗਾ ਵੀ ਇੱਦਾਂ ਦੀ ਸਾਨੂੰ ਪ੍ਰੋਬਲਮ ਪੈ ਗਿਆ। ਤੇ ਪਰ ਜਿਨ੍ਹਾਂ ਦੇ ਇੱਦਾਂ ਕੋਈ ਸੱਟ ਲੱਗੀ ਹੋਵੇ ਤੇ ਸਡਨਲੀ ਇੱਦਾਂ ਦੇ ਸਿੰਪਟਮ ਆ ਜਾਣ ਤੇ ਉਹਨਾਂ ਨੂੰ ਉਸੇ ਵੇਲੇ ਹਸਪੀਟਲ ਜਾ ਕੇ ਚੈੱਕ ਪਰ ਬੱਚੇ ਮੈਂ ਗਲੈਡ ਤੁਸੀਂ ਕਿਹਾ ਕਿ ਤੁਸੀਂ ਇਮੀਡੀਏਟਲੀ ਪ੍ਰੋਫੈਸ਼ਨਲ ਐਡਵਾਈਸ ਲਵੋ, ਲੇਕਿਨ ਇਟਸ ਕੁਆਇਟ ਸੀਰੀਅਸ ਕਿ ਉਹਦਾ ਜਿਹੜਾ ਮੈਸੇਜ ਪਹੁੰਚਦਾ ਨਹੀਂ ਕਿ ਉਹਨੂੰ ਪਿਸ਼ਾਬ ਆ ਰਿਹਾ ਜਾਂ ਟਾਇਲਟ ਆ ਰਹੀ ਹੈ ਨਾ, ਇਟਸ ਕੈਨ ਬੀ ਕੁਆਇਟ ਡੇਂਜਰਸ। ਹਾਂਜੀ, ਕਿਉਂਕਿ ਇਹ ਜਿਹੜਾ ਤੁਹਾਡਾ ਬੈਕ ਏਰੀਆ ਹੈ ਨਾ, ਇਹ ਸਾਰੀਆਂ ਨਾੜਾਂ ਬੈਕ ਦੇ ਵਿੱਚ ਹੀ ਲੰਘਦੀਆਂ ਤੇ ਫਿਰ ਉਹ ਔਰਗਨਸ ਨੂੰ ਉੱਥੋਂ ਜਾਂਦੀਆਂ ਆ। ਹਾਂਜੀ, ਤੇ ਫਿਰ ਜੇ ਇਦਾਂ ਦਾ ਕੋਈ ਬਲੈਡਰ ਦਾ ਜਾਂ ਟਾਇਲਟ ਦਾ ਪ੍ਰੋਬਲਮ ਇੱਕਦਮ ਸਡਨਲੀ ਹੋ ਜਾਵੇ ਹੈ ਨਾ, ਤੇ ਉਹ ਜ਼ਰੂਰੀ ਚੈੱਕ ਕਰਾਉਣਾ ਚਾਹੀਦਾ। ਇਹਦਾ ਮਤਲਬ ਕੋਈ ਨਾੜ ਡੈਮੇਜ ਹੋ ਚੁੱਕੀ ਹੈ, ਸੋ ਕੁਡ ਬੀ ਸੀਰੀਅਸ ਹੈ ਨਾ। ਡਾਕਟਰ ਬਹੁਤ ਕਮਾਲ ਦੀ ਦੇਖੋ, ਜਿੱਦਾਂ ਤੁਸੀਂ ਡਾਕਟਰ ਨੇ ਪਹਿਲਾਂ ਵੀ ਦੱਸਿਆ, ਜਿਹੜਾ ਹੋਮਿਓਪੈਥੀ ਇਲਾਜ ਹੈ ਨਾ, ਇਹ ਸਡਨਲੀ ਨਹੀਂ ਹੁੰਦਾ ਇਲਾਜ ਕਿ ਐਮਰਜੈਂਸੀ ਵਿੱਚ ਨਹੀਂ ਤੁਸੀਂ ਡੀਲ ਕਰ ਸਕਦੇ। ਇਹ ਹੁੰਦਾ ਕਿ ਸਲੋ, ਜਿੱਥੋਂ ਤੁਹਾਨੂੰ ਲੱਗਦਾ, ਜਿੱਦਾਂ ਭੈਣ ਜੀ ਦਾ ਕਾਲ ਆਇਆ ਸੀ ਕਿ ਖਾਂਸੀ ਦਾ, ਅਸੀਂ ਥੋੜ੍ਹੀ ਜਿਹੀ ਬ੍ਰੇਕ ਲੈਂਦੇ ਹਾਂ, ਪਲੀਜ਼ ਡੋਂਟ ਗੋ ਟੂ ਫਾਰ, ਥੋੜ੍ਹੀ ਬ੍ਰੇਕ ਲੈ ਕੇ ਹੁਣੇ ਅਸੀਂ ਵਾਪਸ ਆਵਾਂਗੇ। ਸੋ ਪਲੀਜ਼ ਕੀਪ ਵਾਚਿੰਗ ਦ ਸ਼ੋ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਇਨ ਦ ਸੈਕਿੰਡ ਪਾਰਟ। ਅਗਰ ਤੁਸੀਂ ਪਹਿਲਾ ਪਾਰਟ ਨਹੀਂ ਦੇਖਿਆ, ਯੂ ਮਿਸ ਕੁਆਇਟ ਅ ਲੋਟ, ਬਿਕਾਜ਼ ਵਿਸ਼ਾ ਕਰਨ ਕਿ ਪਲੀਜ਼ ਇੱਦਾਂ ਦਾ ਤੁਸੀਂ ਸ਼ੋਅ ਦੇਖਿਆ ਕਰੋ, ਸਪੈਸ਼ਲੀ ਜਿੱਥੇ ਡਾਕਟਰ ਮੇਰੇ ਨਾਲ ਬੈਠੇ ਨੇ, ਤੁਹਾਨੂੰ ਲਾਈਫ ਸਟਾਈਲ ਬਾਰੇ ਦੱਸਦੇ ਨੇ, ਬਿਮਾਰੀਆਂ ਬਾਰੇ ਗੱਲ ਕਰਦੇ ਨੇ, ਥੋੜ੍ਹੀ ਅਵੇਅਰਨੈਸ ਹੁੰਦੀ ਹੈ। ਤੇ ਉਮੀਦ ਰੱਖਦਾ ਕਿ ਤੁਸੀਂ ਹੁਣ ਆਪਣਾ ਵਾਪਸ ਆਣ ਕੇ ਟਾਈਮ 'ਚ ਦੇਖਦੇ ਹੋਗੇ। ਡਾਕਟਰ ਜੀ, ਜਿਹੜੀਆਂ ਅਸੀਂ ਬੋਡੀ ਦੀ ਗੱਲ ਕਰਦੇ ਸੀ ਥੋੜ੍ਹੀ ਜਿਹੀ, ਕਿ ਇਟਸ ਸੋ ਕੰਪਲੀਕੇਟਿਡ ਹੈਗੀ ਹੈ, ਕਿਉਂਕਿ ਕਈ ਬੰਦਿਆਂ ਨੂੰ ਕਦੇ ਲੋੜ ਨਹੀਂ, ਛੋਟੀ ਜਿਹੀ ਵੀ ਹੋਵੇ ਨਾ, ਪਰ ਅੱਜ ਨੂੰ ਮੈਂ ਕੰਟਰੋਡਿਕਟ ਕਰਦਾ ਮੇਰੇ ਆਪ ਨੂੰ, ਛੋਟੀ ਛੋਟੀ ਚੀਜ਼ਾਂ ਤੇ ਪੈਨਿਕ ਵੀ ਨਹੀਂ ਕਰਨਾ ਚਾਹੀਦਾ, ਪਰ ਐਟ ਦ ਸੇਮ ਟਾਈਮ ਪੈਨਿਕ ਨਾ ਕਰੋ, ਪਰ ਉਹਦਾ ਇਨਵੈਸਟੀਗੇਟ ਕਰੋ ਕਿ ਇੱਦਾਂ ਕਿਉਂ ਹੋ ਰਿਹਾ। ਹਾਂਜੀ, ਦੈਟਸ ਰਾਈਟ ਯਾ। ਸੋ ਇੱਦਾਂ ਨਹੀਂ ਹੈਗਾ ਵੀ ਜੇ ਮਾੜਾ ਜਿਹਾ ਤੁਹਾਡਾ ਸਿਰ ਦੁਖਿਆ ਤਾਂ ਉਸੇ ਵੇਲੇ ਡਾਕਟਰ ਦੇ ਦੌੜੇ ਗਏ। ਬਿਲਕੁਲ, ਹਾਂ, ਇੱਦਾਂ ਮਾਮੂਲੀ ਜਿਹੀਆਂ ਚੀਜ਼ਾਂ ਦਾ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ। ਪਰ ਜਿੱਦਾਂ ਆਪਾਂ ਦੱਸਿਆ ਵੀ ਜੇ ਹੁਣ ਸਾਇਟਿਕ ਪੇਨ ਹੁੰਦਾ ਤੁਹਾਡੇ ਤੇ ਉਹ 1-2 ਮਹੀਨੇ ਨਹੀਂ ਹਟਿਆ ਤੇ ਫਿਰ ਜ਼ਰੂਰੀ ਚੈੱਕ ਕਰਾਉਣਾ ਚਾਹੀਦਾ ਹੈ। ਹਾਂਜੀ, ਇਹ ਇੱਦਾਂ ਫਿਰ ਆਲਗਰਜੀ ਨਹੀਂ ਕਰਨੀ ਚਾਹੀਦੀ ਹੈਗੀ ਵੀ ਚਲੋ ਕੋਈ ਨਾ ਆਪੇ ਹਟ ਜਾਊਗਾ, ਪਤਾ ਤਾਂ ਲੱਗੇ ਵੀ ਐਕਚੁਅਲੀ ਪੇ ਕੀ ਪ੍ਰੋਬਲਮ ਹੈ। ਕਿਉਂਕਿ ਡਾਕਟਰ ਮੈਂ ਹਮੇਸ਼ਾ ਕਹਿੰਦਾ, ਤੁਹਾਡੀ ਬੋਡੀ ਹੈ, ਤੁਸੀਂ ਇਹਦੇ ਨਾਲ ਜਨਮ ਤੋਂ ਇਹਦੇ ਨਾਲ ਰਹਿੰਦੇ ਹੋ, ਤੁਹਾਨੂੰ ਉਹਦਾ ਪਤਾ ਹੁੰਦਾ ਕਿ ਕਿੱਦਾਂ। ਅਗਰ ਤੁਹਾਨੂੰ ਪਤਾ ਲੱਗਦਾ ਕਿ ਮੈਨੂੰ ਪਹਿਲਾਂ ਕਦੇ ਏਦਾਂ ਹੋਇਆ ਨਹੀਂ, ਮੈਂ ਇਹਨੂੰ ਚੈੱਕ ਕਰਾਵਾਂ। ਜੇ ਤੁਹਾਨੂੰ ਪਤਾ ਕਿ ਹਾਂ ਮੇਰਾ ਪਹਿਲਾਂ ਵੀ ਕਈ ਦਫਾ ਸਿਰ ਭਾਰਾ ਹੋ ਜਾਂਦਾ ਹੈ, ਤੇ ਜਿੱਦਾਂ ਮੈਂ ਦੱਸਿਆ ਲੋਕਾਂ ਨੂੰ ਐਡਿਕਸ਼ਨ ਹੁੰਦੀ ਹੈ, ਮੈਂ ਚਾਹ ਪੀ ਲਾਂ ਤੇ ਠੀਕ ਹੋ ਜਾਵਾਂ, ਜਾਂ ਮੈਂ ਥੋੜ੍ਹੀ ਦੇਰ ਸੌਂ ਜਾਂ ਠੀਕ ਹੋ ਜਾਵਾਂ। ਸੋ ਇੱਦਾਂ ਦੀ ਚੀਜ਼ਾਂ ਬੰਦਾ ਥੋੜ੍ਹਾ ਬਹੁਤਾ ਦੇਖ ਲੈਂਦਾ, ਲੇਕਿਨ ਅਨਯੂਜੂਅਲ ਜੇ ਕੋਈ ਚੀਜ਼ ਹੋਵੇ ਉਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਦੈਟਸ ਰਾਈਟ। ਜਿਹੜੀ ਸਡਨਲੀ ਡਾਕਟਰ ਮੈਂ ਤੁਹਾਡੇ ਨਾਲ ਗੱਲ ਕਰਾਂਗਾ, ਜਿਹੜੇ ਭੈਣ ਜੀ ਦਾ ਮੈਂ ਬੇਸ਼ੱਕ ਕੋਸ਼ਿਸ਼ ਕਰਦਾ ਹਾਂ ਪਰ ਅਸੀਂ ਗੱਲ ਕਰੀਏ। ਇਹਨਾਂ ਨੂੰ ਖਾਂਸੀ ਦੀ ਪ੍ਰੋਬਲਮ ਕਾਫੀ ਦੇਰ ਤੋਂ ਅੱਗੇ, ਬੜੇ ਲੋਕਾਂ ਨੇ ਦੱਸਿਆ ਕਿ ਬੜਾ ਗੋਲੀਆਂ ਵਗੈਰਾ ਆਪਣੇ ਉਹਦੀਆਂ ਕਫ ਮਿਕਸਚਰ ਵੀ ਖਾਂਦੇ ਨੇ, ਹਰ ਤਰ੍ਹਾਂ ਦੀ, ਚੈਸਟੀ ਕਫ ਦੀ, ਡਰਾਈ ਕਫ ਦੀ, ਨਹੀਂ ਫਰਕ ਪੈਂਦਾ ਹੈਗਾ, ਪਰ ਜਾਸਤੀ ਜਦੋਂ ਲੇਟਦੇ ਉਦੋਂ ਜ਼ਿਆਦਾ ਕਿਉਂ ਹੁੰਦੀ ਹੈ? ਇੱਦਾਂ ਹੀ ਹੈ ਕਿ ਸਿੰਪਟਮ ਹੈਗਾ ਆ ਵੀ ਜਦੋਂ ਤੁਸੀਂ ਤੁਰਦੇ ਫਿਰਦੇ ਆ ਤਾਂ ਤੁਹਾਨੂੰ ਨਹੀਂ ਪ੍ਰੋਬਲਮ ਆਉਂਦਾ ਹੈਗਾ, ਤੇ ਜਦੋਂ ਫਿਰ ਤੁਸੀਂ ਲਿਟ ਜਾਂਦੇ ਆ ਤੇ ਇੱਕ ਤਾਂ ਹੈਗਾ ਵੀ ਤੁਹਾਡਾ ਮਾਈਂਡ ਉੱਥੇ ਰਹਿੰਦਾ ਹੁਣ। ਹਾਂਜੀ, ਤੁਸੀਂ ਹੋਰ ਕਿਸੇ ਮਾਈਂਡ ਆਕੂਪਾਈਡ ਨਹੀਂ ਹੈਗਾ, ਆਪਣੇ ਕੰਮ ਵਿੱਚ ਨਹੀਂ ਹੈਗਾ ਮਨ, ਤੇ ਉਹ ਉੱਥੇ ਕਨਸੈਂਟਰੇਸ਼ਨ ਜ਼ਿਆਦਾ ਹੁੰਦਾ ਤਾਂ ਵੀ ਹੁੰਦਾ। ਤੇ ਜੇ ਤੁਸੀਂ ਸਟ੍ਰੇਟ ਅਪ ਬੈਠਦੇ ਆ ਤੇ ਤੁਹਾਡਾ ਸਾਹ ਜਿਹੜਾ ਸਹੀ ਆਉਂਦਾ ਹੈ, ਸੌਖਾ ਆਉਂਦਾ ਹੈ। ਜਿੱਦੇ ਤੁਸੀਂ ਲੰਮੇ ਪੈ ਜਾਂਦੇ ਆ ਤੇ ਫਿਰ ਸਾਹ ਇੰਨਾ ਈਜ਼ੀ ਨਹੀਂ ਆਉਂਦਾ ਹੈਗਾ ਤੁਹਾਨੂੰ। ਹਾਂਜੀ, ਫਿਰ ਸ਼ੈਲੋ ਜਿਹਾ ਬਰੀਦਿੰਗ ਹੁੰਦਾ ਹੈ, ਡੂੰਘਾ ਸਾਹ ਨਹੀਂ ਆਉਂਦਾ ਤੁਹਾਡਾ ਉਸ ਵੇਲੇ, ਤੇ ਉਹਦੇ ਨਾਲ ਵੀ ਖੰਘ ਛਿੜਦੀ ਆ। ਪਰ ਇਹ ਸਾਡੇ ਲਈ ਹੋਮਿਓਪੈਥ ਲਈ ਇੱਕ ਸਿੰਪਟਮ ਆ ਇਹ, ਤੇ ਉਹ ਖਾਸ ਦਵਾਈਆਂ ਹੈਗੀਆਂ ਜਿਨ੍ਹਾਂ ਨੂੰ ਪਈ ਲੰਮੇ ਪੈਣ ਨਾਲ ਜ਼ਿਆਦਾ ਖੰਘ ਛਿੜਦੀ ਆ। ਹਾਂਜੀ, ਉਹਦਾ ਇਲਾਜ ਹੈ। ਦੈਟਸ ਰਾਈਟ। ਤੇ ਤੁਸੀਂ ਫਟਾਫਟ ਗੱਲ ਸਮਝ ਗਏ ਬਿਕੋਜ਼ ਤੁਹਾਨੂੰ ਪਹਿਲਾਂ ਦੇ ਕੇਸਿਸ ਆਏ ਹੋਣੇ ਨਾ। ਦੈਟਸ ਰਾਈਟ। ਤੇ ਇੱਕ ਰੀਸੈਂਟਲੀ ਹੋਰ ਕੇਸ ਆਇਆ ਸੀ, ਤੇ ਉਹ ਲੜਕੀ ਨੂੰ ਸੀਗਾ ਵੀ ਜਦੋਂ ਬਾਹਰ ਠੰਡ ਵਿੱਚ ਜਾਂਦੀ ਹੈ ਨਾ ਉਦੋਂ ਖੰਘ ਜ਼ਿਆਦਾ ਛਿੜਦੀ ਆ। ਹਾਂਜੀ, ਕੋਲਡ 에ਅਰ ਤੋਂ। ਹਾਂਜੀ, ਸੋ ਉੱਥੇ ਸਪੈਸੀਫਿਕ ਦਵਾਈਆਂ ਸਾਡੇ ਕੋਲ ਹੈਗੀਆਂ ਉੱਥੇ ਜਿਹੜੀ ਬਾਤ ਇਹ ਵੀ ਇੰਟਰਸਟਿੰਗ ਆ। ਆਪਾਂ ਗੱਲ ਕਰਦੇ ਹਾਂ, ਪਹਿਲਾਂ ਆਪਾਂ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਸੇਵਾ ਕਰ ਰਹੇ ਹੋ, ਦੇਖੋ ਇਸ ਵਰਗਾ ਪੁੰਨ ਕੋਈ ਨਹੀਂ। ਥੈਂਕ ਯੂ ਭਾਜੀ। ਨਾਮ ਤੁਹਾਡੀ ਆਵਾਜ਼ ਜਾਣੀ ਪਛਾਣੀ, ਨਾਮ ਦੱਸੋ ਆਪਣਾ। ਮੇਰਾ ਨਾਮ ਗੁਰਬਚਨ ਹੈ, ਮੈਨਚੈਸਟਰ ਤੋਂ ਬੋਲ ਰਿਹਾ ਹਾਂ। ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਨਾ, ਤੁਸੀਂ ਮੈਨੂੰ ਨਹੀਂ ਜਾਣਦੇ। ਮੈਂ ਤੁਹਾਨੂੰ ਦੱਸਿਆ ਵੀ ਤੁਹਾਡੀ ਆਵਾਜ਼ ਪਛਾਣਨੀ, ਲੇਕਿਨ ਮੈਨੂੰ ਨਾਮ ਨਹੀਂ ਸੀ ਪਤਾ, ਮਾਫੀ ਚਾਹੁੰਦਾ ਭਾਜੀ। ਪਹਿਲਾਂ ਤਾਂ ਬਹੁਤ ਕਹਿੰਦੇ ਭਲਾ ਤੁਸੀਂ ਕਰਦੇ ਹੋ ਨਾ, ਜ਼ਰੂਰੀ ਨਹੀਂ ਜਿਸ ਦਾ ਭਲਾ ਕੀਤਾ ਉਹੀ ਤੁਹਾਨੂੰ ਵਾਪਸ ਦੇਗਾ, ਤੁਹਾਨੂੰ ਰੱਬ ਕਿਸੇ ਹੋਰ ਸ਼ੇਪ 'ਚ ਵਾਪਸ ਦੇਗਾ। ਕੀ ਬਾਤ ਹੈ। ਪਾ ਕੇ ਤੁਸੀਂ ਭਲਾ ਕਰ ਰਹੇ ਹੋ, ਭਲਾ ਮਿਲੇਗਾ। ਮੈਂ ਦੋ ਹੀ ਚੀਜ਼ਾਂ ਪੁੱਛੀਆਂ ਸੀ, ਇੱਕ ਤੇ ਮੇਰੇ ਛੋਟੇ ਕੰਨ ਵਿੱਚ ਦਰਦ ਹੋਇਆ 2-3 ਦਿਨ ਤੋਂ, ਤੇ ਦੂਜਾ ਗੋਡੇ ਤੋਂ ਥੱਲੇ ਜਿਹੜੀ ਹੈਗੀ ਨਾ ਜਗ੍ਹਾ, ਕੀ ਕਹਿੰਦੇ ਜਿਹਨੂੰ, ਉਹ ਉੱਥੇ ਥੋੜਾ ਬਹੁਤਾ ਪੇਨ ਹੁੰਦੀ ਹੈ, ਉਹਦਾ ਕੀ ਕਰਨਾ ਚਾਹੀਦਾ? ਸੌਰੀ, ਕੀ ਕੁਐਸਚਨ ਸੀ?
ਪਛਾਣ ਲਿਆ ਮੈਨੂੰ, ਮੈਂ ਆਨਾ ਕਦੇ ਕਦੇ ਹਸਾਨ ਵਾਸਤੇ ਹੀ। ਨਹੀਂ, ਮੈਨੂੰ ਪਤਾ ਲੱਗ ਗਿਆ ਤੇਰਾ। ਇੱਕ ਦਫਾ ਆਪਣਾ ਹੌਲੀ ਨਾ ਫੇਟੀ ਡਾਕਟਰ ਜੀ ਨੂੰ ਸਵਾਲ ਪੁੱਛੇ, ਉਹਨਾਂ ਨੂੰ ਸਮਝ ਨਹੀਂ ਪਈ ਤੁਹਾਡੀ ਪਹਿਲਾਂ। ਇੱਕ ਤੇ ਕੰਨ ਵਿੱਚ ਮੇਰੇ 2-3 ਦਿਨ ਤੋਂ ਦਰਦ ਹੋ ਰਿਹਾ ਵੇ, ਕੰਨ ਵਿੱਚ। ਓਕੇ, ਹਾਂਜੀ ਹਾਂਜੀ ear ਹਾਂਜੀ ਵਿੱਚੋਂ। ਠੀਕ ਹੈ ਜੀ। ਹਾਂਜੀ, ਜੇ ਤਾਂ ਮੱਠਾ ਮੱਠਾ ਦਰਦ ਹੁੰਦਾ ਭਾਜੀ ਤਾਂ ਇਹਦਾ ਮਤਲਬ ਤੁਹਾਡੇ ਅੰਦਰ ਰੇਸ਼ਾ ਫਸੀ ਆ। ਹਾਂਜੀ, ਤੇ ਕਈ ਵੈਰੀ ਗੁੱਡ। ਅੱਛਾ, ਹਾਂਜੀ, ਸੋ ਤੁਸੀਂ ਸੌਂਫ ਕਾੜ ਕੇ ਉਹਦਾ ਪਾਣੀ ਪੀਓ ਤੇ ਉਹ ਡਰੇਨ ਹੋ ਜਾਊਗੀ। ਹਾਂਜੀ, ਓ ਵੈਰੀ ਨਾਈਸ। ਹਾਂਜੀ, ਤੇ ਹਾਂਜੀ। ਦੂਜਾ ਗੋਡੇ ਤੋਂ ਥੱਲੇ ਨਾ ਥੋੜਾ ਜਿਹਾ ਮਤਲਬ ਜੇ ਕੀ ਕਹਿੰਦੇ ਹੁੰਦੇ ਨੇ, ਗੋਡੇ ਥੱਲੇ ਮਤਲਬ ਜਿਹੜਾ ਮਸਲ ਉੱਥੇ ਥੋੜਾ ਬਹੁਤਾ ਦਰਦ ਹੁੰਦਾ ਹੈ, ਉਹਦੇ ਹਾਂਜੀ। ਵਾਸਤੇ ਕੋਈ ਆਇਲ ਹੋਈ ਜਾਂ ਕੀ ਕਰਨਾ ਚਾਹੀਦਾ? ਹਾਂਜੀ, ਸੋ ਜੇ ਤਾਂ ਇਹ ਰੀਸੈਂਟ ਪ੍ਰੋਬਲਮ ਆ, ਹਾਂਜੀ ਥੋੜੀ ਦੇਰ ਤੋਂ ਆ, ਤੇ ਇਹਦੇ ਤੁਸੀਂ ਜ਼ਰੂਰ ਸੇਕ ਦਿਓ ਤੇ ਮਾਲਿਸ਼ ਕਰੋ ਤੇ ਠੀਕ ਹੋ ਜਾਏਗਾ। ਜੇ ਤਾਂ ਲੰਬੇ ਚਿਰ ਤੋਂ ਆ, ਇਹਦਾ ਮਤਲਬ ਫਿਰ ਤੁਹਾਡੇ ਥੋੜਾ ਬਹੁਤ ਆਰਥਰਾਈਟਿਸ ਸ਼ੁਰੂ ਹੋ ਰਿਹਾ ਤੇ ਉਹਦਾ ਫਿਰ ਦਵਾਈਆਂ ਨਾਲ ਠੀਕ ਹੋਣਾ। ਹਾਂਜੀ, ਮੈਂ ਆਰਥਰਾਈਟਿਸ ਕਦੇ ਇਨਵਾਈਟ ਨਹੀਂ ਕੀਤਾ ਤੇ ਉਹ ਕਿਸ ਤਰ੍ਹਾਂ ਆ ਗਿਆ? ਇਹ ਆ ਜਾਂਦਾ ਜੀ, ਤਕਰੀਬਨ ਬਹੁਤ ਲੋਕਾਂ ਦੇ ਆ ਜਾਂਦਾ ਆ। 1 ਮਿੰਟ ਵਾਸਤੇ ਹਸਾ ਸਕਣਾ ਜੇ ਇਜਾਜ਼ਤ ਹੋਵੇ ਤੇ? ਹਾਂਜੀ, 1 ਮਿੰਟ ਵਾਸਤੇ ਹਸਾ ਸਕਣਾ, ਮੈਂ ਪੁੱਛਦਾ ਵੀ ਉਹਨਾਂ ਨੂੰ। ਹਾਂਜੀ ਹਾਂਜੀ ਹਾਂਜੀ, ਦੱਸੋ ਦੱਸੋ। ਇੱਕ ਡਾਕਟਰ ਸੀ ਨਾ, ਤੇ ਉਹ ਜਦੋਂ ਵਿਆਹ ਤੇ ਜਾਂਦਾ ਸੀ ਨਾ, ਤੇ ਕਹਿੰਦਾ ਮੇਰੀ ਨਾ ਵਿਆਹ ਤੇ ਪਾਰਟੀ ਖਰਾਬ ਹੋ ਜਾਂਦੀ ਹੈ। ਅੱਛਾ। ਲੇਡੀ ਆਂਦੀ ਮੇਰੇ ਪੇਟ ਨੂੰ ਦਰਦ ਹੈ, ਡਾਕਟਰ ਸਾਹਿਬ ਦੇਖ ਲੈਣ ਕੀ ਹੈ, ਇਹ ਬੱਚਾ ਮੇਰਾ ਖਾਂਦਾ ਨਹੀਂ, ਇਹਨੂੰ ਦੇਖਣਾ ਕੀ ਹੈ। ਤੇ ਉਹ ਡਾਕਟਰ, ਇੱਕ ਵਕੀਲ ਆਇਆ ਤੇ ਉਹਨੂੰ ਦੱਸੇ ਪਿਆ। ਵਕੀਲ ਕਹਿੰਦਾ ਕੀ ਗੱਲ? ਕਹਿੰਦਾ ਮੈਂ ਬੜਾ ਡਿਸਟਰਬ ਹਾਂ, ਜਦ ਜਿੱਥੇ ਵਿਆਹ 'ਚ ਜਾਣਾ ਮੇਰੀ ਸਾਰਾ ਪਾਰਟੀ ਖਰਾਬ ਹੋ ਜਾਂਦੀ ਹੈ, ਕੋਈ ਜਾਨ ਨਹੀਂ ਆਉਂਦੀ, ਮੇਰੇ ਲੱਕ ਨੂੰ ਦਰਦ ਹੈ, ਮੈਂ ਕਹਿੰਦੀ ਮੇਰੇ ਪੇਟ 'ਚ ਦਰਦ ਹੈ, ਕੋਈ ਬੱਚਾ ਨਹੀਂ ਖਾਂਦਾ, ਮੇਰਾ ਸਾਰਾ ਟਾਈਮ ਜ਼ਾਇਆ ਹੋ ਜਾਂਦਾ ਹੈ। ਵਕੀਲ ਕਹਿੰਦਾ ਮੇਰਾ ਤੇ ਸਿੱਧਾ ਕੰਮ ਹੈ, ਜਿਹੜਾ ਵੀ ਕੋਈ ਲਵੇ ਸਲਾਹ ਮੈਂ ਉਹਨੂੰ ਬਿੱਲ ਚੁੱਪ ਕਰਕੇ ਭੇਜ ਦੇਣਾ। ਤੇ ਡਾਕਟਰ ਕਹਿਣ ਲੱਗਾ ਠੀਕ ਹੈ, ਅੱਗੋਂ ਤੋਂ ਮੈਂ ਵੀ ਇਹ ਕਰਾਂਗਾ। ਉਹ ਡਾਕਟਰ ਜਦੋਂ ਘਰ ਗਿਆ ਤੇ ਸਵੇਰੇ ਉੱਠਿਆ ਤੇ ਉਹ ਵਕੀਲ ਦਾ ਬਿੱਲ ਆਇਆ ਸੀ ਕਿ ਤੂੰ ਕੱਲ ਮੇਰੇ ਕੋਲ ਸਲਾਹ ਲਈ ਸੀ ਤੇ ਪਲੀਜ਼ ਥੈਂਕ ਯੂ ਵੈਰੀ ਮਚ। ਭਾਜੀ, ਇਹ ਜਿਹੜੀ ਨਾ ਤੁਸੀਂ ਹਾਸਾ ਮਖੌਲ ਦੀ ਗੱਲ ਕਰਦੇ ਨਾ, ਤੁਸੀਂ ਮੈਨੂੰ ਬਲੀਵ ਕਰੋ ਸੱਚ ਇੱਕ ਮੈਡੀਸਨ ਹੈਗੀ ਹੈ। ਡਾਕਟਰ ਜੀ ਤੁਸੀਂ ਐਗਰੀ ਕਰਦੇ ਹੋ? ਲਾਫਟਰ ਇਜ਼ ਬੇਸ਼ੱਕ ਘਰ ਦੇ ਵਿੱਚ ਜਿਹੜਾ ਲਾਫਟਰ ਹੈਗਾ, ਹਾਸਾ ਇਹ ਮਖੌਲ। ਵਾਕਈ ਹੈਲੋ ਹਾਂਜੀ ਹਾਂਜੀ। ਡਾਕਟਰ ਵਾਕਈ ਇੱਕ 95 ਇਅਰਸ 올ਡ ਆਦਮੀ ਸੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਤੂੰ ਸਲਿਮ ਟ੍ਰਿਮ ਕਿਸ ਤਰ੍ਹਾਂ ਹੈ? ਤਾਂ ਜਦੋਂ ਮੇਰਾ ਵਿਆਹ ਹੋਇਆ ਸੀ ਤੇ ਮੇਰੀ ਵਾਈਫ ਨਾਲ ਐਗਰੀਮੈਂਟ ਹੋਇਆ ਸੀ, ਜਿਹੜਾ ਵੀ ਗਲਤੀ ਕਰੇਗਾ ਉਹ 5 ਮੀਲ ਚੱਲੇਗਾ। ਉਹ ਜਨਾਨੀਆਂ ਤੇ ਗਲਤੀ ਕਰ ਰਹੀਆਂ ਨੇ, ਹਮੇਸ਼ਾ ਆਦਮੀ ਗਲਤੀ ਕਰਦਾ ਹੈ। ਤੇ ਮੈਂ ਗਲਤੀ ਕਰਦਾ ਸੀ ਤੇ ਮੈਂ 5 ਮੀਲ ਟੁਰਦਾ ਸੀ। ਕਿ ਪਰ ਤੇਰੀ ਵਾਈਫ ਵੀ ਤੇ ਸਲਿਮ ਟ੍ਰਿਮ ਹੈ। ਕਹਿੰਦਾ ਜਨਾਨੀਆਂ ਕਦੇ ਹਸਬੈਂਡ ਤੇ ਤਬਾਰ ਕਰਦੀਆਂ। ਮੈਂ ਕਹਿੰਦਾ ਨਹੀਂ। ਕਹਿੰਦਾ ਮੇਰੀ ਵਾਈਫ ਪਿੱਛੇ ਪਿੱਛੇ 5 ਮੀਲ ਆਉਂਦੀ ਸੀ ਦੇਖਣ ਵਾਸਤੇ 5 ਮੀਲ ਗਿਆ ਕਿ ਨਹੀਂ। ਵੈਰੀ ਗੁੱਡ। ਥੈਂਕ ਯੂ ਵੈਰੀ ਮਚ। ਭਾਜੀ ਬਹੁਤ ਬਹੁਤ ਮਿਹਰਬਾਨੀ। ਪਲੀਜ਼ ਸ਼ੋ ਦੇਖਦੇ ਰਹੋ ਤੇ ਬੜਾ ਅੱਛਾ ਲੱਗਿਆ। ਮੈਂ ਚਾਹਾਂਗਾ ਕਿ ਤੁਸੀਂ ਪਲੀਜ਼ ਦੇਖੋ, ਜਿੱਦਾਂ ਡਾਕਟਰ ਜੀ ਮਦਦ ਕਰਦੇ ਨੇ, ਮੇਰੀ ਨਾਲ ਕੋਸ਼ਿਸ਼ ਹੁੰਦੀ ਹੈ ਲੋਕਾਂ ਦੀ ਮਦਦ। ਜਿਹੜਾ ਵੀ ਬੰਦੇ ਦਾ ਕੋਈ ਤੰਦਰੁਸਤ ਹੁੰਦਾ, ਬੜਾ ਅੱਛਾ ਲੱਗਦਾ, ਭਲਾ ਹੋਏਗਾ, ਕਿਸੇ ਦੀ ਦੁਆ ਲੱਗੇਗੀ। ਤੁਸੀਂ ਵੀ ਕੋਈ ਨਾ ਕੋਈ ਇਦਾਂ ਦਾ ਸੁਣਾ ਕੇ ਲੋਕਾਂ ਦਾ ਦਿਲ ਕਰ ਦਿੰਦੇ ਹੋ। ਇਹ ਵੀ ਤੁਸੀਂ ਵੀ ਇਲਾਜ ਕਰਦੇ ਹੋ ਲੋਕਾਂ ਦਾ, ਬਹੁਤ ਅੱਛਾ ਲੱਗਿਆ, ਵੈਰੀ ਨਾਈਸ। ਬਾਕੀ ਜਿਹੜਾ ਡਾਕਟਰ ਨੇ ਤੁਹਾਨੂੰ ਦੱਸਿਆ ਸੌਂਫ ਦਾ ਪਾਣੀ ਪੀਣਾ, ਉਹ ਫਰਕ ਤੁਹਾਨੂੰ ਤਾਂ ਪਏਗਾ ਤਾਂ ਕਿ ਮੈਨੂੰ ਵੀ ਨਾਲ ਪਿਲਾਇਓ, ਤੁਸੀਂ ਫੇਰ ਫਰਕ ਪੈਣਾ ਹੁੰਦਾ। ਨਹੀਂ ਡਾਕਟਰ ਜੀ ਬਹੁਤ ਅੱਛਾ, ਵੈਰੀ ਨਾਈਸ। ਦੇਖੋ ਇਦਾਂ ਦੇ ਬੰਦੇ ਹੈਗੇ ਨੇ ਨਾ, ਮਾਹੌਲ ਹੀ ਚੇਂਜ ਹੋ ਜਾਂਦਾ। ਹਾਂ ਬਿਲਕੁਲ, ਦੈਟਸ ਰਾਈਟ। ਬੰਦਾ ਬਿਮਾਰੀ ਭੁੱਲ ਜਾਂਦਾ ਥੋੜੀ ਦੇਰ ਲਈ। ਵੈਰੀ ਨਾਈਸ। ਖੁਸ਼ ਰਹਿਣਾ ਤੇ ਦੂਸਰਿਆਂ ਨੂੰ ਵੀ ਖੁਸ਼ ਕਰਨਾ, ਵੈਰੀ ਗੁੱਡ। ਹਾਂਜੀ, ਬੜੇ ਇਦਾਂ ਦੇ ਮਖੌਲੇ ਕਾਫੀ ਦੱਸਦੇ ਨੇ ਬੜੇ ਸਾਲਾਂ ਤੋਂ। ਜਦੋਂ ਵੀ ਕਿਤੇ ਵੀ ਕਾਲ ਕਰੇ ਨਾ, ਹਮੇਸ਼ਾ ਕੋਈ ਇੱਕ ਅੱਧਾ ਸੁਣਾਉਂਦੇ ਨੇ। ਵੈਰੀ ਵੈਰੀ ਨਾਈਸ। ਥੈਂਕ ਯੂ ਭਾਜੀ, ਤੁਹਾਡਾ ਬਹੁਤ ਤੁਸੀਂ ਦਿਨ ਲਗਾਤਾ, ਦਿਨ ਬਣ ਗਿਆ, ਸੋਹਣਾ ਨਿਕਲੇਗਾ। ਥੈਂਕ ਯੂ। ਇਦਾਂ ਦੇ ਬੰਦਿਆਂ ਦੀ ਬਹੁਤ ਲੋੜ ਹੈ। ਥੈਂਕ ਯੂ ਜੀ। ਹਾਂਜੀ ਡਾਕਟਰ। ਹਾਂਜੀ, ਆਪਾਂ ਕਹਿ ਰਹੇ ਸੀ ਵੀ ਜਦੋਂ ਬਾਹਰ ਜਾਣਾ ਤੇ ਉਹਨਾਂ ਨੂੰ ਖੰਘ ਛਿੜਦੀ ਆ ਠੰਡੀ ਹਵਾ ਵਿੱਚ, ਤੇ ਉਹਦੀ ਅਲੱਗ ਦਵਾਈ ਆ। ਹਾਂਜੀ, ਤੇ ਉਹਨਾਂ ਨੂੰ ਅਸੀਂ ਦਵਾਈ ਦਿੱਤੀ ਤੇ ਉਹ ਬਹੁਤ ਹੀ ਜਲਦੀ ਠੀਕ ਹੋ ਗਏ। ਸੋ ਇੱਦਾਂ ਵੀ ਆਪਣੇ ਆਪਣੇ ਸਿੰਪਟਮ ਹਰੇਕ ਤਰ੍ਹਾਂ ਦੇ ਹੁੰਦੇ ਆ ਬਿਮਾਰੀ ਦੇ, ਤੇ ਕਈ ਅਨਯੂਜੂਅਲ ਸਿੰਪਟਮ ਵੀ ਹੁੰਦੇ ਆ, ਤੇ ਅਸੀਂ ਸਿੰਪਟਮ ਤੇ ਜ਼ਿਆਦਾ ਜਾਈਦਾ ਆ। ਹਾਂਜੀ, ਤੇ ਜੀਪੀ ਦਾ ਅਪਰੋਚ ਡਿਫਰੈਂਟ ਆ ਕੁਛ, ਤੇ ਉਹਨਾਂ ਦਾ ਹੈਗਾ ਵੀ ਜੇ ਤੁਹਾਡੀ ਇਨਫੈਕਸ਼ਨ ਆ ਤਾਂ ਐਂਟੀਬਾਇਓਟਿਕ ਮਿਲ ਜਾਣਾ ਤੁਹਾਨੂੰ, ਤੇ ਜੇ ਕਿਤੇ ਇਨਫਲੇਮੇਸ਼ਨ ਹੋਈ ਐਂਟੀ ਇਨਫਲੇਮੇਟਰੀ ਮਿਲ ਜਾਣਾ, ਤੇ ਜੇ ਕੋਈ ਦਰਦ ਹੁੰਦਾ ਤਾਂ ਪੇਨ ਕਿਲਰ ਮਿਲ ਜਾਊਗਾ। ਤੇ ਹੋਮਿਓਪੈਥੀ ਵਿੱਚ ਅਲੱਗ ਅਪਰੋਚ ਆ। ਜੇ ਨਹੀਂ ਠੀਕ ਹੋਇਆ ਤਾਂ ਉਹਦਾ ਡੋਜ਼ਿਸ ਹੈਵੀ ਕਰ ਦਵਾ। ਹਾਂਜੀ, ਦੈਟਸ ਰਾਈਟ। ਤੇ ਪਰ ਅਸੀਂ ਸਿੰਪਟਮ ਤੇ ਜ਼ਿਆਦਾ ਜਾਈਦਾ। ਹਾਂਜੀ, ਸੋ ਜਿੱਦਾਂ ਵੀ ਹੁਣ ਕਿਸੇ ਨੂੰ ਖੰਘ ਹੋਈ ਆ ਤੇ ਉਹਨਾਂ ਦੇ ਖੰਘ ਜਿਹੜੀ ਆ ਵੀ ਰਾਤ ਨੂੰ ਜ਼ਿਆਦਾ ਛਿੜਦੀ ਆ, ਸਾਨੂੰ ਟਾਈਮ ਵੀ ਲੈਣਾ ਪੈਂਦਾ ਹੈ। ਹਾਂਜੀ, ਸੋ ਕਿਸੇ ਦੀ 12 ਵਜੇ ਜ਼ਿਆਦਾ ਖੰਘ ਛਿੜਦੀ, ਕਿਸੇ ਦੀ 3 ਵਜੇ ਛਿੜਦੀ ਆ, ਉੱਥੇ ਅਲੱਗ-ਅਲੱਗ ਦਵਾਈਆਂ ਵਰਤੀਦੀਆਂ ਸੀ ਅਲੱਗ ਟਾਈਮ ਦੇ ਨਾਲ। ਦੈਟਸ ਰਾਈਟ ਡਾਕਟਰ, ਬੜੀ ਕਮਾਲ ਦੀ ਗੱਲ ਹੈ। ਬਹੁਤ ਕਮਾਲ ਦੀ ਗੱਲ ਹੈ। ਸੋ ਬਹੁਤ ਹੀ ਫਾਈਨ ਟਿਊਨ ਕਰਨਾ ਪੈਂਦਾ ਸਾਨੂੰ। ਹਾਂਜੀ, ਦੈਟਸ ਰਾਈਟ। ਇਸੇ ਕਰਕੇ ਸਾਨੂੰ ਕਾਫੀ ਗੱਲਾਂ ਪੁੱਛਣੀਆਂ ਪੈਂਦੀਆਂ,
ਤੇ ਫਿਰ ਆਪਣਾ ਜੋ ਤੁਹਾਡੇ ਮਨ ਵਿੱਚ ਆ ਉਹ ਵੀ ਬਹੁਤ ਇੰਪੋਰਟੈਂਟ ਆ। ਹਾਂਜੀ, ਤੁਹਾਡੀ ਬਿਮਾਰੀ ਬਾਰੇ ਤੁਹਾਡੇ ਮਨ ਵਿੱਚ ਕੀ ਗੱਲ ਆ। ਹਾਂਜੀ, ਸੋ ਕਈ ਕਹਿ ਦਿੰਦੇ ਆ ਮੈਂ ਠੀਕ ਨਹੀਂ ਹੋਣਾ ਹੈਗਾ, ਇਹ ਆ ਮੇਰੀ ਗੱਲ। ਉਹ ਪਹਿਲੇ ਮਨ ਬਣ ਕੇ ਹਾਂ, ਦੱਸ ਮਨ ਵਿੱਚ ਆ ਜਾਏ ਵੀ ਹੁਣ ਇੰਨਾ ਲੰਮਾ ਪ੍ਰੋਬਲਮ ਹੋ ਗਿਆ, ਮੈਂ ਨਹੀਂ ਠੀਕ ਹੋਣਾ ਹੈਗਾ। ਸੋ ਉਹ ਵੀ ਇੱਕ ਮੈਂਟਲ ਸਟੇਟ ਆ ਜਿਹੜਾ ਆਪਾਂ ਉਹ 'ਤੇ ਆਪਾਂ ਦਵਾਈ ਸਿਲੈਕਟ ਕਰ ਸਕਦੇ ਹਾਂ। ਹਾਂਜੀ, ਹੋਮਿਓਪੈਥੀ ਦਵਾਈ। ਤੇ ਕਈ ਬੇਪਰਵਾਹ ਹੁੰਦੇ ਆ ਤੇ ਉਹਨਾਂ ਨੂੰ ਕੋਈ ਨਾ ਕੋਈ ਲੈ ਕੇ ਆਉਂਦਾ ਵੀ ਮੇਰੇ ਬੇਟੇ ਨੂੰ ਇਲਾਜ ਕਰਾਉਣਾ, ਤੇ ਉਹ ਆਪ ਖੁਦ ਨਹੀਂ ਉਹਨੂੰ ਲੈ ਕੇ ਆਉਂਦੇ ਜਾਣੀ ਕਿ। ਹਾਂਜੀ, ਤੇ ਇਹਦਾ ਮਤਲਬ ਉਹ ਬੇਪਰਵਾਹ ਆ, ਉਹ ਬੋਦਰ ਨਹੀਂ ਕਰਦਾ ਆਪਣੀ ਕੰਡੀਸ਼ਨ ਬਾਰੇ। ਹਾਂਜੀ, ਉਹਨਾਂ ਦੇ ਮਾਂ ਪਿਓ ਨੂੰ ਜ਼ਿਆਦਾ ਫਿਕਰ ਹੁੰਦਾ ਹੈ ਨੈਚੁਰਲੀ, ਤੇ ਉਹ ਵੀ ਇੱਕ ਸਿੰਪਟਮ ਬਣ ਜਾਂਦਾ ਵੀ ਇਹ ਆਪਣੀ ਕੰਡੀਸ਼ਨ ਬਾਰੇ ਹੈਗੀ ਸੀਰੀਅਸ ਹੈ ਇਹਦੀ ਕੰਡੀਸ਼ਨ, ਪਰ ਇਹ ਬੇਪਰਵਾਹ ਆ। ਹਾਂਜੀ, ਬੋਦਰ ਨਹੀਂ ਕਰਦਾ। ਉਹ ਵੀ ਇੱਕ ਉਹ ਦਵਾਈ ਉੱਥੇ ਲੱਗਦੀ ਹੈ ਭਾਜੀ। ਹਾਂਜੀ, ਪਰ ਤੁਸੀਂ ਜਰਾ ਭਾਜੀ ਨਾਲ ਗੱਲ ਸੀ ਫੋਨ ਗੋਡੇ ਦੀ, ਉਹਨਾਂ ਨੇ ਆਪਾਂ ਪਹਿਲਾਂ ਕਾਲ ਲੈ ਲਈ, ਫਿਰ ਗੱਲ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸੋਗੇ ਔਰ ਕਿੱਥੋਂ ਬੋਲਦੇ ਹੋ? ਮੈਂ ਵਾਰੰਗਲ ਤੋਂ ਬੋਲਦਾ, ਮੇਰਾ ਨਾਮ ਜੋਗਿੰਦਰ ਸਿੰਘ ਆ। ਦਵਿੰਦਰ ਸਿੰਘ ਜੀ, ਸਵਾਗਤ। ਹੁਣ ਤੁਸੀਂ ਗੱਲ ਕਰੋ, ਸਿੱਧਾ ਡਾਕਟਰ ਜੀ ਜਵਾਬ ਦੇਣਗੇ। ਹਾਂਜੀ, ਉਹਨਾਂ ਦੇ ਨਾਲ ਗੱਲ ਕਰਨੀ ਸੀ। ਬੋਲੋ ਜੀ, ਬੋਲੋ। ਮੈਨੂੰ ਹੈ ਨਾ ਜਿੱਦਾਂ ਪ੍ਰੋਬਲਮ ਹੋਈ ਸੀ, ਹੈ ਨਾ, ਜਿੱਦਾਂ ਹਰਨੀਆਂ ਦਾ ਆਪਰੇਸ਼ਨ ਹੋਇਆ ਸੀ, ਉਹਦੇ ਨਾਲੇ ਮੇਰੇ ਗਲ ਦੇ ਵਿੱਚ ਜਿੱਦਾਂ ਹੈ ਨਾ ਕਹਿੰਦੇ ਵੀ ਪ੍ਰੋਬਲਮ ਹੋ ਗਈ। ਤੇ ਨਾਲੇ ਉਹ ਕਹਿੰਦੇ ਹੁਣ ਕੈਮਰਾ ਪਾ ਕੇ ਦੇਖਿਆ ਸੀ, ਕਹਿੰਦੇ ਗੈਸ ਬਣਦਾ ਹੈ ਨਾ। ਹਾਂਜੀ, ਗੈਸ ਬਣਦਾ, ਉਹਦੇ ਨਾਲ ਇਦਾਂ ਸੰਘ ਦੇ ਵਿੱਚ ਇਦਾਂ ਹੁੰਦਾ ਜਿੱਦਾਂ ਵੀ ਸਾਹ ਨਹੀਂ ਆਉਣਾ ਹੁੰਦਾ, ਜਿੱਦਾਂ ਸਵਾਲੋ ਨਹੀਂ ਹੁੰਦਾ ਨਾ, ਇਦਾਂ ਵਿੱਚ ਇਦਾਂ ਆ। ਅੱਛਾ। ਸੋ ਤੁਸੀਂ ਜਦੋਂ ਰੋਟੀ ਖਾਂਦੇ ਹੋ ਸਵਾਲੋ ਚੰਗੀ ਤਰ੍ਹਾਂ ਨਹੀਂ ਹੁੰਦਾ, ਲੰਘਦਾ ਨਹੀਂ ਹੈ? ਨਹੀਂ, ਆਹ ਜਿੱਦਾਂ ਵੀ ਜਿੱਦਾਂ ਸੰਘ ਦੇ ਵਿੱਚ ਕੋਈ ਫਸਣਾ ਫਸ ਜਾਣਾ ਹੁੰਦਾ ਨਾ, ਇਦਾਂ। ਹਾਂਜੀ, ਓਕੇ। ਸੋ ਹੋ ਸਕਦਾ ਵੀ ਉਹ ਜਿਹੜੀ ਨਾੜੀ ਜਾਂਦੀ ਹੈ ਮੂੰਹ ਤੋਂ ਸਟਮਕ ਤਾਈਂ, ਤੇ ਉਹਦੇ ਵਿੱਚ ਕੋਈ ਕਮਜ਼ੋਰੀ ਪੈ ਗਈ ਆ। ਹਾਂਜੀ, ਸੋ ਮੈਂ ਗੋਲੀਆਂ ਖਾਣਾ। ਹਾਂਜੀ, ਉਹ ਐਸਿਡ ਲਈ ਦਿੱਤੀਆਂ ਹੋਣੀਆਂ ਤੁਹਾਨੂੰ, ਕੈਪਸੂਲ, ਲੈਂਜ਼ੋਪ੍ਰਾਜ਼ੋਲ। ਹਾਂਜੀ, ਉਹੀ ਲੈਂਜ਼ੋਪ੍ਰਾਜ਼ੋਲ ਆ ਜਾਏ। ਹਾਂਜੀ, ਇਹੀ ਦਿੰਦੇ। 30 ਮਿਲੀਗ੍ਰਾਮ ਦੀ ਖਾਣਾ। ਹਾਂਜੀ, ਇਹ ਲੈਂਜ਼ੋਪ੍ਰਾਜ਼ੋਲ ਜਾਂ ਓਮੀਪ੍ਰਾਜ਼ੋਲ ਦਿੰਦੇ ਹੁੰਦੇ ਆ। ਤੇ ਇਹ ਹੁੰਦੀ ਵੀ ਤੁਹਾਡੀ ਸਟਮਕ ਵਿੱਚ ਜਿਹੜੀ ਐਸਿਡ ਹੈ ਉਹ ਕੰਮ ਹੋ ਜਾਵੇ। ਤੇ ਪਰ ਇਹ ਲੌਂਗ ਟਰਮ ਕੋਈ ਸੋਲੂਸ਼ਨ ਨਹੀਂ ਹੈਗਾ ਇਹਦਾ। ਤੇ ਇਹਦਾ ਕੋਈ ਨਹੀਂ, ਆਪਾਂ ਇਲਾਜ ਕਰ ਸਕਦੇ ਹਾਂ। ਤੁਸੀਂ ਸਾਨੂੰ ਕੰਟੈਕਟ ਕਰ ਲਿਓ ਜੀ। ਓਕੇ, ਇਹ ਮੇਰੇ ਕੋਲ ਟੈਲੀਫੋਨ ਹੈਗਾ ਤੁਹਾਡਾ, ਇੱਥੇ ਮੈਂ ਲਿਖਿਆ ਸੀ ਹੁਣ, 84377934। ਹਾਂਜੀ, ਦੈਟਸ ਰਾਈਟ। ਇਹ ਤੁਸੀਂ ਮੰਡੇ, ਵੈਨਸਡੇ, ਫਰਾਈਡੇ 10 ਤੋਂ 11 ਕਰ ਲਿਓ ਜੀ। 10 ਤੋਂ 11 ਮੰਡੇ ਵਾਲਾ। ਮੰਡੇ, ਵੈਨਸਡੇ ਤੇ ਫਰਾਈਡੇ, ਕਿਸੇ ਦਿਨ ਵੀ। ਮੰਡੇ, ਵੈਨਸਡੇ, ਫਰਾਈਡੇ। ਹਾਂਜੀ, ਠੀਕ ਹੈ ਜੀ। ਓਕੇ ਜੀ, ਓਕੇ, ਥੈਂਕ ਯੂ ਸਰ, ਥੈਂਕ ਯੂ, ਬਹੁਤ ਅੱਛਾ ਲੱਗਿਆ। ਤੁਸੀਂ ਨੰਬਰ ਜਿਹੜਾ ਤੁਹਾਡਾ ਰਾਈਟ ਨੰਬਰ ਹੈ, ਲੇਕਿਨ ਮੰਡੇ, ਵੈਨਸਡੇ, ਫਰਾਈਡੇ ਬਿਟਵੀਨ 10 and 11, ਨਾ ਤੇ 1 ਮਿੰਟ ਪਹਿਲਾਂ ਨਾ ਤੇ 1 ਮਿੰਟ ਲੇਟ, ਪਲੀਜ਼ ਕੋਸ਼ਿਸ਼ ਕਰਿਓ 10 ਤੇ 11 ਦੇ ਵਿੱਚ ਕਾਲ ਕਰਿਓ। ਤੇ ਜਿੱਦਾਂ ਡਾਕਟਰ ਨੇ ਦੱਸਿਆ ਕਿ ਹਾਂ ਤੁਹਾਡੇ ਪਾਸ ਉਹਨਾਂ ਪਾਸ ਕੋਈ ਹੋਮਿਓਪੈਥੀ ਇਲਾਜ ਹੈਗਾ, ਤੇ ਗੋ ਹੈਵ ਅ ਗੋ, ਟਰਾਈ ਕਰੋ, ਤੇ ਰੱਬ ਮਿਹਰ ਕਰੇਗਾ, ਜ਼ਰੂਰ ਤੁਸੀਂ ਅੱਛਾ ਫੀਲ ਕਰੋਗੇ। ਡਾਕਟਰ ਜੀ, ਮੈਂ ਥੋੜ੍ਹਾ ਜਿਹਾ ਪਹਿਲੇ ਆਪਣੇ ਕੋਲ ਗੱਲ ਕਰਦੇ, ਉਹਨਾਂ ਦੀ ਜਿਹੜਾ ਜੋਕਸ ਨਾਲ ਸੀਗਾ, ਉਹਨਾਂ ਦੇ ਗੋਡਿਆਂ ਦੇ ਤੁਸੀਂ ਦੱਸਿਆ ਕਿ ਉਹਦਾ ਸਾਈਨ ਹੋ ਸਕਦਾ, ਆਰਥਰਾਈਟਿਸ ਦਾ ਵੀ ਹੋ ਸਕਦਾ। ਹਾਂ, ਡਿਪੈਂਡ ਕਰਦਾ ਕਿੰਨਾ ਚਿਰ ਹੋ ਗਿਆ ਹੈ ਨਾ। ਤੇ ਜੇ ਤਾਂ ਉਹਨਾਂ ਰੀਸੈਂਟਲੀ ਹੋਏ, ਥੋੜੇ ਦਿਨੇ ਹੋਏ ਕੋਈ ਪ੍ਰੋਬਲਮ ਆਇਆ, ਉਹ ਤਾਂ ਇਦਾਂ ਫਿਰ ਤੁਹਾਡੇ ਕਈ ਵਾਰੀ ਮਿਸਸਟੈਪ ਹੋ ਜਾਂਦਾ, ਜਦੋਂ ਤੁਰਦੇ ਆ ਤੇ ਉਹ ਮਾੜਾ ਮੋਟਾ ਕੋਈ ਇੰਜਰੀ ਹੋ ਜਾਂਦੀ ਆ, ਤੇ ਉਹਦੇ ਕਰਕੇ ਦਰਦ ਪੈ ਜਾਂਦਾ। ਕਿਸੇ ਦੇ ਵੀ ਹੋ ਸਕਦਾ, ਉਹ ਥੋੜੇ ਦਿਨਾਂ 'ਚ ਠੀਕ ਹੋ ਜਾਂਦਾ ਆਪਣੇ ਆਪ। ਤੇ ਜੇ ਤਾਂ ਹੁਣ ਹੋ ਗਿਆ ਪਏ ਕਈ ਹਫ਼ਤੇ ਜਾਂ ਕਈ ਮਹੀਨੇ ਹੋ ਗਏ ਆ, ਹਟਦਾ ਨਹੀਂ, ਦਰਦ ਪਈ ਜਾਂਦਾ, ਤਾਂ ਇਹ ਤਾਂ ਮਤਲਬ ਇਹੀ ਹੋ ਸਕਦਾ ਵੀ ਜੋੜ ਦੇ ਵਿੱਚ ਥੋੜੀ ਬਹੁਤੀ ਕੋਈ ਸੋਜ ਆ ਗਈ ਆ, ਤੇ ਇਨਫਲੇਮੇਸ਼ਨ ਹੋਣ ਲੱਗ ਗਈ ਆ। ਤੇ ਉਹਨੂੰ ਵੀ ਹੁਣ ਕੈਚ ਕਰ ਲੈਣਾ ਚਾਹੀਦਾ, ਕਿਉਂਕਿ ਜੇ ਉਹ ਵਧੀ ਗਿਆ ਫਿਰ ਉਹ ਨਹੀਂ ਕਹਿਣਾ ਇਹ ਤਾਂ ਆਰਥਰਾਈਟਿਸ ਹੋ ਗਿਆ, ਹੁਣ ਵੇਅਰ ਐਂਡ ਟੇਅਰ ਹੋ ਗਿਆ। ਤੇ ਫਿਰ ਮੁਸ਼ਕਿਲ ਹੋ ਜਾਂਦਾ ਟ੍ਰੀਟਮੈਂਟ ਕਰਾਉਣੀ। ਤੇ ਆਪਾਂ ਆਪਣੇ ਹੋਮ ਰੈਮੀਡੀਜ਼ ਤੁਸੀਂ ਪਹਿਲਾਂ ਟਰਾਈ ਕਰ ਸਕਦੇ ਆ। ਜਿੱਦਾਂ ਆਪਾਂ ਕਹਿੰਦੇ ਪਏ ਮਸਾਜ ਕਰੋ ਉਹਨੂੰ, ਤੇ ਥੋੜ੍ਹੀ ਜਿਹੀ ਗਰਮ ਚੀਜ਼ਾਂ ਖਾਓ, ਠੰਡੀਆਂ ਬਾਏ ਵਾਲੀਆਂ ਨਾ ਖਾਓ ਉਸ ਵੇਲੇ, ਕਿਉਂਕਿ ਜਿਹੜੀਆਂ ਠੰਡੀਆਂ ਬਾਏ ਵਾਲੀਆਂ ਉਹ ਜੋੜਾਂ ਲਈ ਚੰਗੀਆਂ ਨਹੀਂ ਹੈਗੀਆਂ। ਹਾਂਜੀ, ਸੋ ਬਹੁਤ ਲੋਕਾਂ ਨੂੰ ਇੱਦਾਂ ਪ੍ਰੋਬਲਮ ਪੈਂਦਾ ਹੈ, ਉਹਨਾਂ ਦੀ ਜਿਹੜੀ ਡਾਇਟ ਹੈ ਜ਼ਿਆਦਾ ਬਾਈ ਵਾਲੀ ਹੁੰਦੀ ਹੈ, ਉਹਨਾਂ ਦਾ ਤਸੀਰ ਇੱਦਾਂ ਦਾ ਵੀ ਉਹਨਾਂ ਨੂੰ ਖਰਾਬੀ ਕਰਦੀਆਂ ਇੱਦਾਂ ਦੀਆਂ ਚੀਜ਼ਾਂ, ਤੇ ਉਹਨਾਂ ਦੇ ਜੋੜ ਦੁਖਣ ਲੱਗ ਪੈਂਦੇ ਆ, ਜਾਂ ਉਹਨਾਂ ਦੇ ਸਾਈਨਸ ਦੁਖਣ ਲੱਗ ਪੈਂਦੇ ਬਾਈ ਵਾਲੀਆਂ ਚੀਜ਼ਾਂ ਦੇ ਨਾਲ। ਸੋ ਡਾਇਟ ਇਜ਼ ਵੈਰੀ ਇੰਪੋਰਟੈਂਟ। ਕਈ ਵਾਰੀ ਡਾਇਟ ਚੇਂਜ ਕਰਨੀ ਪੈਂਦੀ ਹੈ, ਤੇ ਉਹਦੇ ਨਾਲ ਕਾਫੀ ਫਰਕ ਪੈ ਜਾਂਦਾ। ਫੁੱਲਾਂ ਦਾ ਜਿਹੜਾ ਫੁੱਲਾਂ 'ਚ ਭੱਜਦਾ, ਹੱਡੀਆਂ ਦਾ ਆਪਰੇਸ਼ਨ ਹੋਇਆ, ਉਹਦੇ ਨਾਲ ਪ੍ਰੋਬਲਮ ਅਸੀਂ ਲੋਕੀ ਲਿੰਕ ਕਰਦੇ ਨੇ, ਮੇਰਾ ਆਪਰੇਸ਼ਨ ਹੈ ਕਿ ਉਹਦੇ ਨਾਲ ਪ੍ਰੋਬਲਮ ਸਟਾਰਟ ਹੋ ਗਈ, ਪਰ ਉਹਦੇ ਨਾਲ ਕੋਈ ਲੈ ਲੈਂਦੇ ਨੇ। ਹਾਂਜੀ, ਮੇਰੇ ਖਿਆਲ ਉਹ ਇਹਨਾਂ ਦਾ ਹਾਈਟਸ ਹਰਨੀਆਂ ਹੋਣਾ ਹੈ। ਹਾਂਜੀ, ਕਿਉਂਕਿ 2 ਤਰ੍ਹਾਂ ਦੀ ਹਰਨੀਆਂ ਹੁੰਦੀਆਂ ਨਾ, ਤੇ ਇੱਕ ਤਾਂ ਨੀਚੇ ਤੋਂ ਹੁੰਦਾ ਹਰਨੀਆਂ, ਤੇ ਉਹ ਹੁੰਦਾ ਹੈ ਵੀ ਜਦੋਂ ਭਾਰ ਚੁੱਕਣ ਦੇ ਨਾਲ ਇੱਥੇ ਪ੍ਰੋਬਲਮ ਪੈ ਜਾਂਦਾ। ਤੇ ਇੱਕ ਸਟਮਕ ਦਾ ਹੁੰਦਾ ਹਾਈਟਸ ਹਰਨੀਆ, ਸਟਮਕ ਥੋੜ੍ਹਾ ਜਿਹਾ ਡਿਸਪਲੇਸ ਹੋ ਜਾਂਦਾ ਹੈ।
ਸੋ ਮੇਰੇ ਖਿਆਲ ਇਹਨਾਂ ਸਟਮਕ ਦਾ ਆਪਰੇਸ਼ਨ ਹੋਇਆ ਹੋਣਾ। ਓਕੇ, ਹਾਂ ਦੈਟਸ ਰਾਈਟ। ਤੇ ਉਹਦੇ ਨਾਲ ਫਿਰ ਉਹਨੇ ਕੈਮਰਾ ਤਾਂ ਪਾਉਣਾ ਹੀ ਪੈਂਦਾ ਹੈ ਨਾ, ਚੈੱਕ ਕਰਨੀ ਨੂੰ ਸਟਮਕ। ਤੇ ਉਹ ਤਾਂ ਜਾਂ ਤਾਂ ਉਹ ਆਪਰੇਸ਼ਨ ਦੇ ਨਾਲ ਕੋਈ ਨਾੜ ਕੱਟ ਹੋ ਗਈ ਆ, ਜਾਂ ਕੋਈ ਉਹ ਦਵਾਈਆਂ ਉਹਨੂੰ ਪਹਿਲਾਂ ਦਿੱਤੀਆਂ ਹੋਣੀਆਂ ਆਪਰੇਸ਼ਨ ਤੋਂ, ਉਹਦੇ ਨਾਲ ਥੋੜ੍ਹੇ ਜਿਹੇ ਡੈਮੇਜ ਹੋ ਗਏ ਆ। ਸੋ ਇਹ ਇੱਕ ਤਰ੍ਹਾਂ ਦੀ ਉਹ ਜਦ ਤੁਸੀਂ ਸਵੋਲੋ ਨਹੀਂ ਕਰ ਸਕਦੇ ਹੈ ਨਾ, ਤਾਂ ਇੱਕ ਤਰ੍ਹਾਂ ਦੀ ਪੈਰਾਲਿਸਿਸ ਹੋ ਜਾਂਦੀ ਆ, ਕਿਉਂਕਿ ਇੱਥੇ ਟਿਊਬ ਜਾਂਦੀ ਜਿਹੜੀ ਮੂੰਹ ਤੋਂ ਸਟਮਕ ਤੇ ਉਹ ਵੀ ਇੱਕ ਮਸਕੂਲਰ ਟਿਊਬ ਆ ਨਾ, ਮਸਲ ਹੁੰਦੇ ਉਹ ਵੀ। ਤੇ ਉਹ ਜਦੋਂ ਥੋੜ੍ਹੀ ਜਿਹੀ ਉਹਦੇ ਵਿੱਚ ਜਿੱਦਾਂ ਕਿ ਆਪਾਂ ਸਮਝਾਇਆ ਸੀ ਨਾ ਵੀ ਜਦੋਂ ਇਲੈਕਟ੍ਰੀਕਲ ਸਟਿਮੂਲਸ ਨਾੜਾਂ 'ਚ ਜਾਂਦਾ ਹੈ, ਤੇ ਉਹ ਸਟਿਮੂਲਸ ਪੂਰਾ ਨਹੀਂ ਜਾ ਰਿਹਾ ਹੈਗਾ, ਸੈਂਸਿਟੀਵਿਟੀ ਜਿਹੜੀ ਹੁੰਦੀ ਹੈ ਉਹ ਲੂਜ਼ ਹੋ ਜਾਂਦੀ ਹੈ। ਦੈਟਸ ਰਾਈਟ। ਸੋ ਇੱਕ ਤਰ੍ਹਾਂ ਦਾ ਉਹ ਮਾਈਲਡ ਪੈਰਾਲਿਸਿਸ ਹੋ ਜਾਂਦਾ ਹੈ। ਫਿਰ ਤੁਸੀਂ ਜਦੋਂ ਸਵੋਲੋ ਕੋਈ ਰੋਟੀ ਖਾਂਦੇ ਆ, ਉਹ ਲੰਘਦੀ ਨਹੀਂ ਚੰਗੀ ਤਰ੍ਹਾਂ ਥੱਲੇ। ਦੈਟਸ ਰਾਈਟ। ਡਾਕਟਰ ਇਹ ਜੀ ਗੱਲ ਕਰਕੇ ਇੱਥੇ ਜਦੋਂ ਵੀ ਕੋਈ ਛੋਟੀ ਮੋਟੀ ਬਿਮਾਰੀ ਹੋਵੇ, ਅਨਯੂਜੂਅਲ ਹੋਵੇ, ਪਲੀਜ਼ ਉਹਦਾ ਇਲਾਜ ਛੇਤੀ ਕਰਾਵੋ, ਕਿਉਂਕਿ ਇੱਕ ਦੂਜੀ ਬਿਮਾਰੀ ਨਾਲ ਦੂਜੀ ਲੱਕੜੀ ਬੜੀ ਆਸਾਨ ਹੁੰਦਾ ਹੈ। ਕੋਈ ਨਾ ਕੋਈ ਬੋਡੀ 'ਚ ਉਹ ਡੈਮੇਜ ਕਰਦੀ ਹੈ ਜ਼ਰੂਰ। ਹਾਂਜੀ ਦੈਟਸ ਰਾਈਟ। ਆਪਣੇ ਆਪ ਦਾ ਖਿਆਲ ਰੱਖੋ ਤੇ ਤੁਸੀਂ ਅਲਗਰਜੀ ਨਾ ਕਰੋ, ਤੇ ਜ਼ਰੂਰ ਪਤਾ ਕਰੋ ਕਿ ਜੇ ਤੁਹਾਡੇ ਸਿੰਪਟਮ ਨਹੀਂ ਹਟਦੇ ਹੈਗੇ ਕਿ 2-3 ਮਹੀਨੇ ਹੋ ਜਾਂਦੇ ਆ, ਫਿਰ ਉਹਦਾ ਚੈੱਕਅਪ ਕਰਾਉਣਾ ਚਾਹੀਦਾ ਹੀ ਆ। ਭਾਜੀ ਥੋੜਾ ਬ੍ਰੇਨਸ ਬਾਰੇ ਥੋੜਾ ਬਹੁਤਾ ਦੱਸੋ, ਹੋਰ ਉਹਦਾ ਕੀ ਇਨਸਾਨ ਕਰ ਸਕਦਾ? ਕਿਉਂਕਿ ਮੇਰੇ ਦਿਮਾਗ 'ਚ ਹੁੰਦਾ ਕਿ ਕੋਈ ਪਹਿਲਾਂ ਆਪਾਂ ਕਾਲ ਲੈ ਲੈ ਫਿਰ ਗੱਲ ਕਰ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਵਾਗਤ। ਆਪਣਾ ਨਾਮ ਦੱਸਣਾ ਚਾਹੋਗੇ, ਕਿੱਥੋਂ ਬੋਲਦੇ ਹੋ? ਹਾਂਜੀ, ਮੇਰਾ ਨਾਮ ਬਲਵੀਰ ਸਿੰਘ ਹੈ, ਮੈਂ ਕਵਿੰਟਰੀ ਤੋਂ ਬੋਲਦਾ। ਬਲਜੀਤ ਸਿੰਘ ਜੀ ਸਵਾਗਤ। ਹੁਣ ਤੁਸੀਂ ਡਾਕਟਰ ਜੀ ਨਾਲ ਗੱਲ ਕਰੋ, ਜੋ ਵੀ ਪੁੱਛਣਾ ਪੁੱਛ ਸਕਦੇ ਹੋ। ਹਾਂ, ਮੈਂ ਜੀ ਡਾਕਟਰ ਸਾਹਿਬ ਦਾ ਥੈਂਕ ਯੂ ਕਰਨਾ, ਹਾਂਜੀ, ਕਿਉਂਕਿ ਮੈਂ ਇਹਨਾਂ ਕੋਲੋਂ ਵੈਸੇ ਤਾਂ ਦਵਾਈ ਆਪਣੇ ਦੂਜੇ ਕੀ ਐਸਿਡ ਲਈ ਲੈਂਦਾ ਸੀ, ਤੇ ਵਿੱਚ ਹੀ ਮੈਨੂੰ ਕੋਵਿਡ ਹੋ ਗਿਆ। ਉਹ ਦੇਰ ਤੋ ਕੋਵਿਡ ਹੋਣ ਕਰਕੇ ਜਦੋਂ ਆਈਸੋਲੇਸ਼ਨ ਟਾਈਮ ਮੇਰਾ ਪੂਰਾ ਹੋਇਆ ਨਾ, ਤੇ ਉਹ ਮਗਰੋਂ ਮੈਨੂੰ ਇੰਨੀ ਵੀਕਨੈਸ ਆ ਗਈ ਕਿ ਜਦੋਂ ਮੈਂ ਕੋਈ ਚੀਜ਼ ਖਾਂਦਾ ਸੀ, ਮੇਰੀਆਂ ਬਾਹਾਂ ਤੇ ਲੱਤਾਂ ਵੀਕ ਹੋ ਜਾਂਦੀਆਂ ਸੀ। ਉਹ ਫਿਰ ਮੈਂ ਡਾਕਟਰ ਸਾਹਿਬ ਨੂੰ ਦੱਸਿਆ, ਤੇ ਇਹਨਾਂ ਨੇ ਮੈਨੂੰ ਦਵਾਈ ਭੇਜੀ, ਇੱਕ ਟੌਨਿਕ ਭੇਜਿਆ। ਉਹ ਜਿਹੜੀ ਗੋਲੀਆਂ ਭੇਜੀਆਂ ਸੀਗੀਆਂ ਨਾ, ਉਹ ਉਹਨਾਂ ਨੇ 4 ਘੰਟਿਆਂ 'ਚ ਮੈਨੂੰ ਐਸਾ ਕਰ ਦਿੱਤਾ ਕਿ ਮੈਨੂੰ ਕੁਝ ਹੋਇਆ ਹੀ ਨਹੀਂ। ਕਮਾਲ ਦੀ ਗੱਲ ਹੈ। ਰੀਅਲੀ? ਯੈਸ, I'm not joking. ਨਹੀਂ, ਠੀਕ ਹੈ, ਠੀਕ ਹੈ। ਹਾਂਜੀ, ਯੂ نو ਇਟਸ ਰੀਅਲੀ ਇਨਕ੍ਰੈਡੀਬਲ ਜਿੱਦਾਂ ਤੁਸੀਂ ਦੱਸਦੇ ਹੋ, ਬੜੀ ਅੱਛੀ ਗੱਲ ਹੈ। ਹਾਂਜੀ, ਤੇ ਜਿਹੜਾ ਟੌਨਿਕ ਦਿੱਤਾ, ਉਹਦੇ ਨਾਲ ਹੁਣ ਮੈਨੂੰ ਕਾਫੀ ਫਰਕ ਹੈਗਾ। ਮੈਂ ਖਾਣ ਵੀ ਲੱਗ ਗਿਆ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਅੱਗੇ ਮੇਰਾ ਦਿਲ ਨਹੀਂ ਸੀ ਕਰਦਾ ਚੀਜ਼ ਖਾਣੇ ਨੂੰ, ਤੇ ਹੁਣ I'm normal eating, everything is fine. ਤੁਹਾਡੀ ਆਵਾਜ਼ ਤੋਂ ਹੀ ਪਤਾ ਲੱਗਦਾ ਬੜੇ ਦਮ ਹੈ ਆਵਾਜ਼ ਦੇ ਵਿੱਚ ਤੁਹਾਡੇ। ਥੈਂਕ ਯੂ ਵੈਰੀ ਮਚ। ਮੈਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ। ਬਹੁਤ ਬਹੁਤ ਚੰਗਾ ਜਾਨੀ ਦਵਾਈ ਇਹਨਾਂ ਨੇ ਦਿੱਤੀ ਹੈ, ਔਰ ਆਮ ਸਟਿਲ ਇਨ ਟੱਚ ਵਿਦ ਹਿਮ ਫॉर ਮਾਈ ਅਦਰ ਪ੍ਰੋਬਲਮਸ। ਹਾਂਜੀ, ਥੈਂਕ ਯੂ ਭਾਜੀ, ਥੈਂਕ ਯੂ ਫੋਨ ਕਰਨ ਦਾ, ਫੀਡਬੈਕ ਦੇਣ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਦਾਦਾ ਜੀ, ਥੈਂਕ ਯੂ। ਦੇਖੋ ਜੀ, ਇਹ ਇਨਸਾਨ ਦੀ ਦੇਖੋ, ਤੁਸੀਂ ਜਦੋਂ ਥੋੜਾ ਜਿਹਾ ਢਿੱਲਾ ਹੁੰਦਾ ਹੈ, ਉਹਦੀ ਆਵਾਜ਼ ਵੀ ਮੱਧਮ ਹੋ ਜਾਂਦੀ ਹੈ। ਦੈਟਸ ਰਾਈਟ। ਜਾਨ ਹੀ ਨਹੀਂ ਰਹਿੰਦੀ ਨਾ ਗੱਲ ਕਰਨ ਦੀ। ਹੁਣ ਤੁਹਾਨੂੰ ਪਤਾ ਲੱਗਦਾ, ਜਦੋਂ ਬੰਦਾ ਕਹਿੰਦਾ ਕਿ ਮੈਂ ਠੀਕ ਹੈ, ਆਵਾਜ਼ ਤੋਂ ਪਤਾ ਲੱਗ ਗਿਆ ਠੀਕ ਹੈ। ਆਵਾਜ਼ ਤੋਂ ਜਾਨ ਹੈ, ਆਵਾਜ਼ ਵਿੱਚ ਜਾਨ ਹੈਗੀ ਨਾ ਆਵਾਜ਼ ਦੇ ਵਿੱਚ। ਹਾਂਜੀ ਦੈਟਸ ਰਾਈਟ। ਯਾ ਤੇ ਆਵਾਜ਼ ਦੀ ਉੱਚੀ ਕਰਨ ਨੂੰ ਤੁਸੀਂ ਕੀ ਦਿੰਦੇ ਹੋ? ਨਹੀਂ, ਇਹਨਾਂ ਦੇ ਉਹ ਇਨਫੈਕਸ਼ਨ ਇੰਨਾ ਸਵੇਰ ਹੋਇਆ, ਤੇ ਉਹ ਐਨਰਜੀ ਤੁਹਾਡੀ ਜਦ ਬੋਡੀ ਫਿਰ ਉਹ ਇਨਫੈਕਸ਼ਨ ਦੇ ਨਾਲ ਫਾਈਟ ਕਰਦੀ ਹੈ ਨਾ, ਤੇ ਸਾਰੀ ਐਨਰਜੀ ਤੁਹਾਡੀ ਯੂਜ਼ ਅਪ ਹੋ ਜਾਂਦੀ ਹੈ। ਤੇ ਕਈ ਤਾਂ ਫਿਰ ਰਿਕਵਰ ਹੋ ਜਾਂਦੇ ਐਨਰਜੀ ਬਾਅਦ 'ਚ, ਕਈਆਂ ਦੇ ਉਹ ਐਨਰਜੀ ਨੂੰ ਇੰਨੀ ਕਮੀ ਹੋ ਜਾਂਦੀ ਹੈ, ਉਹ ਰਿਕਵਰ ਨਹੀਂ ਹੁੰਦੀ ਹੈਗੀ। ਤੇ ਹੁਣ ਹੋਮਿਓਪੈਥਿਕ ਦਵਾਈ ਜਿਹੜੀ ਉਹ ਪਿਓਰ ਐਨਰਜੀ ਆ। ਹਾਂਜੀ, ਮਟੀਰੀਅਲ ਸਬਸਟੈਂਸ ਤਾਂ ਹੈ ਹੀ ਨਹੀਂ ਗੀ, ਉਹ ਇੰਨੀ ਡਾਇਲੂਟ ਕੀਤੀ ਹੁੰਦੀ, ਉਹ ਐਨਰਜੀ ਰਹਿ ਜਾਂਦੀ ਉਹਦੇ ਵਿੱਚ, ਤੇ ਉਹ ਫਿਰ ਤੁਹਾਡੀ ਬੋਡੀ ਦੀ ਐਨਰਜੀ ਨਾਲ ਇੰਟਰੈਕਟ ਕਰਕੇ ਉਹਨੂੰ ਇਨਕਰੀਜ਼ ਕਰਦੀ ਆ। ਹਾਂਜੀ, ਸੋ ਇਹਨਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ। ਸੋ ਵੈਰੀ ਹੈਪੀ। ਜੀ ਇੰਨੀ ਛੇਤੀ ਸੋ ਫਾਸਟ ਇਟਸ ਮਿਰੇਕਲ। ਦੱਸ ਕਹਿੰਦੇ ਗੋਲੀ ਖਾਧੀ 4 ਘੰਟੇ 'ਚ ਕਹਿੰਦੇ ਪਤਾ ਲੱਗ ਗਿਆ। ਸੋ ਵੈਰੀ ਹੈਪੀ। ਯੂ ਮਸਟ ਬੀ ਹੈਵਿੰਗ ਅ ਪੋਜ਼ਿਟਿਵ ਮਾਈਂਡ ਕਿ ਮੈਂ ਠੀਕ ਹੋਣਾ। ਉਹ ਇਦਾਂ ਨਹੀਂ ਨਾ ਸੋਚੇ ਕਿ ਬਸ ਹੁਣ ਤਾਂ ਮੈਂ ਗਿਆ, ਮੈਂ ਠੀਕ ਨਹੀਂ ਹੋਣਾ, ਇਦਾਂ ਨਹੀਂ ਸੋਚਦਾ। ਦੈਟਸ ਰਾਈਟ, ਦੈਟ ਹੈਲਪਸ। ਹਾਂਜੀ, ਪੋਜ਼ਿਟਿਵਿਟੀ ਟੂ ਹੈਲਪਸ। ਪਰ ਦਵਾਈ ਜਦੋਂ ਐਨ ਉੱਤੇ ਟਾਰਗੇਟ ਤੇ ਲੱਗਦੀ ਹੈ ਨਾ, ਫਿਰ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ। ਤੇ ਇੱਕ ਤਾਂ ਅਸੀਂ ਐਗਜ਼ਾਮਪਲ ਦੇਈਦਾ ਵੀ ਜਿੱਦਾਂ ਡਾਰਟ ਬੋਰਡ ਹੁੰਦਾ ਨਾ, ਮੈਂ ਤੁਹਾਨੂੰ ਕਹਿਣ ਲੱਗਾ ਸੀ। ਹਾਂ, ਤੇ ਉਹ ਡਾਰਟ ਮਾਰਦੇ ਆ, ਤੇ ਉਹ ਹੋਮਿਓਪੈਥੀ ਦਵਾਈ ਏਦਾਂ ਵੀ ਜੇ ਉਹ ਐਨ ਬੁਲਸ ਆਈ ਵਿੱਚ ਲੱਗੇ ਹੈ ਨਾ, ਸੈਂਟਰ ਵਿੱਚ ਐਨ ਲੱਗੇ, ਤਾਂ ਵਧੀਆ ਕੰਮ ਕਰਦੀ। ਤੁਸੀਂ ਖੇਡਦੇ ਹੋ ਡਾਰਟ ਵਿੱਚ? ਨਹੀਂ, ਮੈਂ ਡਾਰਟਸ ਨਹੀਂ ਖੇਡਦਾ ਜੀ। ਤੇ ਉਹ ਮੈਂ ਕਿਹਾ ਜੀ ਉੱਥੇ ਵੀ ਨਿਸ਼ਾਨਾ ਹੈਗਾ, ਇੱਥੇ ਵੀ ਨਿਸ਼ਾਨਾ ਮਾਰਦੇ ਹੋ। ਇਦਾਂ ਦੀ ਕੋਈ ਸ਼ੌਂਕ ਨਹੀਂ ਹੈਗਾ।
ਤੇ ਪਰ ਦਵਾਈ ਐਨ ਫਿੱਟ ਬੈਠਣੀ ਚਾਹੀਦੀ, ਫਿਰ ਬਹੁਤ ਹੀ ਵਧੀਆ ਕੰਮ ਕਰਦੀ ਆ ਤੇ ਫਿਰ ਪੇਸ਼ੈਂਟ ਨੂੰ ਵੀ ਇੱਕਦਮ ਪਤਾ ਲੱਗ ਜਾਂਦਾ ਹੈ। ਤੇ ਕਈ ਕਹਿੰਦੇ ਆ ਭਈ ਸਾਨੂੰ ਤਾਂ 2-3 ਦਿਨਾਂ 'ਚ ਇੰਨਾ ਵਧੀਆ ਫੀਲਿੰਗ ਆਇਆ ਹੈ ਨਾ, ਭਈ ਕਦੇ ਇਦਾਂ ਦਾ ਫੀਲਿੰਗ ਨਹੀਂ ਆਇਆ। ਭਾਜੀ ਇੱਕ ਬੜੀ ਵੱਡੀ ਗੱਲ ਨਾ ਜਿਹੜੀ ਤੁਸੀਂ ਦੱਸੀ ਨਾ ਮੇਰੇ ਦਿਲ ਨੂੰ ਬੜੀ ਲੱਗੀ ਹੈ। ਹਮੇਸ਼ਾ ਕਹਿੰਦੇ ਕਿ ਪਲੀਜ਼ ਸੁਣਿਆ ਕਰੋ ਕਿ ਦਫਾ ਕੋਈ ਇੱਦਾਂ ਦੀ ਗੱਲ ਹੁੰਦੀ ਦਿਲ ਨੂੰ ਛੂਹ ਜਾਂਦੀ ਹੈ, ਬੰਦਾ ਉਹਨੂੰ ਫੋਲੋ ਕਰੇ ਤੇ ਬੜੀ ਚੰਗੀ ਗੱਲ ਹੈ। ਡਾਕਟਰ ਜੀ ਬੜੇ ਪਰਸਨਲ ਸਵਾਲ ਪੁੱਛਦੇ ਹੁੰਦੇ ਕਈ ਦਫਾ, ਉਹ ਤੁਹਾਨੂੰ ਕਈ ਬੰਦਾ ਪੇਸ਼ੈਂਟ ਨੂੰ ਲੱਗਦਾ ਕਿ ਇਹਦੇ ਨਾਲ ਕੀ ਲੈਣਾ ਦੇਣਾ, ਉਹਦਾ ਹੈ ਨਾ ਲੈਣਾ ਦੇਣਾ, ਬਿਕੋਜ਼ ਉੱਥੇ ਤੇ ਤੁਸੀਂ ਬੁੱਲ ਜਾਏ ਮਾਰਦੇ ਹੋ ਨਾ ਫਿਰ। ਹਾਂ ਦੈਟਸ ਰਾਈਟ, ਯੈਸ ਸਰ। ਜਿੰਨੀ ਵੀ ਆਪਾਂ ਜ਼ਿਆਦਾ ਇਨਫੋਰਮੇਸ਼ਨ ਲੈ ਸਕੀਏ ਉਸ ਇੰਡੀਵਿਜੂਅਲ ਬਾਰੇ, ਹਾਂਜੀ, ਵੀ ਉਹਨਾਂ ਦੀ ਸੋਚ ਕਿੱਦਾਂ ਦੀ ਆ ਤੇ ਉਹਨਾਂ ਦੇ ਖਿਆਲਾਤ ਕਿੱਦਾਂ ਦੇ ਆ, ਉਹਨਾਂ ਦੀ ਪਰਸਨੈਲਿਟੀ ਕਿੱਦਾਂ ਦੀ ਆ, ਇਹ ਸਭ ਤੋਂ ਇੰਪੋਰਟੈਂਟ ਇਹੀ ਆ। ਕਿਉਂਕਿ ਜੇ ਤੁਸੀਂ ਦੇਖੋ ਬਿਮਾਰੀਆਂ ਤਾਂ ਹਰੇਕ ਨੂੰ ਇੱਕ ਤਰ੍ਹਾਂ ਦੀ ਹੁੰਦੀਆਂ। ਤੁਸੀਂ ਕਹਿ ਦਿਓ ਵੀ ਹੁਣ 20 ਬੰਦੇ ਉਹਨਾਂ ਨੂੰ ਆਰਥਰਾਈਟਿਸ ਆ, ਹਾਂਜੀ, ਜੇ ਹੁਣ ਤੁਹਾਨੂੰ ਇੱਕੋ ਹੀ ਦਵਾਈ ਸਾਰਿਆਂ ਨੂੰ ਦੇਈ ਗਏ ਤਾਂ ਉਹ ਇਲਾਜ ਤਾਂ ਹੈ ਨਹੀਂਗਾ, ਹਾਂਜੀ। ਤੇ ਜੇ ਤੁਸੀਂ ਉਹਨੂੰ ਐਨ ਠੀਕ ਕਰਨਾ ਹੈ ਤਾਂ ਅਲੱਗ-ਅਲੱਗ ਦਵਾਈ ਦੇਣੀ ਪੈਂਦੀ, ਕਰਕੇ ਉਹ ਅਲੱਗ-ਅਲੱਗ ਉਹਨਾਂ ਦੀ ਪਰਸਨੈਲਿਟੀ ਹੈ, ਅਲੱਗ-ਅਲੱਗ ਸੋਚ ਆ, ਹਾਂਜੀ। ਸੋ ਹੋਮਿਓਪੈਥੀ ਜ਼ਰੂਰ, ਹੋਮਿਓਪੈਥੀ ਦਾ ਪਤਾ ਨਹੀਂ, ਉਹਨਾਂ ਨੂੰ ਜੀਪੀ ਦਾ ਹੁੰਦਾ ਕਿ ਇੱਕ ਤਰ੍ਹਾਂ ਦੀ ਦਵਾਈ ਦੇਣੀ ਹੈ, ਦੈਟਸ ਰਾਈਟ, ਐਂਟੀਬਾਇਓਟਿਕ ਦੇ ਦਿੱਤੀ, ਪੇਨ ਕਿਲਰ ਦੇ ਦਿੱਤੇ, ਆਪਾਂ ਕਾਲ ਲੈ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਭਾਜੀ ਆਪਣਾ ਨਾਮ ਦੱਸੋ, ਕਿੱਥੋਂ ਬੋਲਦੇ ਹੋ? ਹਾਂ, ਮੈਂ ਇੱਥੋਂ ਬੈਡਫੋਰਡ ਤੋਂ ਬੋਲਦੀ ਹਾਂ। ਹਾਂਜੀ, ਤੇ ਮੇਰਾ ਨਾਮ ਸੁਰਿੰਦਰ ਕੌਰ ਆ, ਸੁਰਿੰਦਰ ਜੱਜ। ਹਾਂਜੀ ਸੁਰਿੰਦਰ ਜੀ, ਸਵਾਗਤ। ਹੁਣ ਤੁਸੀਂ ਗੱਲ ਡਾਕਟਰ ਜੀ ਨਾਲ ਕਰੋ, ਬੋਲੋ ਜੀ। ਅੱਛਾ ਜੀ ਡਾਕਟਰ ਸਾਹਿਬ, ਮੈਂ ਫੋਨ ਹਨਾ ਟੀਵੀ ਤੇ ਹੁਣੇ ਦੇਖਿਆ ਪ੍ਰੋਗਰਾਮ, ਤੇ ਜਿੱਦਾਂ ਫਿਰ ਮੈਂ ਕਿਹਾ ਚਲੋ ਮੈਂ ਵੀ ਅੱਜ ਪੁੱਛਦੀ। ਜਦੋਂ ਨਾ ਮੇਰੀਆਂ ਇਹ ਲੱਤਾਂ ਦੀਆਂ ਨਾੜਾਂ ਝੜ ਜਾਂਦੀਆਂ ਆ ਰਾਤ ਨੂੰ, ਕਈ ਵਾਰੀ ਤਾਂ ਕਿੰਨਾ ਚਿਰ ਲੰਘ ਜਾਂਦਾ, ਤੇ ਕਈ ਵਾਰੀ ਏਦਾਂ ਹੁੰਦਾ ਵੀ ਜਿੱਦਾਂ ਮਾੜਾ ਜਿਹਾ ਕਿਤੇ ਮੂਵ ਹੋਵਾਂ, ਉੱਠਣਾ ਬਾਥਰੂਮ ਜਾਣ ਲਈ ਤਾਂ ਨਾੜ ਚੜ ਜਾਊਗੀ, ਫਿਰ ਕਈ ਵਾਰ ਛੇਤੀ ਹਟ ਜਾਂਦੀ ਆ, ਕਈ ਵਾਰੀ ਏਦਾਂ ਲੱਗੂਗਾ ਵੀ ਬਸ ਹੁਣ ਕੁਝ ਹੋਣ ਲੱਗਾ ਆ, ਫਿਰ ਸਟ੍ਰੋਕ ਹੋ ਜਾਣਾ, ਤੇ ਬਹੁਤ ਜਦਾਂ ਏਦਾਂ ਮੈਨੂੰ ਪ੍ਰੋਬਲਮ ਹੁੰਦੀ ਆ। ਹਾਂਜੀ ਭੈਣ ਜੀ, ਸੋ ਇਹ ਬਹੁਤ ਹੀ ਕਾਮਨ ਪ੍ਰੋਬਲਮ ਆ ਇਹ, ਤੇ ਖਾਸ ਕਰਕੇ ਰਾਤ ਨੂੰ ਜ਼ਿਆਦਾ ਹੁੰਦਾ ਹੈ, ਵੀ ਨਾੜਾਂ ਚੜ੍ਹਦੀਆਂ, ਕ੍ਰੈਂਪਸ ਹੁੰਦੇ ਆ। ਹਾਂਜੀ, ਤੇ ਇਹਦੀ ਵਜ੍ਹਾ ਹੁੰਦੀ ਵੀ ਤੁਹਾਡੇ ਪੂਰਾ ਖੂਨ ਨਹੀਂ ਪਹੁੰਚ ਰਿਹਾ ਲੱਤਾਂ ਨੂੰ। ਅੱਛਾ, ਸਰਕੂਲੇਸ਼ਨ ਵਿੱਚ ਪ੍ਰੋਬਲਮ ਆ। ਕਿੱਥੇ ਪ੍ਰੋਬਲਮ ਜੀ? ਸਰਕੂਲੇਸ਼ਨ ਦਾ ਪ੍ਰੋਬਲਮ ਮਤਲਬ, ਸਰਕੂਲੇਸ਼ਨ ਪ੍ਰੋਬਲਮ, ਹਾਂਜੀ ਦੈਟਸ ਰਾਈਟ, ਯਾ। ਸੋ ਉਦਾਂ ਨਾ ਇੱਕ ਮਿੰਟ, ਮੈਨੂੰ ਕਈਆਂ ਭੈਣਾਂ ਨਾਲ ਗੱਲਾਂ ਕਰਦੀਆਂ ਆਪਣੇ ਫਰੈਂਡਸ ਨਾਲ, ਤਾਂ ਉਹ ਕਹਿੰਦੇ ਟੌਨਿਕ ਵਾਟਰ ਪੀਵੋ ਹਨਾ, ਤੇ ਉਹ ਮਿਲਦਾ ਟੌਨਿਕ ਇੰਡੀਅਨ ਵਾਟਰ ਕੁਛ ਏਦਾਂ ਨਾਮ ਆ, ਉਹ ਵੀ ਪੀਤਾ। ਹੁਣ ਅੱਜ ਕੱਲ੍ਹ ਠੰਡ ਵਿੱਚ ਤਾਂ ਘੱਟ ਹੀ ਪੀ ਹੁੰਦਾ। ਤੇ ਫਿਰ ਮੇਰੇ ਨਾ ਇੱਕ ਦਿਨ ਰਾਤ ਨੂੰ ਏਦਾਂ ਹੋ ਗਿਆ, ਪਰ ਮੈਂ ਕਿਹਾ ਮੈਂ ਹੁਣ ਬਸ ਉੱਠਣਾ ਨਹੀਂ, ਮੈਂ ਇਕੱਲੀ ਘਰ ਵਿੱਚ ਰਹਿੰਦੀ ਹਾਂ, ਤੇ ਥੋੜੀ ਓਲਡ ਏਜ ਵੀ ਆ, ਬਟ ਓਦਾਂ ਮੈਂ ਐਕਟਿਵ ਹੈਗੀ ਆ, ਏਦਾਂ ਵੀ ਮੈਂ ਲੇਜੀ ਨਹੀਂ, ਕਿਉਂਕਿ ਜਿੱਦਾਂ ਸਾਰਾ ਪ੍ਰੋਗਰਾਮ ਅੱਜ ਮੈਂ ਤੁਹਾਡਾ ਸੁਣਿਆ ਆ ਵੀ ਆਮ ਐਕਟਿਵ 81, ਬਟ ਮੈਂ ਆਮ ਐਕਟਿਵ, ਤੇ ਸਾਰਾ ਘਰ ਦਾ ਕੰਮ ਕਰਦੀ, ਵੋਕ ਜਾਂਦੀ, ਸ਼ੋਪਿੰਗ ਕਰਦੀ, ਹੋਰ ਵੀ ਜੋ ਕਰਨਾ ਵੀ ਕਰਦੀ ਆ, ਤੇ ਕੋਈ ਸੀਰੀਅਸ ਪ੍ਰੋਬਲਮ ਨਹੀਂ ਆ। ਜਿੱਦਾਂ ਵੀ ਮੇਰੇ ਨਾ ਲੱਤਾਂ ਦੀ ਇਹ ਕਾਫੀ ਚਿਰ ਤੋਂ ਕਦੀ ਛੇਤੀ ਹੋ ਜਾਂਦੀ ਆ, ਕਦੀ ਤੇ ਹੁਣ ਤਾਂ ਚੰਗਾ ਟਾਈਮ ਲੰਘ, ਤੇ 2 ਦਿਨ ਪਹਿਲਾਂ ਮੇਰੇ ਨਾੜ ਚੜੀ, ਤੇ ਫਿਰ ਹਟ ਛੇਤੀ ਗਈ। ਹਾਂਜੀ ਸੋ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਐਕਟਿਵ ਰਹਿੰਦੇ ਆ। ਹਾਂਜੀ, ਐਕਟਿਵ ਤਾਂ ਮੈਂ ਹੈਗੀ ਆ, ਇਹ ਤਾਂ ਮੈਂ ਸੱਚੀ ਗੱਲ ਦੱਸਦੀ ਆ। ਹਾਂਜੀ ਦੈਟਸ ਵੈਰੀ ਗੁੱਡ। ਤੇ ਬਾਕੀ ਜੇ ਤੁਸੀਂ ਟੌਨਿਕ ਵਾਟਰ ਕਹਿੰਦੇ ਉਹਦੇ ਵਿੱਚ ਥੋੜਾ ਜਿਹਾ ਕੁਇਨੀਨ ਪਾਇਆ ਹੁੰਦਾ, ਤੇ ਇਸ ਕਰਕੇ ਕਈਆਂ ਨੂੰ ਉਹਨਾਂ ਫਾਇਦਾ ਹੋ ਜਾਂਦਾ। ਹਾਂਜੀ, ਤੇ ਜੇ ਤੁਸੀਂ ਜੀਪੀ ਕੇ ਕੋਈ ਜਾਂਦੇ ਆ ਤੇ ਉਹ ਵੀ ਕੁਇਨੀਨ ਦੀਆਂ ਟੈਬਲੇਟਸ ਦਿੰਦੇ ਹੁੰਦੇ ਆ। ਹਾਂਜੀ, ਮੈਂ ਜੀਪੀ ਨੂੰ ਤਾਂ ਨਹੀਂ ਦੱਸਿਆ, ਮੈਂ ਐਵੇਂ ਕਹਾਂ, ਤੇ ਕਿਉਂਕਿ ਇਦਾਂ ਨਾ ਕਿੰਨਾ ਚਿਰ ਲੰਘ ਵੀ ਜਾਂਦਾ ਆ, ਤੇ ਫਿਰ ਮੈਂ ਕਹਿੰਦੀ ਖਰੇ ਓਲਡ ਏਜ ਕਰਕੇ, ਬਟ ਓਲਡ ਏਜ ਤਾਂ ਜ਼ਰੂਰ ਹੈਗੀ, ਪਰ ਮੈਂ ਸਟਿਲ ਐਕਟਿਵ, ਆਪਦੀ ਕੁਕਿੰਗ ਸ਼ੁਕਿੰਗ ਐਵਰੀਥਿੰਗ ਮੈਂ ਆਪੇ ਕਰਦੀ, ਘਰ ਦੀ ਲੋਕ ਆਫਟਰ ਕਰਦੀ ਆ, ਤੇ ਇਸ ਕਰਕੇ ਮੈਂ ਕਿਹਾ ਮੈਂ ਡਾਕਟਰ ਸਾਹਿਬ ਅੱਜ ਆਏ ਹੋਏ, ਮੈਂ ਸਾਰਾ ਪ੍ਰੋਗਰਾਮ ਦੇਖਿਆ, ਮੈਂ ਪੁੱਛਦੀ, ਮੇਰੀ ਸਿਸਟਰ ਇਨ ਲੋ ਵੀ ਤੁਹਾਡਾ ਦਵਾਈ ਉਹਨਾਂ ਨੇ ਵੀ ਲਈ ਆ। ਹਾਂਜੀ ਠੀਕ ਹੈ ਜੀ, ਕੋਈ ਪ੍ਰੋਬਲਮ ਨਹੀਂ ਹੈਗਾ, ਇਹ ਲਈ ਆਪਾਂ ਹੋਮਿਓਪੈਥੀ ਦਵਾਈ ਦੇ ਸਕਦੇ ਆ, ਤੇ ਨਾੜਾਂ ਚੜ੍ਹਦੀਆਂ ਜਿਹੜੀਆਂ ਕ੍ਰੈਂਪਸ ਹੁੰਦੇ ਹਟ ਜਾਣਗੇ। ਅੱਛਾ ਜੀ, ਕੋਈ ਦਵਾਈ ਦਓਗੇ ਫਿਰ ਤੁਸੀਂ? ਹਾਂਜੀ ਤੁਸੀਂ ਸਾਡਾ ਨੰਬਰ ਲੈ ਲਿਓ ਹੁਣ ਚੈਨਲ ਤੋਂ, ਤੇ ਉਹ ਫੋਨ ਕਰ ਲਿਓ, ਫਿਰ ਤੁਹਾਨੂੰ ਦਵਾਈ ਭੇਜ ਦੇਵਾਂਗੇ। ਹਾਂਜੀ, ਥੈਂਕ ਯੂ ਜੀ ਭੈਣ ਜੀ, ਕਾਲ ਕਰਨ ਦਾ ਬਹੁਤ ਅੱਛਾ ਲੱਗਿਆ। ਤੁਸੀਂ ਸ਼ਾਇਦ ਡਾਕਟਰ ਦੀ ਗੱਲ ਨਹੀਂ ਸੁਣੀ, ਸਾਡੇ ਚੈਨਲ ਤੋਂ ਕਾਲ ਸੈਂਟਰ ਤੋਂ ਨੰਬਰ ਲੈ ਲਓ ਡਾਕਟਰ ਦਾ, ਮੰਡੇ ਵੈਨਸਡੇ ਫਰਾਈਡੇ ਬਿਟਵੀਨ 10 ਤੋਂ 11 ਕਾਲ ਕਰਨਾ ਤੁਸੀਂ। 3 ਦਿਨਾਂ ਦੇ ਵਿੱਚ ਇੱਕ ਘੰਟੇ ਤੱਕ ਖੋਲ੍ਹਦੇ ਨੇ ਲਾਈਨ, ਸੋ ਇੱਕ ਸਪੈਸ਼ਲ ਨੰਬਰ ਹੈਗਾ, ਤੁਸੀਂ ਲੈ ਲਓ, ਫਿਰ ਡਾਕਟਰ ਜੀ ਤੁਹਾਨੂੰ ਕੋਈ ਦਵਾ ਦੇਣਗੇ। ਦੂਸਰੀ ਗੱਲ ਭੈਣ ਜੀ, ਤੁਸੀਂ ਕਹਿੰਦੇ ਮੈਂ ਓਲਡ, ਕਦੀ ਨਹੀਂ ਕਹਿਣਾ ਕਿ ਮੈਂ ਓਲਡ ਹੋ ਗਈ, ਆਪਣੀ ਜ਼ਿੰਦਗੀ ਜੀ ਰਹੇ ਹੋ, ਹੌਲੀ ਜ਼ਿੰਦਗੀ ਨਿਕਲਦੀ ਹੈ, ਔਰ ਤੁਸੀਂ ਬਹੁਤ ਐਕਟਿਵ ਰਹਿੰਦੇ ਹੋ, ਉਹ ਸਾਰਿਆਂ ਨੂੰ ਚੰਗੀ ਗੱਲ ਹੈ ਡਾਕਟਰ ਜੀ। ਪਤਾ ਲੱਗ ਗਿਆ ਨਾ ਵੀ ਕਿੰਨੇ ਐਕਟਿਵ ਹੈ ਉਹਨਾਂ ਦੀ, ਕਿੰਨੀ ਆਵਾਜ਼ ਉਹਨਾਂ ਦੀ ਸਟਰੋਂਗ ਸੀ, ਐਨਰਜੀ ਪੋਜ਼ਿਟਿਵ ਵਧੀਆ ਸੀ, ਬੇਸ਼ੱਕ 81 ਦੇ ਸੀਗੀ, ਬਟ ਵੈਰੀ ਗੁੱਡ ਕੰਡੀਸ਼ਨ। ਇਹ ਉਮਰ ਦਾ ਇੱਕ ਨੰਬਰ ਹੈਗਾ, ਜਿੱਦਾਂ ਤੁਸੀਂ ਫੀਲ ਕਰਦੇ ਇੱਦਾਂ ਫੀਲ ਕਰੋ, ਇੰਜੋਏ ਯੋਰ ਲਾਈਫ, ਤੁਰੋ ਫਿਰੋ,
ਜਦੋਂ ਵੀ ਕੁਝ ਅੰਦਰ ਲੱਤ ਦੇ ਤੁਹਾਡੇ ਹੁੰਦਾ ਕੋਈ ਏਦਾਂ ਦੀ ਗਲਤ ਗੱਲ ਨਾ ਸੋਚੋ ਕਿ ਮੈਨੂੰ ਇਹ ਹੋਣ ਲੱਗਾ ਉਹ ਹੋਣ ਲੱਗਾ, ਜੋ ਹੋਣਾ ਉਹ ਤਾਂ ਹੋਏਗਾ, ਤੁਸੀਂ ਉਹਨੂੰ ਉਦੋਂ ਰੋਕ ਨਹੀਂ ਪਾਓਗੇ, ਬਟ ਸਟੇ ਪੋਜ਼ਿਟਿਵ। That's right. So very important ਤੇ I'm very happy ਪੇ 81 year old ਹੋ ਕੇ ਵੀ ਸਾਰਾ ਕੰਮ ਆਪ ਖੁਦ ਕਰਦੇ ਦੇਖ ਲਓ, ਸਾਰਾ ਕਰਦੇ ਐਕਟਿਵ ਰਹਿਣ, ਜਿੰਨੇ ਐਕਟਿਵ ਰਹੋਗੇ ਉਨੀ ਬੋਡੀ ਠੀਕ ਰਹੇਗੀ। ਹਾਂਜੀ ਡਾਕਟਰ ਜੀ ਟਾਈਮ ਬੜੀ ਫਾਸਟ ਜਾ ਰਿਹਾ, ਮੈਨੂੰ ਲੱਗਦਾ ਕੁਝ 2-3 ਮਿੰਟ ਹੀ ਰਹਿੰਦੇ ਨੇ। ਅਗਰ ਤੁਹਾਨੂੰ ਬਿਮਾਰੀ ਹੈ ਜਾਂ ਨਹੀਂ ਹੈਗੀ, ਮੈਨੂੰ ਤੁਸੀਂ ਕਰੈਕਟ ਕਰਿਓ, ਇਜ਼ ਇਟ ਆਲਵੇਜ਼ ਬੈਸਟ ਹੈ ਕਿ ਤੁਸੀਂ ਆਪਣਾ ਇਮਿਊਨ ਸਿਸਟਮ ਸਟਰੋਂਗ ਰੱਖੋ ਬਾਈ ਹੈਵਿੰਗ ਵਿਟਾਮਿਨ ਵਗੈਰਾ ਇਦਾਂ ਦੀ ਚੀਜ਼ਾਂ? ਹਾਂਜੀ ਦੈਟਸ ਰਾਈਟ। ਸੋ ਮੈਂ ਤਾਂ ਇਹ ਸਲਾਹ ਸਾਰਿਆਂ ਨੂੰ ਦਿੰਦਾ ਪਏ ਵਿਟਾਮਿਨਸ ਐਂਡ ਮਿਨਰਲਸ ਜ਼ਰੂਰ ਲਓ। ਹਾਂਜੀ, ਮਲਟੀ ਵਿਟਾਮਿਨ ਮਲਟੀ ਮਿਨਰਲ, ਕਿਉਂਕਿ ਜਿਹੜੀ ਅੱਜ ਕੱਲ੍ਹ ਖੁਰਾਕ ਮਿਲਦੀ ਆ ਤੇ ਉਹਦੇ ਵਿੱਚ ਪੂਰੀ ਐਨਰਜੀ ਨਹੀਂ ਹੁੰਦੀ ਹੈਗੀ। ਹਾਂਜੀ, ਤੇ ਖਾਸ ਕਰਕੇ ਜਿਹੜੇ ਪ੍ਰੋਸੈਸਡ ਫੂਡਸ ਆ ਉਹਨਾਂ ਵਿੱਚ ਬਹੁਤ ਕਮ ਐਨਰਜੀ ਹੁੰਦੀ ਹੈ। ਜਿਹੜੇ ਫਰੈਸ਼ ਫੂਡਸ ਉਹਨਾਂ ਵਿੱਚ ਫਿਰ ਵੀ ਗੁੱਡ ਐਨਰਜੀ ਹੁੰਦੀ ਹੈ, ਕੁਝ ਮਿਨਰਲਸ ਵੀ ਹੁੰਦੇ ਆ ਤੇ ਵਿਟਾਮਿਨਸ ਵੀ ਹੁੰਦੇ ਆ। ਪਰ ਹੁਣ ਜਿਹੜੀ ਜ਼ਮੀਨ ਆ ਉਹਨੂੰ ਫਸਲਾਂ ਬਹੁਤ ਕੱਢਦੇ ਆ, ਓਵਰ ਫਾਰਮਿੰਗ ਕਰ ਰਹੇ ਆ ਤੇ ਉਹਦੇ ਵਿੱਚ ਮਿਨਰਲਸ ਦੀ ਘਾਟ ਪੈ ਜਾਂਦੀ ਹੈ। ਸੋ ਇਸ ਕਰਕੇ ਮੈਂ ਕਹਿੰਦਾ ਵੀ ਸਪਲੀਮੈਂਟ ਜ਼ਰੂਰ ਲਓ ਤੁਸੀਂ, ਤੇ ਮਲਟੀ ਵਿਟਾਮਿਨ ਐਂਡ ਮਲਟੀ ਮਿਨਰਲ, ਤੇ ਐਕਸਟਰਾ ਵਿਟਾਮਿਨ ਸੀ ਲਓ, ਐਕਸਟਰਾ ਵਿਟਾਮਿਨ ਡੀ ਜ਼ਰੂਰ ਲਓ, ਕਿਉਂਕਿ ਵਿਟਾਮਿਨ ਡੀ ਦੀ ਇਸ ਮੁਲਕ ਵਿੱਚ ਘਾਟ ਪੈ ਜਾਂਦੀ ਹੈ ਕਿਉਂਕਿ ਧੁੱਪ ਨਹੀਂ ਪੈਂਦੀ, ਤੇ ਉਹ ਬਣਦੀ ਤੁਹਾਡੀ ਸਕਿਨ ਵਿੱਚ ਵਿਟਾਮਿਨ ਡੀ ਧੁੱਪ ਨਾਲ ਹੀ ਆ। ਤੇ ਵਿਟਾਮਿਨ ਸੀ ਜਿਹੜੀ ਆ ਉਹ ਤੁਹਾਡੀ ਬੋਡੀ ਵਿੱਚ ਨਾ ਬਣਦੀ ਆ ਨਾ ਬਾਹਲੀ ਰੁਕਦੀ ਆ। ਹਾਂਜੀ, ਸੋ ਨਾਲ ਦੀ ਨਾਲ ਉਹ ਯੂਜ਼ ਅਪ ਹੁੰਦੀ ਰਹਿੰਦੀ ਆ। ਸੋ ਇਸ ਕਰਕੇ ਤੁਹਾਨੂੰ ਐਕਸਟਰਾ ਵਿਟਾਮਿਨ ਸੀ ਦੀ ਬਹੁਤ ਜ਼ਰੂਰੀ ਆ, ਤੇ ਵਿਟਾਮਿਨ ਸੀ ਤੇ ਵਿਟਾਮਿਨ ਡੀ ਤੇ ਜ਼ਿੰਕ ਖਾਸ ਇਮਿਊਨ ਸਿਸਟਮ ਲਈ ਬਹੁਤ ਗੁੱਡ ਆ। ਡਾਕਟਰ ਜੀ ਥੈਂਕ ਯੂ ਸੋ ਮਚ, ਬੜਾ ਅੱਛਾ ਲੱਗਿਆ ਜਿਨ੍ਹਾਂ ਦੇ ਤੁਹਾਡੇ ਕੋਲ ਆਏ, ਤੁਹਾਡਾ ਸ਼ੁਕਰਾਨਾ ਕਰਦੇ, ਬੜਾ ਅੱਛਾ ਲੱਗਦਾ ਹੈ। ਜਿਹੜੇ ਤੁਹਾਡੇ ਬਿਮਾਰੀਆਂ ਤੁਹਾਡੇ ਡਾਕਟਰ ਜੀ ਦੱਸਦੇ ਇਲਾਜ ਹੋ ਸਕਦਾ ਨਹੀਂ ਹੋ ਸਕਦਾ, ਜਿਨ੍ਹਾਂ ਨੂੰ ਫਰਕ ਪਿਆ ਉਹ ਵੀ ਬਹੁਤ ਅੱਛਾ ਲੱਗਦਾ ਕਿ ਆਪਣੀ ਹਮੇਸ਼ਾ ਫੀਡਬੈਕ ਦਿਆ ਕਰੋ, ਪਤਾ ਲੱਗੇ ਕਿ ਜੋ ਡਾਕਟਰ ਜੀ ਦਵਾਈਆਂ ਦਿੰਦੇ ਨੇ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ, ਸਾਨੂੰ ਵੀ ਜ਼ਰਾ ਤਸੱਲੀ ਹੋ ਜਾਂਦੀ ਹੈ। ਤੇ ਜਿਨ੍ਹਾਂ ਦੇ ਅਸੀਂ ਕਾਲ ਨਹੀਂ ਲੈ ਸਕੇ ਮੈਂ ਮਾਫੀ ਚਾਹਾਂਗਾ, ਟਾਈਮ ਇਜਾਜ਼ਤ ਨਹੀਂ ਦੇ ਰਿਹਾ, ਸਾਨੂੰ ਜਾਣਾ ਪਏਗਾ ਹੁਣ। ਤੇ ਡਾਕਟਰ ਜੀ ਬਹੁਤ ਅੱਛਾ ਲੱਗਿਆ, ਬੜਾ ਸ਼ੋਅ ਲੋਕੀ ਲਾਈਕ ਕਰਦੇ ਨੇ ਤੇ ਡਿਫਰੈਂਟ ਸਬਜੈਕਟ ਲੈ ਕੇ ਆਉਂਦੇ ਆ। ਤੇ ਪਲੀਜ਼ ਮੈਂ ਹਮੇਸ਼ਾ ਕਹਿੰਦਾ ਤੁਸੀਂ ਦੱਸਿਆ ਕਰੋ ਕਿਹੜੇ ਟੌਪਿਕ ਤੇ ਗੱਲ ਕਰੇ, ਉੱਦਾਂ ਦੀ ਗੱਲ ਕਰਾਂਗੇ ਅਗਲੇ ਵੀਕ। ਜੋ ਵੀ ਤੁਸੀਂ ਲੈਣੇ ਨਾ ਪਲੀਜ਼ ਪਹਿਲਾਂ ਜੋ ਵੀ ਤੁਸੀਂ ਅਸੀਂ ਗੱਲਾਂ ਕਰਦੇ ਸ਼ੋਅ ਦੇ ਵਿੱਚ ਕਿ ਤੁਸੀਂ ਇਹ ਖਾਓ ਉਹ ਖਾਓ, ਆਪਣੀ ਪ੍ਰੋਫੈਸ਼ਨਲ ਐਡਵਾਈਸ ਲੈ ਕੇ ਡਾਕਟਰ ਤੋਂ, ਕਿਉਂਕਿ ਡਾਕਟਰ ਨੂੰ ਪਤਾ ਨਹੀਂ ਤੁਸੀਂ ਕਿੱਦਾਂ ਦੀ ਮੈਡੀਸਿਨ ਖਾਂਦੇ ਹੋ। ਨੈਕਸਟ ਵੀਕ ਸੇਮ ਟਾਈਮ ਫਿਰ ਮੁਲਾਕਾਤ ਕਰਾਂਗੇ, ਤਬ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।